असल खर्चा 2020 44.83 लाख, तजवीज़ बजट 100 लाख। तो 591.32 लाख, तजवीज़ बजट किया गया जी 596 लाख। इस तरह कुल जो असल खर्चा 2020 ने 1375.64 लाख, तजवीज़ बजट जी 1940 लाख। नगद नियम आमदन के खाते का बजट बाबत साल 2022-23 का साल के अनुसार है। अनुमानित आमदन 2022-23 6853 लाख, अनुमानित खर्चा 2022-23 6853 लाख, तजवीज़ की आमदन प्रति है। लड़ी नंबर मार्च बजट फंड 35 अमले से जी बजट फंड 4148.85 लाख, प्रतिशत बनता जी 61% टोटल का। कंटीजेंसी 205.15 लाख। ट्यूबल ਜਿਹੜੇ ਹੈ ਉਹ ਕਿੰਨੀ ਪੋਪੂਲੇਸ਼ਨ ਦੇ ਪਾਸ ਹੁੰਦੇ ਆ? ਵਾਰਡ ਦੀ ਕਿੰਨੀ ਪੋਪੂਲੇਸ਼ਨ ਹੋਵੇ ਤੇ ਟਿਊਬਲ ਜਿਹੜਾ ਹੈ ਤੁਸੀਂ ਪਾਸ ਕਰ ਦਿੰਦੇ ਹੋ? ਐਕਸ਼ਨ ਸਾਹਿਬ ਦੱਸਿਆ ਜਾਵੇਗਾ। डिमांड के हिसाब नाल है जी, पापूलेशन का नहीं वो होंदा। वैसे डिमांड 135 लीटर पर कैपिटा के हिसाब नाल साडी डिमांड असीं कढदे हां पर डे दी। उहदे हिसाब नाल फिर अगे असीं कैलकुलेटर नूं करदे हां। पिछले साल जिहड़ा डेंगू का मुद्दा जो है काफ़ी रहा और मेरे वार्ड में बहुत ही ज़्यादा जी प्रॉब्लम आ, क्योंकि मेरे वार्ड में चो लगता है महावीर स्पिनिंग मिल के नाल एक चो आ, सो वो स्लम एरिया भी आ जाता पिछला पासा। तो सर इस बार जो है कॉर्पोरेशन इस चीज़ को रोकने लिए की कर रही है, कितना का अवेयर कर रही है लोगों को, क्योंकि पिछली बार असीं बहुत लेट हो चुके थे, असीं कुछ नहीं कर सके, बट हुण फ्रॉम द स्टार्टिंग असीं कुछ कर सकते हैं। MC ਸਾਹਿਬ ਜਿਹੜਾ ਡੇਂਗੂ ਦੇ ਵਾਸਤੇ ਹੈਗਾ ਆਪਾਂ ਇਹਦੇ ਵਿੱਚ ਬਜਟ ਵਿੱਚ ਵੀ ਜਿਹੜਾ ਪਾਸ ਕੀਤਾ ਹੈਗਾ ਕਿ ਤੇਲ ਦਾ ਜਿਹੜਾ ਖਰਚਾ ਜ਼ਿਆਦਾ ਲੱਗਦਾ ਜਦੋਂ ਆਪਾਂ ਫੋਗਿੰਗ ਕਰਦੇ ਹਾਂ। ਸਾਡੇ ਕੋਲ ਤਾਂ ਉਹੀ ਹੁੰਦਾ ਨਾ ਜਿਹੜੀ ਫੋਗਿੰਗ ਅਸੀਂ ਕਰਾਉਣੀ ਹੁੰਦੀ ਆ, ਕਿਉਂਕਿ ਜਿਹੜੀ ਮੇਨ ਜਿਹੜੀ ਡੇਂਗੂ ਦੀ ਜਿਹੜੀ ਰੋਕਥਾਮ ਦਾ ਫੋਗਿੰਗ ਦਾ ਇਲਾਜ ਹੈਗਾ, ਉਹਦੇ ਬਾਰੇ ਵੀ ਆਪਾਂ ਅੱਜ ਦੀ ਜਿਹੜਾ ਬਜਟ ਤੇ ਜਿਹੜਾ ਪਾਸ ਕੀਤਾ ਹੈਗਾ। और सर मेरी इस शहर में काफ़ी इस तरह के एरियाज हैगे आ ਜਿਹੜੇ मतलब कि ਤੁਹਾਡੀ ਇਸ ਲਿਸਟ में होने चाहिए आ जिथे डेंगू केसेस ज़्यादा आते हैं, ਉਹਦੇ ਤੇ मतलब कि कुछ काम करना चाहिए एक्स्ट्रा। ਉਹਦੇ ਵਾਸਤੇ ਜਿਹੜਾ ਐਕਸਟਰਾ ਜਿਹੜਾ ਹੈਗਾ ਸਪੈਸ਼ਲ ਨਹੀਂ ਹੁੰਦਾ ਹੈਗਾ, ਸਾਰੇ ਸ਼ਹਿਰ ਵਾਸਤੇ ਹੀ ਹੁੰਦਾ ਆ। ਸਪੈਸ਼ਲ ਤਾਂ ਉਹਦਾ ਇਹ ਹੁੰਦਾ ਕਿ ਜਿੱਥੇ ਜ਼ਿਆਦਾ ਡੇਂਗੂ ਫੈਲਦਾ ਉੱਥੇ ਆਪਾਂ ਜ਼ਿਆਦਾ ਫੋਗਿੰਗ ਕਰਵਾਉਂਦੇ ਹਾਂ। ਮਹੀਨੇ ਵਿੱਚ ਆਪਾਂ 2 ਵਾਰੀ ਵੀ ਕਰਾਉਂਦੇ ਹਾਂ, 3 ਵਾਰੀ ਵੀ ਕਰਾਉਂਦੇ ਹਾਂ। ਵੈਰੀ ਸੌਰੀ ਬਟ ਸਾਨੂੰ ਇਸ ਲਾਸਟ ਈਅਰ ਜਿਹੜਾ ਹੈ ਅਸੀਂ ਖੁਦ ਫੋਗਿੰਗ ਮਸ਼ੀਨ ਲਈ ਔਰ ਮੇਰੇ ਵਾਰਡ ਵਿੱਚ ਫੋਗਿੰਗ ਨਹੀਂ ਹੋਈ। ਮੈਡਮ ਜੀ ਅਸੀਂ ਨਾ ਸਪੈਸ਼ਲ ਇਹਨਾਂ ਦੇ ਕੋਲ ਸਾਰਾ ਸਾਡੇ ਕੋਲ ਹੈਗਾ ਰਿਕਾਰਡ ਲਿਖਿਆ ਹੋਇਆ ਕਦੋਂ ਵੀ ਫੋਗਿੰਗ ਤੁਹਾਡੇ ਹੋਈ ਆ, ਸਾਰਾ ਇਹਨਾਂ ਦੇ ਕੋਲ ਲਿਖਿਆ ਹੁੰਦਾ ਆ, ਤੁਹਾਨੂੰ ਸਾਰਾ ਦੱਸ ਦੇਣਗੇ ਇੰਸਪੈਕਟਰ ਸਾਹਿਬ। ਤੁਸੀਂ ਪ੍ਰੋਪਰ ਵਾਰਡ ਵਾਈਜ਼ ਦੱਸੋ ਕਿ ਤੁਹਾਡੇ ਵਾਰਡ ਵਿੱਚ ਇੰਨੀ ਤਰੀਕ ਨੂੰ ਫੋਗਿੰਗ ਹੋਈ ਸੀ। ਹਾਂਜੀ ਤੇ ਅਸੀਂ ਉਸ ਚੀਜ਼ ਲਈ ਰੈਡੀ ਹਾਂ। ਸਾਰੇ ਦਾ ਸਾਰਾ ਲਿਖਿਆ ਤਾਂ ਤੁਹਾਨੂੰ ਗਾਂ ਵੀ ਜਿਹੜਾ ਹੈ ਨਾ ਜਦੋਂ ਕੁਛ ਵੀ ਮਤਲਬ ਕਿ ਰਿਟਨ ਵਿੱਚ ਕੁਛ ਨਹੀਂ ਆਉਂਦਾ, ਇਵਨ ਮੈਂ ਰਿਟਨ ਦੇ ਵਿੱਚ ਆਉਂਦਾ ਜੀ, ਆਉਂਦਾ ਹੈ ਰਿਟਨ ਦੇ ਵਿੱਚ। ਚਲੇ ਵੀ ਸਰ ਤੁਹਾਡੇ ਵੱਲੋਂ ਰਿਪਲਾਈ ਨਹੀਂ ਆਉਂਦਾ। ਮੈਂ ਕਿਹਾ ਜੀ ਆਉਂਦਾ ਰਿਟਨ। ਇੰਸਪੈਕਟਰ ਸਾਹਿਬ ਸਾਡੇ ਕੋਲ ਇੱਥੇ ਆਪਾਂ ਹੁਣੇ ਆਪਾਂ ਬੁਲਾ ਲੈਂਦੇ। ਇੰਸਪੈਕਟਰ ਸਾਹਿਬ ਸਾਡੇ ਹੈਗੇ ਜਿਹੜੇ ਆਪਣੇ ਜਾਨਵਰ ਆਏ ਜੀ, ਉਹਨਾਂ ਦੇ ਕੋਲ ਸਾਰਾ ਹੀ ਰਿਟਨ ਚ ਹੁੰਦਾ। ਮੇਰੇ ਸਰ ਤੁਹਾਡੇ ਕੋਲ ਬੈਠੇ ਆ ਔਰ ਲਾਸਟ ਈਅਰ ਮੈਂ ਨਹੀਂ ਪੁੱਛਣਾ ਹੁਣ ਮੇਰੇ ਪਾਸ ਉਹ ਵੈਰੀ ਨੰਬਰ ਨਹੀਂ ਹੋਏਗਾ। ਮੇਰੇ ਵਾਰਡ ਵਿੱਚ ਲਾਈਟਾਂ ਨਹੀਂ ਲੱਗੀਆਂ। ਠੀਕ ਹੈ। ਐਂਡ ਇਟ ਇਜ਼ ਗੋਇੰਗ ਟੂ ਬੀ 1 ਈਅਰ ਨਾਓ। ਹਾਂਜੀ ਨਹੀਂ ਵਿੱਚ ਹੋਏ ਨਾ ਸਰ, ਉਹਦਾ ਮੈਨੂੰ ਇੱਕ ਸਿੰਗਲ ਰਿਪਲਾਈ ਰਿਟਨ ਤੱਕ ਹੀ ਆਣਾ, ਇੱਕ ਫੋਨ ਕਾਲ ਵੀ ਨਹੀਂ ਆਇਆ ਕਿ ਕਦੋਂ ਲੱਗੂ। ਲੱਗ ਜਾਣੀ ਹੈ ਤੁਹਾਡੇ ਹੁਣ, ਕੋਈ ਗੱਲ ਨਹੀਂ ਕਦੋਂ ਲੱਗੂਗੀ ਆ ਮੈਡਮ ਜੀ। ਸਾਰਾ ਇਹੀ ਜਿੰਨਾ ਵੀ ਜਿਹੜਾ ਸਾਰਾ ਸਾਡਾ ਸਮਾਨ ਹੈਗਾ ਲੈ ਲਿਆ ਹੈਗਾ। ਪਿਛਲੀਆਂ ਤਾਰਾਂ ਦੀ ਵੀ ਪ੍ਰੋਬਲਮ ਸੀਗੀ, ਬਹੁਤ ਜ਼ਿਆਦਾ ਵਾਰਡਾਂ ਵਿੱਚ ਹਜੇ ਜਿਹੜਾ ਕੰਮ ਜਿਹੜਾ ਜਣਕੇ ਬੇਸਿਕਲੀ ਰਹਿੰਦਾ ਹਜੇ ਜਣਕੇ ਹੋਣ ਵਾਲਾ ਤੁਹਾਡੇ ਵੀ ਹੋ ਜਾਣਾ ਆ। ਇਹ ਸਾਰੇ ਕੰਮ ਤੁਸੀਂ ਕਿੱਦਾਂ ਕੀਤਾ, ਵਾਰਡ ਵਾਈਜ਼ ਕਿੱਦਾਂ ਕੀਤਾ? ਹਾਂਜੀ ਇਹ ਕੰਮ ਜਿਹੜਾ ਹੈਗਾ ਲਾਈਟ ਦਾ ਕਿਸ ਤਰ੍ਹਾਂ ਕੀਤਾ? MC ਸਾਹਿਬ ਉਹਨਾਂ ਨੇ ਜਿਹੜਾ ਆਪਣਾ ਬਣਾਇਆ ਸੀ ਉਹ ਜਿਹੜਾ ਸਮਝ ਕੇ ਸੋਚ ਵਾਈ ਸੀ ਕਾਰ ਹੈ, ਉਹਨਾਂ ਦਾ ਇੱਕ ਸੋਚ ਹੁੰਦਾ, ਸੋਚ ਸਿਸਟਮ ਹੈਗਾ। And I am very astonished sir कि मेरा वार्ड 17 आ और मेरा वार्ड छोड़ दिया गया। मैडम जी ਤੁਹਾਡਾ ਵੀ ਨਹੀਂ ਛੱਡਦੇ, ਤੁਹਾਡੇ ਵੀ ਹੋ ਜਾਏਗਾ।
ਤੁਹਾਡੇ ਵੀ ਹੋਏਗਾ। Partial for my ward. No. ਤੁਹਾਡੇ ਵੀ ਹੋਏਗਾ। I'm not satisfied with your work. That's it. Yes, sir. क्योंकि सर मैं रिटर्न ਵਿੱਚ ਕੰਪਲੇਂਟ ਲਿਖਦੀ ਰਹਿੰਦੀ ਆ ਬਟ ਮੈਨੂੰ ਕੋਈ ਰਿਪਲਾਈ ਨਹੀਂ ਆਉਂਦਾ। Yes, sir. ਸਾਡੇ ਵਾਰਡ ਦੇ ਵਿੱਚ ਵੀ 3-4 ਮਹੀਨੇ ਹੋ ਗਏ ਪਹਿਲੇ ਕਲੰਪ ਲੱਗਿਆ ਨਾ ਉਹਨਾਂ ਤੇ ਲਾਈਟਾਂ ਨਹੀਂ ਲੱਗੀਆਂ ਹੈਗੀਆਂ। ਐਮਸੀ ਸਾਹਿਬ ਜਿਹੜੀ ਤਾਰ ਦੀ ਪ੍ਰੋਬਲਮ ਸੀ, ਤਾਰ ਆ ਗਈ ਸੀਗੀ, ਇਸ ਕਰਕੇ ਕਲੰਬ ਜਿਹੜੇ ਪਹਿਲਾਂ ਲਾਤੇ ਸੀ ਤਾਰ ਬਾਅਦ ਚ ਪਾਉਂਦੇ ਨੇ, ਉਸ ਤੋਂ ਬਾਅਦ ਫਿਰ ਉਹ ਜਿਹੜੇ ਸੈੱਟ ਲਾਉਂਦੇ ਨੇ। ਬਟ ਲੋਕ ਪਰੇਸ਼ਾਨ ਬਹੁਤ ਕਰਦੇ 4-4 ਮਹੀਨੇ ਹੋ ਗਏ ਕਲੰਪ ਲੱਗਿਆ ਨੂੰ। ਪਰੇਸ਼ਾਨੀ ਦੂਰ ਹੋ ਜਾਏਗੀ ਹੁਣ ਕੋਈ ਗੱਲ ਕਿੰਨੇ ਕ ਟਾਈਮ ਤੱਕ ਨਹੀਂ, ਸਾਰਿਆਂ ਦੀ ਹੋ ਜਾਏਗੀ ਪਰੇਸ਼ਾਨੀ ਦੂਰ। ਕਿੰਨਾ ਟਾਈਮ ਲੱਗੂਗਾ? ਆਪਾਂ ਤੁਹਾਨੂੰ ਆਪਾਂ ਸਾਰਾ ਉਹਦਾ ਜਿਹੜਾ ਬਿਊਰਾ ਬਣਾ ਕੇ ਦੱਸ ਦੇਗੇ ਕਿੱਦਾਂ ਕਿਹੜੇ ਵਾਰਡ ਵਿੱਚ। ਮੈਂ ਉਹਨਾਂ ਨੂੰ ਕਹਿ ਦਿੰਦਾ ਸ਼ਰੀਫ ਸਾਹਿਬ ਨੂੰ। ਹਾਂਜੀ ਮੇਅਰ ਸਾਹਿਬ ਮੇਅਰ ਸਾਹਿਬ ਪਲੀਜ਼ ਇੱਕ ਮਿੰਟ ਪਲੀਜ਼। ਮੇਅਰ ਸਾਹਿਬ ਮੇਰੇ ਵਾਰਡ 'ਚ ਜਿਹੜੀ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਉਹ ਹੈਗੀ ਆ ਵਾਟਰ ਸਪਲਾਈ ਦੀ। ਹਾਂਜੀ ਹਾਂਜੀ ਕਿਉਂਕਿ ਮੇਰਾ ਆਊਟਰ ਵਾਰਡ ਹੈਗਾ ਹੈ, ਲੇਕਿਨ ਕੀ ਟਿਊਬਲ ਲੱਗਿਆ ਚੂਨਾ ਭੱਠੀ ਵਿੱਚ, ਲੇਕਿਨ ਟਿਊਬਲ ਲੱਗਿਆ ਹੈਗਾ ਪਰ ਸਰ ਉੱਥੇ ਸਮੱਸਿਆ ਇੱਕ ਹੈ ਕਿ ਉਹ ਜਿਹੜਾ ਪਿੰਡੂ ਇਲਾਕਾ ਪੈ ਜਾਂਦਾ, ਲਾਈਟ ਜਿਹੜੀ ਹੈਗੀ ਆ ਉੱਥੇ ਪਿੰਡੂ ਹੈਗੀ ਹੈ। ਔਰ ਦੂਸਰੀ ਸਮੱਸਿਆ ਸਰ ਇਹ ਹੈਗੀ ਹੈ ਕਿ ਜਿਹੜੇ ਭਰਵਾਈ ਰੋਡ ਦੇ ਉੱਤੇ ਪਾਈਪ ਪਈ ਹੈ ਸਰ ਉਹ 18 ਇੰਚੀ ਦੀ ਹੈ। ਸਰ ਉਹਨਾਂ ਨੂੰ ਬਹੁਤ ਵਾਰ ਮੈਂ ਸਰਵੇ ਵੀ ਕਰਵਾਇਆ, ਦਿਖਾਇਆ ਕਿ ਉਹਨੂੰ ਜਿਹੜੀ ਪਾਈਪ ਨੂੰ ਚੇਂਜ ਕੀਤਾ ਜਾਏ। ਸਮੱਸਿਆ ਸਰ ਇਹ ਹੈ ਕਿ ਜਦੋਂ ਪਾਣੀ ਦੀ ਪਾਈਪ ਭਰਦੀ ਹੈ ਤੇ ਉਸ ਟਾਈਮ ਜਿਹੜੀ ਉਹ ਲਾਈਟ ਚਲੀ ਜਾਂਦੀ ਹੈ। ਲਾਈਟ ਚਲੀ ਜਾਂਦੀ ਹੈ ਜਿਸ ਟਾਈਮ ਤੇ ਟੁੱਲੂ ਪੰਪ ਨਾਲ ਲੋਕੀ ਪਾਣੀ, ਇੱਕ ਘਰ ਤੱਕ ਜਦੋਂ ਪਾਣੀ ਪਹੁੰਚਦਾ ਸਰ ਲਾਈਟ ਚਲੀ ਜਾਂਦੀ ਹੈ। ਮੈਂ ਬਹੁਤ ਵਾਰ ਮੈਂ ਐਪਲੀਕੇਸ਼ਨ ਵੀ ਦੇ ਚੁੱਕੀ ਹਾਂ ਕਿ ਉਹ ਪਾਈਪ ਨੂੰ ਰਿਮੂਵ ਕੀਤਾ ਜਾਏ, ਮੈਨੂੰ ਦੱਸਿਆ ਜਾਏ ਕਿ ਉਹ ਪਾਈਪ ਕਦੋਂ ਚੇਂਜ ਕੀਤੀ ਜਾਣੀ ਹੈ। ਕਿਉਂਕਿ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਆਉਂਦੇ ਆ, ਅਸੀਂ ਲੋਕਾਂ ਨੂੰ ਹੁਣ ਝੂਠੇ ਲਾਰੇ ਨਹੀਂ ਲਾ ਸਕਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਗਈ ਹੈ ਤੇ ਪਾਣੀ ਤੇ ਲੋਕਾਂ ਨੂੰ ਚਾਹੀਦਾ ਹੀ ਹੈ ਸਰ। ਇਸ ਕਰਕੇ ਪਲੀਜ਼ ਟਿਊਬਲ ਲੱਗਾ ਬਟ ਲਾਈਟ ਦੀ ਸਮੱਸਿਆ ਤੇ ਦੂਸਰਾ ਪਾਈਪ ਬਹੁਤ ਵੱਡੀ ਹੈਗੀ ਹੈ। ਤਾਂ ਪਲੀਜ਼ ਇਹਨੂੰ ਪਹਿਲ ਦੇ ਨਾਲ ਜਿਹੜਾ ਕੰਮ ਕੀਤਾ ਜਾਏ ਤੇ ਕਦੋਂ ਕੀਤਾ ਜਾਏ ਦੱਸਿਆ ਜਾਏ। ਥੈਂਕ ਯੂ ਸਰ। ਐਮਸੀ ਸਾਹਿਬ ਉਹਦਾ ਮੇਰੇ ਕੋਲ ਜਿਹੜਾ ਐਸਟੀਮੇਟ ਬਣਾ ਲਿਆ ਹੈਗਾ ਉਹਨਾਂ ਨੇ ਸੀਵੇਜ ਬੋਰਡ ਵਾਲਿਆਂ ਨੇ। ਜੀ ਸਰ ਇਹ ਤਾਂ ਬਹੁਤ ਪਹਿਲੇ ਤੋਂ ਕਹਿ ਰਹੇ ਆ। ਗੱਲ ਸੁਣੋ, ਜਦੋਂ ਵੀ ਉਧਰ ਜਿਹੜੇ ਸਾਨੂੰ ਫੰਡ ਆਣਗੇ ਉਸ ਵੇਲੇ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾ ਦਾਂਗੇ ਆਪਾਂ। ਥੈਂਕ ਯੂ ਸਰ। ਮੇਰੇ ਵਾਰਡ ਦੇ ਵਿੱਚ ਪਾਣੀ ਦੀ ਬਹੁਤ ਪ੍ਰੋਬਲਮ ਹੈ। ਅੱਛਾ ਜੀ। ਅੱਜ ਇਹ ਮੋਟਰਾਂ ਚੈੱਕ ਕਰਾਈਆਂ ਕਿ ਉਹ ਪਾਣੀ ਜਿਹੜਾ ਨਾ ਮੋਟਰ ਛੱਡਦੀ ਪਈ ਆ। ਤੁਸੀਂ ਦੱਸੋ ਵੀ ਇਹ ਸਮੱਸਿਆ ਕਦੋਂ ਹੱਲ ਹੋਊ? ਉਹਨੂੰ ਆਪਾਂ ਕਹਿ ਦਿੰਦੇ ਆ ਜਾ ਕੇ ਨਹੀਂ ਰਿਪੋਰਟ ਦਾ ਕਿਹਾ ਹੋਇਆ ਸੀ ਐਮਸੀ ਸਾਹਿਬ ਜਾ ਕੇ ਪਹਿਲਾਂ ਬੰਦਾ ਦੇਖ ਲੈਂਦਾ, ਚੈੱਕ ਕਰ ਕਰਾ ਲੈਂਦਾ। ਲੇਗਾ ਚੈੱਕ ਜੀ ਅੱਜ। ਅੱਛਾ ਜੀ ਹਾਂਜੀ ਠੀਕ ਹੈ। ਕਿਉਂਕਿ ਹਾਲੇ ਗਰਮੀ ਨਹੀਂ ਆਈ। ਇੱਕ ਮਿੰਟ ਐਕਸ਼ਨ ਸਾਹਿਬ ਸਰ ਇਹਨਾਂ ਦਾ ਰੀਬੋਰਡ ਲਈ ਆਪਾਂ ਐਸਟੀਮੇਟ ਮੰਗਵਾ ਲਿਆ ਸੀ, ਉਹਦਾ ਮਤਾ ਪਾਸ ਕਰਤਾ। ਠੀਕ ਹੈ। ਮਤੇ ਦੇ ਉੱਤੇ ਉੱਥੋਂ ਕੁਐਰੀ ਲੱਗੀ ਆ ਕਿ ਉਹ ਚੀਫ ਇੰਜੀਨੀਅਰ ਸਾਹਿਬ ਦੀ ਟਿੱਪਣੀ ਤੇ ਪਿਆ ਹੋਇਆ। ਅੱਛਾ ਜੀ। ਮਤਾ ਕਲੀਅਰ ਨਹੀਂ ਹੋਇਆ, ਇਸ ਕਰਕੇ ਉਹਦੇ ਪੈਸੇ ਸੀਵਰੇਜ ਬੋਰਡ ਨੂੰ ਹਜੇ ਜਾਣੇ ਬਾਕੀ ਹੈ। ਬਟ ਮੇਰੇ ਸਭ ਗਰਮੀ ਤਾਂ ਹੋਣਾ, ਪਾਣੀ ਦੀ ਦਿੱਕਤ ਹੋਣਾ, ਇਹ ਕਦੋਂ ਟਾਈਮ ਆਊਗਾ ਕਦੋਂ ਹੋਗਾ ਇਹ ਤੁਸੀਂ ਮੈਨੂੰ ਜਵਾਬ ਦਿਓ। ਗਰਮੀਆਂ ਵਿੱਚ ਦਿੱਕਤ ਆਉਂਦੀ, ਸਿਆਲ 'ਚ ਤਾਂ ਨਹੀਂ ਆਉਂਦੀ ਮੇਰੇ ਸਭ ਟੂ ਮੱਚ ਦੋ ਅਸੀਂ ਆਪਾਂ ਕੋਈ ਗੱਲ ਨਹੀਂ, ਜਿਹੜੀ ਐਕਸ਼ਨ ਸਾਹਿਬ ਨੇ ਤੁਹਾਨੂੰ ਗੱਲ ਦੱਸੀ ਹੈ ਨਾ ਹਾਂਜੀ ਉਹਦੇ ਆਪਾਂ ਮੁਤਾਬਕ ਆਪਾਂ ਕੋਈ ਗੱਲ ਨਹੀਂ, ਆਪਾਂ ਛੇਤੀ ਕਰ ਲੈਂਦੇ ਹਾਂ, ਕਰਵਾ ਲੈਂਦੇ ਹਾਂ। ਹਾਂਜੀ ਮੇਅਰ ਸਾਹਿਬ ਹਾਂਜੀ ਪਲੀਜ਼। ਹਾਂਜੀ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਮੇਅਰ ਸਾਹਿਬ, ਡਿਪਟੀ ਮੇਅਰ ਸਾਹਿਬ, ਸੀਨੀਅਰ ਡਿਪਟੀ ਮੇਅਰ ਤੇ ਮੇਰੇ ਕਾਉਂਸਲਰ ਸਾਹਿਬਾਨ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਅੱਜ ਸਾਨੂੰ ਰੂਬਰੂ ਹੋਣ ਦਾ ਆਪਸੀ ਮੌਕਾ ਮਿਲਿਆ। ਤੇ ਸਾਡੇ ਸਤਿਕਾਰਯੋਗ ਸ਼੍ਰੀ ਬ੍ਰਹਮ ਸ਼ੰਕਰ ਜੇਪਾ ਜੀ ਅੱਜ ਥੋੜੇ ਬਾਹਰ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਤਾਂ ਹੁਸ਼ਿਆਰਪੁਰ ਵਾਸੀਆਂ ਵੱਲੋਂ ਪਿਆਰ ਦਿੱਤਾ ਗਿਆ ਕਿ ਉਹਨਾਂ ਨੂੰ ਪਹਿਲਾਂ ਐਮਐਲਏ ਬਣਾਇਆ ਗਿਆ ਤੇ ਹੁਸ਼ਿਆਰਪੁਰ ਵਾਸੀਆਂ ਦੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਕਿ ਜਿਹੜੇ ਕਿ ਰੈਵਨਿਊ ਦੇ ਡਿਪਾਰਟਮੈਂਟ ਨੂੰ 3-4 ਮਿਲੇ ਨੇ। ਤੋਂ ਬਹੁਤ ਮੈਂ ਖੁਸ਼ਨਸੀਬ ਸਮਝਦਾ ਕਿ ਆਮ ਆਦਮੀ ਪਾਰਟੀ ਗੁੱਡ ਲੱਕ ਹੈ ਕਿ ਤੇ ਹੁਸ਼ਿਆਰਪੁਰ ਵਾਸੀਆਂ ਦੀ ਵੀ ਗੁੱਡ ਲੱਕ ਹੈ ਕਿ ਸਾਨੂੰ ਹੁਸ਼ਿਆਰਪੁਰ ਤੋਂ ਦੂਸਰੀ ਵਾਰ ਸਾਨੂੰ ਤੀਸਰੀ ਵਾਰ ਮੰਤਰੀ ਮਿਲੇ। ਬਹੁਤ ਵਧੀਆ ਗੱਲ ਹੈ। तो ਅੱਜ ਮੰਤਰੀ ਸਾਹਿਬ ਥੋੜੇ ਬਾਹਰ ਸੀਗੇ ਤੇ ਜਿਹਦੇ ਕਰਕੇ ਉਹਨਾਂ ਕੋਲ ਅੱਜ ਸਮਾਂ ਨਹੀਂ ਸੀ। ਉਹ ਕਹਿੰਦੇ ਅਗਲੀ ਜਿਹੜੀ ਮੀਟਿੰਗ ਹੋਗੀ ਉਹਦੇ ਵਿੱਚ ਜ਼ਰੂਰ ਮਿਲੋਗੇ। तो मैं माफी चाहना सारे स्टाफ मैंबर्स तो कि मैंने 10 मिनट चाहिए प्लीज़। मैं अपनी रिक्वेस्ट है जो मैं तुहानू दसनी चाहना जिहदे विचों कि जिहड़ियां लाइटां ने मैनूं बहुत बारी रिक्वेस्ट कर चुका। मैं घट्टो घट्ट 3-4 के करीब जी मैं मीटिंग्स अटेंड की कि जिहदे विच लाइटां दी मैनूं जरूरत है, उसका कोई हल नहीं किया गया। कदे मैनू एक्टिवे ते बिठा के सर्वे कराया गया कि आप दसो कित्थे कित्थे लाइट लगनी है तो तुसीं वो लाइट मैनू दस दिओ। फिर बंदा कहता जी तुसीं मैनू उत्ते ही दस दिओ कि टोटल कितनियां लगनियां। मैं कहा जी फिर मेरे तो टाइम लगूगा। मैं कल्ले कल्ले गली दे विच जाके दस्सिया कि भी आ जी मैनू 200 के करीब लाइट की जरूरत सी। तो जो भी मैं किसी बंदे नूं रिक्वेस्ट की कि वो कहते जी भी लाइटां है नहीं, हसन की गल नहीं है, ये हुशियारपुर के वासियों के दर्द की गल है कि जेडे बंदे नेड़े दे विच ਜਾਂਦੇ ਆ ਤੇ ਉਹਨਾਂ ਦਾ ਫੇਰ ਸਾਨੂੰ ਕਰਨਾ ਪੈਂਦਾ ਕਿ ਐਮਸੀ ਕੰਮ ਨਹੀਂ ਕਰਦੇ। ਦੂਸਰੀ ਗੱਲ ਕਿ ਜਿਹੜੇ ਟਿਊਬਲ ਆਪਰੇਟਰ ਨੇ ਉਹਨਾਂ ਨੂੰ ਜਾਂ ਤਾਂ ਇੱਕ ਟਾਈਮ ਦੱਸਿਆ ਜਾਵੇ ਕਿ ਉਹ ਕਿੰਨੇ ਵਜੇ ਬੈਠਦੇ ਆ। ਉਹ ਜਦੋਂ ਲਾਈਟ ਚੱਲ ਜਾਂਦੀ ਉਹ ਬੰਦੇ ਉੱਥੇ ਹੁੰਦੇ ਨਹੀਂ ਤੇ ਮੋਟਰ ਜਿਹੜੀ ਬੰਦ ਹੁੰਦੀ ਤੇ ਲੋਕੀ ਸਵੇਰੇ ਆ ਕੇ ਕਾਲ ਕਰਕੇ ਦੱਸਦੇ ਆ ਕਿ ਵੀ ਜੀ ਸਵੇਰ ਦਾ ਪਾਣੀ ਨਹੀਂ ਆ। ਕਿਉਂਕਿ ਜਿਹੜੀ ਲਾਈਟ ਹੈ ਉਹ ਗਰਮੀ ਦੇ ਵਿੱਚ ਜਾਣਾ ਉਹ ਤਾਂ ਪੋਸੀਬਲ ਹੈ ਕਿ ਜਾਣੀ ਹੈ। ਕਿ ਮੇਰੀ ਬੇਨਤੀ ਹੈ ਤੁਹਾਨੂੰ ਇਹਨੂੰ ਚਾਹੇ ਤੁਸੀਂ ਔਨ ਰਿਕਾਰਡ ਰੱਖ ਸਕਦੇ ਹੋ
ਕਿ ਤੁਸੀਂ ਦੇਖਣਾ ਹੈ ਕਿ ਇਹ ਜਿਹੜੇ ਬੰਦੇ ਆ ਉੱਥੇ ਜਿਹੜੇ ਆਪਰੇਟਰ ਨੇ ਪੂਰਾ ਟਾਈਮ ਜਦੋਂ ਉਹਨਾਂ ਦੀ ਡਿਊਟੀ ਹੋਵੇ ਉਹ ਉੱਥੇ ਬੈਠਣ। ਉਹਦੇ ਤੋਂ ਬਾਅਦ ਜਿਹੜੀ ਇਹ ਸੜਕਾਂ ਬਣਾਈਆਂ ਜਾਂਦੀਆਂ ਨੇ, ਜਿੰਨੀਆਂ ਵੀ ਹੁਣ ਮਾਊਂਟ ਐਵੀਨਿਊ ਦੇ ਵਿੱਚ ਜਿਹੜੀ ਸੜਕ ਸੀਗੀ ਉਹ ਬਹੁਤ ਬੁਰੀ ਘਟਨਾ ਸੀ ਕਿ ਜਿਹਦੇ ਵਿੱਚ ਇੱਕ ਥਰਡ ਛੱਡ ਕੇ ਬਹੁਤ ਹੀ 5 ਛੱਡ ਕੇ 6 ਕਲਾਸ ਦਾ ਉੱਥੇ ਮਟੀਰੀਅਲ ਯੂਜ਼ ਕੀਤਾ ਗਿਆ ਸੀਗਾ ਕਿ ਜਿਹਦਾ ਕਿ ਜੇ ਉੱਥੇ ਲੋਕੀ ਗਲੀ ਵਾਸੀ ਨਾ ਰੌਲਾ ਪਾਉਂਦੇ ਤੇ ਉਹ ਜਿਹੜੀ ਸੜਕ ਐਜ਼ ਇਟ ਉੱਦਾਂ ਹੀ ਬਣ ਜਾਣੀ ਸੀ। ਤੇ ਅਗਰ ਉਹ ਸੜਕ ਗਲਤ ਬਣ ਰਹੀ ਸੀ ਤੇ ਉਹ ਮੁੜ ਕੇ ਉਹਨੂੰ ਪੱਟ ਕੇ ਦੁਬਾਰਾ ਤੋਂ ਬਣਾਇਆ ਗਿਆ। तो मेरी ਤੁਹਾਨੂੰ ਬੇਨਤੀ ਹੈ ਕਿ ਜਿਹੜੇ ਕੌਂਸਲਰ ਸਾਹਿਬਾਨ ਉੱਥੇ ਚੁਣੇ ਗਏ ਨੇ ਉਹ ਲੋਕਾਂ ਦੁਆਰਾ ਚੁਣੇ ਗਏ ਨੇ, ਉਹਨਾਂ ਨੂੰ ਤਨਖਾਹ ਮਿਲਦੀ, ਬਹੁਤ ਸਾਰੀ ਸਹੂਲਤਾਂ ਮਿਲਦੀਆਂ, ਲੋਕਾਂ ਦਾ ਦਰਦ ਪਹਿਚਾਨਣਾ ਜਾਂ ਲੋਕਾਂ ਦੇ ਦਰਦ ਆਪਣਾ ਦੱਸਣਾ। ਅਗਰ ਐਮਸੀ ਦੀ ਇਨਵੋਲਵਮੈਂਟ ਤੇ ਬਿਨਾਂ ਹੀ ਬੰਦੇ ਨੂੰ ਪੈਸੇ ਚਲ ਜਾਂਦੇ ਆ, ਐਮਸੀ ਦੇ ਕਲੀਅਰੈਂਸ ਤੋਂ ਬਿਨਾਂ ਹੀ ਉਹਨੂੰ ਪੈਸੇ ਮਿਲ ਜਾਂਦੇ, ਇਸੇ ਕਰਕੇ ਜਿਹੜੇ ਠੇਕੇਦਾਰ ਨੇ ਉਹ ਆਪਣੀ ਮਰਜ਼ੀ ਕਰਦੇ ਨੇ। ਤੇ ਮੇਰੇ ਵਾਰਡ ਦੇ ਵਿੱਚ ਜਿਹੜਾ 30 ਫੁੱਟ ਰੋਡ ਹੈਗਾ ਉੱਥੇ ਗਲਤ ਲੱਗੇ, ਉੱਥੇ ਦੂਸਰੇ ਜਿਹੜੇ ਬਲਾਕ ਸੀਗੇ ਇੰਟਰਲੌਕ, ਤੇ ਉਹਨਾਂ ਨੂੰ ਜਦੋਂ ਮੈਂ ਕਿਹਾ ਕਹਿੰਦੇ ਜੀ ਇਹ ਤੇ ਇੱਦਾਂ ਲੱਗਣੇ ਆ, ਤੁਸੀਂ ਸਾਡੀ ਸ਼ਿਕਾਇਤ ਕਰ ਦਿਓ। ਤਾਂ ਮੈਨੂੰ ਬੜਾ ਫੀਲ ਹੋਇਆ, ਮੈਂ ਕਿਹਾ ਕੋਈ ਗੱਲ ਨਹੀਂ। ਉਸ ਤੋਂ ਬਾਅਦ ਬਹੁਤ ਸਾਰੇ ਇਲਾਕੇ ਜਿਹੜੇ ਹੈਗੇ ਆ, ਜਿਹੜੇ ਸਫਾਈ ਕਰਮਚਾਰੀਆਂ ਨੂੰ ਤੁਸੀਂ ਪਿਛਲੀ ਮੀਟਿੰਗ 'ਚ ਕਿਹਾ ਸੀ ਕਿ ਰੇੜੇ ਆ ਜਿਹੜੇ ਉਹ ਉਹਨਾਂ ਨੂੰ ਦਿੱਤੇ ਗਏ ਆ, ਉਹ ਰੇੜੇ ਅੱਜ ਤੱਕ ਉਹਨਾਂ ਨੂੰ ਮਿਲੇ ਨਹੀਂ। ਮੈਨੂੰ ਤਾਂ ਸਿਰਫ ਇੱਕੋ ਹੀ ਰੇੜੇ ਦੀ ਜ਼ਰੂਰਤ ਸੀ, ਪਿਛਲੀ ਵਾਰ ਆਪਾਂ ਮਤਾ ਵੀ ਪਾਸ ਕਰ ਦਿੱਤਾ ਸੀ, ਉਹਦੇ ਬਾਵਜੂਦ ਵੀ ਉਹ ਰੇੜਾ ਨਹੀਂ ਮਿਲਿਆ। ਅੱਜ ਵੀ ਉਹ ਬੰਦਾ ਏਦਾਂ ਹੀ ਕੰਮ ਕਰ ਰਿਹਾ। ਉਹਦੇ ਤੋਂ ਬਾਅਦ ਦੂਸਰੀ ਮੈਂ ਬੇਨਤੀ ਕਰਨੀ ਕਿ ਇੱਕ ਤੁਹਾਨੂੰ ਕਿਹਾ ਸੀ ਕਿ ਜਿਹੜੇ ਸੀਮੈਂਟ ਦੇ ਬੈਂਚ ਨੇ ਉਹ ਵੀ ਤੁਸੀਂ ਕਹਿੰਦੇ ਆ ਜਾਣੇ ਆ, ਉਹ ਵੀ ਤੁਹਾਨੂੰ ਮਿਲ ਜਾਊਗੀ। ਜਿਹੜਾ ਮੈਪ ਪਾਸ ਕਰਾਉਣੇ ਦੇ ਲਈ ਜਿਹੜੇ ਲੋਕੀ ਪੈਸੇ ਦਿੰਦੇ ਨੇ, ਜਿਹੜੇ ਮੈਪ ਪਾਸ ਕਰਾਉਣ ਲਈ ਲੋਕਾਂ ਨੂੰ 5-5 6-6 ਮਹੀਨੇ ਦਾ ਸਮਾਂ ਲਾਇਆ ਜਾਂਦਾ, ਤਾਂ ਦੂਸਰੀ ਉਹ ਕਾਹਤੇ ਲਾਇਆ ਜਾਂਦਾ, ਉਹਦੇ ਲਈ ਇੱਕ ਕਲੈਰੀਫਿਕੇਸ਼ਨ ਕੀਤੀ ਜਾਵੇ ਕਿ ਜਿਹੜਾ ਕੋਈ ਬੰਦੇ ਦਾ ਕਿਸੇ ਦਾ ਕੋਈ ਬੰਦਾ ਵਾਕਫ ਹੈਗਾ ਉਹਨੂੰ ਤਾਂ ਮੈਪ ਉਹਦਾ ਜਲਦੀ ਪਾਸ ਹੁੰਦਾ, ਜਿਹਦਾ ਕੋਈ ਨਹੀਂ ਸਾਡੇ ਵਰਗੇ ਕਿਸੇ ਅਣਜਾਣ ਬੰਦੇ ਦਾ ਹੁੰਦਾ ਉਹਦਾ ਨਹੀਂ ਪਾਸ ਹੁੰਦਾ। ਤੇ ਜਿਹੜੇ ਉਹਨਾਂ ਘਰਾਂ ਦੇ ਬਾਹਰ ਰੈਂਪ ਨੇ, तो मेरी हथ जोड़ के तुहानू सारिਆਂ ਨੂੰ ਬੇਨਤੀ ਹੈ ਕਿ ਕੱਲੇ ਕੱਲੇ ਕੌਂਸਲਰ ਸਾਹਿਬਾਨ ਦੀ ਵੀ ਹੋਣੀ ਹੈ ਪ੍ਰੋਬਲਮ ਕਿ ਜਦੋਂ ਬੰਦਾ ਘਰ ਬਣਾਵੇ, ਜਿਹੜਾ ਕਮੇਟੀ ਦੇ ਸਾਡੇ ਅਫਸਰ ਆ ਉਦੋਂ ਉਹਨਾਂ ਨੂੰ ਦੇ ਕੇ ਆਣ ਜਿਹੜਾ ਮੈਪ ਹੈ ਕਿ ਜਦੋਂ ਉਹਦੇ ਘਰ ਦੇ ਅੰਦਰ ਮੈਪ ਹੋਵੇ, ਉਹਦੀ ਘਰ ਦੀ ਕੋਠੀ ਦਾ ਜਿਹੜਾ ਪਿਛਲੀ ਲੈਂਥ ਹੁੰਦੀ 100 ਫੁੱਟ ਤੇ ਉਹ ਜਿਹੜੀ 20 ਫੁੱਟ ਦੀ ਗਲੀ ਨੂੰ 7 ਫੁੱਟ ਘੇਰਦਾ, ਉਹਦਾ ਕੋਈ ਰਾਈਟ ਨਹੀਂ ਹੈ। ਸਾਹਮਣੇ ਵਾਲਾ ਬੰਦਾ ਵੀ ਜਦੋਂ ਜਿੱਦ ਕਰਦਾ, ਜਿਹੜਾ ਪਾਣੀ ਦਾ ਫਲੋ ਹੁੰਦਾ ਪਾਣੀ ਗਲੀ ਦੀ ਨਿਕਾਸੀ ਦੇ ਵਿੱਚੋਂ ਨਹੀਂ ਆਉਂਦਾ। ਉਸ ਤੋਂ ਬਾਅਦ ਦੂਸਰੀ ਸੀਗੀ ਕਿ 5 ਗੇਟ ਦੇ ਵਿੱਚ ਜਿਹੜੀ ਪਾਰਕ ਬਣ ਰਹੀ ਹੈ ਉਹਦੀ ਤੁਸੀਂ ਕਿਹਾ ਕਿਸੇ ਅਧਿਕਾਰੀ ਨੇ ਜਾ ਕੇ ਉੱਥੇ ਜਾਂਚ ਕੀਤੀ, तो मेरी रिक्वेस्ट है ਤੁਸੀਂ ਉਹਦੀ ਜਾਂਚ ਕਰਕੇ ਦੇਖੋ ਉੱਥੇ ਜੋ ਕੰਮ ਹੈ ਉਹ ਸਹੀ ਨਹੀਂ ਹੋ ਰਿਹਾ। ਜਿਹੜਾ ਸੀਮੈਂਟ ਹੈ ਉਹ ਇੱਦਾਂ ਹੀ ਲਗਾਇਆ ਜਾ ਰਿਹਾ, ਉੱਥੇ ਕੋਈ ਨਹੀਂ ਵੀ ਪਾਣੀ ਦੀ ਢਾਲ ਕਿੱਧਰ ਨੂੰ ਹੈ ਤੇ ਕਿੱਧਰ ਕਿਹੜਾ ਸਿਸਟਮ, ਉਹਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਦੱਸਿਆ ਗਿਆ। ਤੇ ਸਰਕਾਰੀ ਜਿਹੜੀ ਮਸ਼ੀਨਰੀ ਸਾਡੀ ਕਾਰਪੋਰੇਸ਼ਨ ਦੀ ਹੈ ਲੱਖਾਂ ਕਰੋੜਾਂ ਰੁਪਏ ਦੀ ਹੈ ਕਿ ਉਹਦੇ ਲਈ ਇੱਕ 10-20-50 ਹਜ਼ਾਰ ਦੇ ਨਾਲ ਇੱਕ ਉੱਥੇ ਵਾਸ਼ਿੰਗ ਪੁਆਇੰਟ ਬਣ ਜਾਣਾ ਕਿ ਉੱਥੇ ਤੁਸੀਂ ਟਿਊਬਲ ਦਾ ਵੱਡਾ ਲੱਗਾ, ਇੱਕ ਮੋਟਰ ਲੱਗਣੀ ਹੈ ਜਿਹਦੇ ਵਿੱਚ ਕਿ ਸਾਡੇ ਜਿਹੜੇ ਸਫਾਈ ਸੇਵਕਾਂ ਦੇ ਲਈ ਜਿਹੜੇ ਟੈਂਪੂ ਲੱਗੇ ਨੇ, ਆਟੋ ਲੱਗੇ ਨੇ, ਉਹ ਟਰੈਕਟਰ ਹੋਰ 5 ਗੇਟ ਦੇ ਜਿੰਨੀਆਂ ਗੱਡੀਆਂ ਨੇ ਉਹ ਧੋ ਸਕੀਆਂ ਜਾਣ ਤਾਂ ਕਿ ਜਿਹੜੇ ਟਾਇਰ ਖੁਸ਼ਕ ਹੋ ਕੇ ਫਟਦੇ ਆ ਉਹ ਵੀ ਸਾਰੀ ਸਰਕਾਰੀ ਮਸ਼ੀਨਰੀ ਦੀ ਸੰਭਾਲ ਕੀਤੀ ਜਾ ਸਕੇ। ਇੱਕ ਉੱਥੇ ਸ਼ੈੱਡ ਹੈ ਜਿਹੜਾ ਉਹਨੂੰ ਉੱਥੇ ਪਾ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਰਕਾਰੀ ਗੱਡੀਆਂ ਨੇ ਉਹ ਬਾਹਰ ਖੜ੍ਹਦੀਆਂ ਸਫਾਈ ਗੇਟ ਦੀਆਂ, ਤੇ ਜਿਹੜਾ ਉੱਥੇ ਕੁਆੜ ਪਿਆ ਆ ਉਹ ਘੱਟੋ ਘੱਟ 2-3 ਕਰੋੜ ਰੁਪਏ ਦਾ ਪਿਆ ਆ, ਉਹਦੇ ਲਈ ਵੀ ਤੁਸੀਂ, ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਉਹ ਜਿਹੜਾ ਆ ਉਹਨੂੰ ਜਿਹੜਾ ਕੁਆੜ ਆ ਉਹਨੂੰ ਚੁਕਵਾਉਣੇ ਦੇ ਲਈ ਕੋਈ ਨਾ ਕੋਈ ਯਤਨ ਕੀਤਾ ਜਾਵੇ। ਤੇ ਦੂਸਰੀ ਮੈਂ ਇਹ ਦੱਸਣੀ ਚਾਹੁੰਦਾ ਕਿ ਪਿਛਲੀ ਵਾਰ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ 4 ਕਰੋੜ ਰੁਪਏ ਦੀ ਕਿੰਨੇ ਰੁਪਏ ਦੇ 4 ਲੱਖ ਕਿੰਨੇ ਹਜ਼ਾਰ ਰੁਪਏ ਦੇ ਉਹ ਸੀਗੇ ਦੂਸਰੇ ਡਸਟਬਿਨ, ਉਹ ਹਜੇ ਤੱਕ ਵੀ ਨਹੀਂ ਮਿਲੇ। ਉਸ ਤੋਂ ਬਾਅਦ ਜਿਹੜੇ ਸਫਾਈ ਸੇਵਕ ਨੇ ਉਹ ਸਵੇਰੇ ਕਿੰਨੇ ਵਜੇ ਆਉਂਦੇ ਕਿੰਨੇ ਵਜੇ ਜਾਂਦੇ, ਦੂਸਰੇ ਟਾਈਮ ਕੋਈ ਵੀ ਸਫਾਈ ਸੇਵਕ ਨਹੀਂ ਮਿਲਦਾ। ਜਿਹੜੇ ਸਾਡੇ ਇੰਸਪੈਕਟਰ ਸਾਹਿਬ ਨੇ, ਮੈਨੂੰ ਪਤਾ ਨਹੀਂ ਵੀ ਉਹ ਉਹਨਾਂ ਤੋਂ ਡਰਦੇ ਆ ਜਾਂ ਕੋਈ ਗੱਲ ਹੈ, ਕਿਸੇ ਥਰਡ ਬੰਦੇ ਨੂੰ ਉਹਨਾਂ ਤੇ ਲਾ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਸਫਾਈ ਸੇਵਕ ਹੈ ਉਹ ਮੇਰੇ ਭਰਾ ਆਪਣਾ ਕੰਮ ਕਰਨ, ਕਿਉਂਕਿ ਜੇ ਉਹ ਕੰਮ ਕਰੋਗੇ ਤਾਂ ਤਦ ਅਸੀਂ ਕਿਸੇ ਨੂੰ ਲੋਕਾਂ ਨੂੰ ਸਰਵਿਸ ਦੇ ਸਕਦੇ ਹਾਂ। ਮੇਰੇ ਸਾਹਿਬ ਇਹ ਕੋਈ ਇਦਾਂ ਨਹੀਂ ਹੈ, ਸਾਡਾ ਰਿਕੁਐਸਟ ਕਰ ਰਹੇ ਹਾਂ ਤੁਹਾਨੂੰ, ਕਿਉਂਕਿ ਸਾਡੇ ਕੋਈ ਐਮਸੀ ਸਾਹਿਬ ਦੀ ਹਰ ਬੰਦੇ ਦੀ ਇੱਕੋ ਹੀ ਪ੍ਰੋਬਲਮ ਹੈ। ਜਦੋਂ ਮੰਨ ਲਿਆ ਕਿ ਬੰਦੇ ਵੀ ਘੱਟ ਨੇ, ਪਰ ਜੇ ਬੰਦੇ ਘੱਟ ਹੈ ਤਾਂ ਘੱਟੋ ਘੱਟ ਕੰਮ ਤਾਂ ਪੂਰਾ ਕਰਨ। ਜਿਹੜੇ ਮਾਲੀ ਨੇ ਸਾਡੇ ਕੋਲ ਮੰਨ ਲਓ 15 ਆਇਆ ਜਾਂ 20 ਹੈ, ਕਿੰਨੇ ਮਾਲੀ ਸੈਕਟਰੀਏਟ ਦੇ ਬਾਹਰ ਜਾ ਕੇ ਤੁਸੀਂ ਦੇਖਣਾ ਕਿ ਟੀ ਉੱਚੀ ਭੰਗ ਸੈਕਟਰੀਏਟ ਦੇ ਬਾਹਰ ਕਿਤੇ ਤੀਸਰੇ ਰੋਡ ਪਾਸੇ ਜਾਣ ਦੀ ਜ਼ਰੂਰਤ ਨਹੀਂ ਕਿ ਜਿਹੜਾ HDFC ਬੈਂਕ ਹੈ ਉਹਦੇ ਬਾਹਰ ਤੁਸੀਂ ਜਾ, ਜਿਹੜੇ ਮੇਨ ਰੋਡ ਨੇ ਉੱਥੇ ਕਿੱਡੇ ਬੂਟੇ ਲੱਗੇ ਨੇ, ਕਿੱਡਾ ਘਾਹ ਆ। ਅਗਰ ਉਹਦਾ ਇਹ ਹਾਲ ਹੈ ਤੇ ਜਿਹੜੇ ਮਹੱਲੇ ਗਲੀਆਂ ਦੇ ਵਿੱਚ ਉਹ ਤੁਸੀਂ ਆਪਣੇ ਆਪ ਹੀ ਤੁਸੀਂ ਸਮਝ ਸਕਦੇ ਹੋ ਨਾ। ਤੇ ਉਸ ਤੋਂ ਬਾਅਦ ਬਸ 2 ਰਹਿ ਗਿਆ। ਜਿਹੜੇ ਹੁਸ਼ਿਆਰਪੁਰ ਦੇ ਵਿੱਚ ਰਿਕਸ਼ਾ ਚੱਲਦੇ ਨੇ, ਕਿਆ ਤੁਹਾਡੇ ਕਿਸੇ ਦੀ ਨੌਲੇਜ ਹੈਗੀ ਨੇ? ਤੁਸੀਂ ਉਹਨਾਂ ਦੀ ਕੋਈ ਪਰਚੀ ਲਾਈ ਹੈ? ਕੋਈ ਮਿਸ ਹੈਪਨਿੰਗ ਹੋ ਜੇ, ਸਾਡੇ ਬੱਚੇ ਨੂੰ ਕੋਈ ਉੱਥੋਂ ਲੈ ਕੇ ਚੱਲ ਜੇ,
ਜਾਂ ਉਹਦੇ ਲਈ ਜਿਹੜੇ ਪ੍ਰਾਈਵੇਟ ਰਿਕਸ਼ੇ ਬੰਦੇ ਚਲਾਉਂਦੇ ਸੀ, ਜਿਹੜੇ ਆਮ ਫਿਜ਼ੀਕਲੀ ਬੰਦੇ ਪੈਡਲ ਮਾਰ ਕੇ ਚਲਾਉਂਦੇ ਸੀ, ਉਹ ਰਿਕਸ਼ਿਆਂ ਦੀਆਂ ਪਰਚੀਆਂ ਬਕਾਇਦਾ ਕਮੇਟੀ ਲਾਉਂਦੀ ਸੀ। ਜਿਹੜੇ ਈ ਰਿਕਸ਼ਾਸ ਨੇ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ, ਉਹਨਾਂ ਦਾ ਤੁਸੀਂ ਮੈਨੂੰ ਉਹ ਦੇਖਣਾ ਵੀ ਤੁਸੀਂ ਤੁਹਾਡੇ ਕੋਲ ਦਾ ਕੋਈ ਰਿਕਾਰਡ ਹੈਗਾ। ਜੇ ਤੁਸੀਂ ਕਹੋਗੇ ਕਿ ਉਹ ਟਰਾਂਸਪੋਰਟੇਸ਼ਨ ਦਾ ਹੈਗਾ ਆ, ਉਹ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਉਹ ਬਾਹਰ ਨਹੀਂ ਚੱਲਦੀ, ਉਹ ਸਾਡੀ ਕਾਰਪੋਰੇਸ਼ਨ ਦੇ ਅੰਦਰ ਹੀ ਚੱਲਦੀ। ਜਦੋਂ ਕਰਾਊਡ ਹੋ ਜਾਂਦੀ ਹੁਸ਼ਿਆਰਪੁਰ ਦੇ ਵਿੱਚ ਤਾਂ ਈ ਰਿਕਸ਼ਾ ਹੀ ਉੱਥੇ ਮੇਨ ਕਾਜ਼ ਬਣਦੇ ਨੇ। ਜਿਹੜੇ ਦੁਕਾਨਾਂ ਨੇ, ਜਿੰਨੇ ਵੀ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ, ਉਹਨਾਂ ਨੂੰ ਰਿਕਵੈਸਟ ਕਰੋ ਕਿ ਜਿਹੜੀਆਂ 70-70 ਫੁੱਟੀਆਂ ਸੜਕਾਂ ਨੇ ਉਹਨਾਂ ਦੇ ਆਲੇ ਦੁਆਲੇ 20-20 ਫੁੱਟ ਉਹਨਾਂ ਬੰਦਿਆਂ ਨੇ ਘੇਰੇ ਪਾਏ ਆ। ਉਹਨਾਂ ਬੰਦਿਆਂ ਨੂੰ ਆਪਣਾ ਸਮਾਨ ਅੰਦਰ ਰੱਖੋ। ਇਹ ਸੜਕਾਂ ਆਣੇ ਜਾਣੇ ਲਈ ਆ, ਇੱਕ ਡਿਸਪਲੇ ਦੇ ਲਈ ਨਹੀਂ ਹੈਗੀਆਂ। ਠੀਕ ਹੈ ਜੀ, ਬਸ ਮੈਨੂੰ ਇੱਕ ਤਾਂ ਪੁਆਇੰਟ ਹੋ ਰਹਿ ਗਿਆ ਆ। ਉਸ ਤੋਂ ਬਾਅਦ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਸਾਡੇ ਜਿੰਨੇ ਵੀ ਡੰਪ ਨੇ ਜਾਂ ਜਿੰਨੇ ਵੀ ਸਾਡੇ ਸਫਾਈ ਸੇਵਕ ਨੇ ਜਾਂ ਪਿਪਲਾ ਵਾਲੀ ਦੇ ਵਿੱਚ ਜੋ ਵੀ ਦਿੱਕਤ ਆਉਂਦੀ, ਉਹਦਾ ਮੇਨ ਕਾਜ਼ ਕੀ ਹੈ? ਉਹਦਾ ਮੇਨ ਕਾਜ਼ ਇੱਕ ਹੈ ਕਿ ਜਿਹੜੇ ਲਿਫਾਫੇ ਹੈ ਉਹਨਾਂ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੋ ਰਹੀ ਹੈ। ਕਿਉਂਕਿ ਉਹ ਕਿੱਦਾਂ ਹੋ ਰਹੀ ਕਿ ਮੰਨ ਲਓ ਕਿ ਜੇ 2 ਲੱਖ ਬੋਟਲ ਅਸੀਂ ਔਨ ਰਿਕਾਰਡ ਜਿਹੜਾ ਹੁਸ਼ਿਆਰਪੁਰ ਦਾ ਹੈਗਾ, ਤੇ ਉਹਦੇ ਮੁਤਾਬਕ ਜੇ ਇੱਕ ਬੰਦਾ ਇੱਕ ਲਿਫਾਫਾ ਯੂਜ਼ ਕਰਦਾ, ਜੋ ਮੰਨ ਲਓ ਜੀ ਰੋਜ਼ ਦੀ ਕੰਜ਼ੰਪਸ਼ਨ 30,000 ਲਿਫਾਫੇ ਦੀ ਹੈਗੀ ਹੈ, ਤੇ ਉਹਨੂੰ ਰੋਕਣ ਦੇ ਲਈ ਜਿਹੜੀਆਂ ਵੱਡੀਆਂ ਦੁਕਾਨਾਂ ਉਹਨਾਂ ਤੇ ਛਾਪਾਮਾਰੀ ਕੀਤੀ ਜਾਏ, ਤਾਂ ਕਿ ਉਹਨਾਂ ਨੂੰ ਕਿਹਾ ਜਾਏ ਕਿ ਤੁਸੀਂ ਲਿਫਾਫੇ ਲੈ ਕੇ ਨਹੀਂ ਆਣੇ, ਉਹਨਾਂ ਨੂੰ ਸੀਲ ਕੀਤਾ ਜਾਵੇ। ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਬਕਾਇਦਾ ਜੋ ਹਲਵਾਈ ਦੀ ਸ਼ਾਪ ਹੈ ਜਾਂ ਕਰਿਆਨੇ ਦੀ ਸ਼ਾਪ ਹੈ, ਉਹਨਾਂ ਸਭ ਬੰਦਿਆਂ, ਕਿਉਂਕਿ ਲੋਕੀ ਆਪਣੇ ਘਰਾਂ ਤੋਂ ਸਮਾਨ ਲੈ ਕੇ ਆਣ, ਅਸੀਂ ਤੁਹਾਡੇ ਨਾਲ ਹੈ ਪੂਰੀ ਤਰ੍ਹਾਂ। ਮੇਰੇ ਤੋਂ ਭਾਵੇਂ ਤੁਸੀਂ ਸਾਰਾ ਦਿਨ ਸੇਵਾ ਕਰੋ, ਪਰ ਮੈਂ ਚਾਹੁੰਦਾ ਕਿ ਉਹ ਜਿਹੜੇ ਲਿਫਾਫੇ ਆ ਪੂਰੀ ਤਰ੍ਹਾਂ ਤੇ ਬੰਦ ਹੋ ਜਾਣੇ ਚਾਹੀਦੇ ਆ, ਤਾਂ ਕਿ ਜਿਹੜਾ ਸਾਡਾ ਹੁਸ਼ਿਆਰਪੁਰ ਹੈ, ਜਿਹੜੇ ਸਾਡੇ ਸਫਾਈ ਸੇਵਕ ਨੇ, ਉਹਨਾਂ ਨੂੰ ਵੀ ਕੋਈ ਨਾ ਕੋਈ ਸਹੂਲਤ ਮਿਲੇ। ਜਿਹੜੀ ਗਿੱਲੇ ਕੂੜੇ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਗਿੱਲਾ ਕੂੜਾ ਜਿਹੜਾ ਉਹ ਦੱਸਦਾ ਨਹੀਂ, ਕੋਈ ਕਰਦਾ ਨਹੀਂ। ਜਿਹੜੇ ਐਮਸੀ ਸਾਹਿਬਾਨ ਉਹਨਾਂ ਨੂੰ ਤੁਸੀਂ ਰਿਕਵੈਸਟ ਕਰਦੇ ਹੋ ਕਿ ਜਿਹੜਾ ਗਿੱਲਾ ਕੂੜਾ ਅਗਰ ਅਸੀਂ ਵੋਟਾਂ ਦੇ ਲਈ ਡੋਰ ਟੂ ਡੋਰ ਕਰ ਸਕਦੇ, ਅਸੀਂ ਗਿੱਲੇ ਕੂੜੇ ਦੇ ਲਈ ਵੀ ਕੁਝ ਵੀ ਕਰ ਸਕਦੇ ਆ, ਉਹਦੇ ਲਈ ਵੀ ਸਾਨੂੰ ਕਰਨਾ ਚਾਹੀਦਾ। ਜਿਹੜੀਆਂ ਜੂਸ ਦੀਆਂ ਦੁਕਾਨਾਂ ਨੇ ਉਹਨਾਂ ਦਾ ਬਹੁਤ ਸਾਰਾ ਗਿੱਲਾ ਕੂੜਾ ਆਂਦਾ ਹੈ। ਉਸ ਤੋਂ ਬਾਅਦ ਜਿੰਨੇ ਵੀ ਰੈਸਟੋਰੈਂਟ ਨੇ ਉਹਨਾਂ ਦੇ ਜਿੱਦੇ ਵੀ ਸਮਾਨ ਨੇ, ਜਿੱਦੀ ਵੇਸਟੇਜ ਹੈ, ਸਾਰੀ ਉੱਥੇ ਸਿੱਟੀ ਜਾਂਦੀ ਹੈ। ਇਹੀ ਇੱਕ ਮੇਨ ਕਾਜ਼ ਹੈ ਕਿ ਜਿਹਦੇ ਕਰਕੇ ਇਹ ਸਾਰਾ ਕੀਤਾ ਜਾਂਦਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਪੂਰੇ 2 ਸਾਲ ਪਹਿਲਾਂ ਅਵਾਰਾ ਜਾਨਵਰ ਦੇ ਨਾਲ ਇੱਕ ਮਾਡਲ ਟਾਊਨ 'ਚ ਬੰਦੇ ਰਹਿੰਦੇ ਸੀ। ਉਹ ਮੁੰਡੇ ਦੀ ਐਟ ਦੀ ਸਪੋਟ ਡੈਥ ਹੋ ਗਈ, ਤੇ ਅਸੀਂ ਰਿਕੁਐਸਟ ਕੀਤੀ ਜੀ ਜਿਹੜੇ ਅਵਾਰਾ ਜਾਨਵਰ ਹੈ ਉਹ ਫੜੇ ਜਾਣ, ਉਹਨਾਂ ਦੇ ਲਈ ਕੋਈ ਵੀ ਨਹੀਂ ਇਦਾਂ ਦਾ ਪ੍ਰਾਵਧਾਨ ਕੀਤਾ ਕਿ ਜਦ ਕਿ 2 ਕਰੋੜ ਰੁਪਇਆ ਗਊ ਅਸੈਸ ਦੇ ਨਾਂ ਤੇ ਇਹਦੇ ਵਿੱਚ ਬਜਟ 'ਚ ਪਾਸ ਕੀਤਾ ਗਿਆ। ਉਹ ਤੁਸੀਂ ਕਲੈਰੀਫਿਕੇਸ਼ਨ ਕਰ ਦਿਆ ਤਾਂ ਕਿ ਜਿਹੜੀਆਂ ਇੱਥੇ ਗਊਸ਼ਾਲਾ ਵਗੈਰਾ ਨੇ ਜਾਂ ਜਿਹੜੇ ਹੋਰ ਨੇ ਉਹਨਾਂ ਦੇ ਲਈ ਤੁਸੀਂ ਕੋਈ ਖਰਚਾ ਦਿੰਦੇ ਹੋ। ਅਗਰ ਉਹ ਦਿੰਦੇ ਆ ਤੇ ਯੂਟਿਲਾਈਜ਼ ਉਹ ਕਰਦੇ, ਤੇ ਕਿਉਂ ਨਹੀਂ ਕਰਦੇ? ਅਗਰ ਉਹਦੇ ਲਈ ਕੋਈ ਵੱਡੀ ਗੱਡੀ ਦੀ ਜ਼ਰੂਰਤ ਹੈ ਜਿਹਦੇ ਨਾਲ ਤੁਸੀਂ ਜਾਨਵਰ ਨੂੰ ਫੜਨਾ, ਤੇ ਉਹਦੇ ਲਈ ਤੁਸੀਂ ਕੋਈ ਨਾ ਕੋਈ ਇੰਤਜ਼ਾਮ ਕਰੋ। ਕਿਉਂਕਿ ਜਿਹੜੀ ਅਵਾਰਾ ਜਾਨਵਰ ਦੇ ਲਈ ਡੀਸੀ ਸਾਹਿਬ ਗਏ, ਉਹ ਕਹਿੰਦੇ ਜੀ ਤੁਹਾਨੂੰ ਨੌਕਰੀ ਐਟ ਦੀ ਸਪੋਰਟ ਦਿੱਤੀ ਜਾਊਗੀ, ਤੁਸੀਂ ਫਿਕਰ ਨਹੀਂ ਕਰਨਾ, ਸੋਨਾਲੀਕਾ ਜੱਜ ਤੋਂ ਤੁਸੀਂ ਅਪਾਇੰਟ ਹੋ ਗਏ। ਤੇ ਮੰਤਰੀ ਸਾਹਿਬ ਗਏ ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ 2 ਲੱਖ ਰੁਪਇਆ ਮਿਲੂਗਾ, ਤੇ ਉਹ ਬੰਦੇ ਬਾਹਰ ਬੈਠੇ ਨੇ। ਮੈਂ ਕਹਿੰਦਾ ਕਿ ਇਹ ਪ੍ਰੋਬਲਮ ਮੈਨੂੰ ਵੀ ਆ ਸਕਦੀ, ਸਾਨੂੰ ਕਿਸੇ ਦੀ ਵੀ ਆ ਸਕਦੀ। ਜਿਹੜੇ ਜਾਨਵਰ ਹੈ ਕਿਸੇ ਦੇ ਸਿਖਾਏ ਨਹੀਂ ਹੈਗੇ, ਉਹ ਤਾਂ ਅਣਜਾਣ ਨੇ, ਉਹਨਾਂ ਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਆਣਾ। ਤਾਂ ਮੇਰੀ ਇਹੀ ਰਿਕੁਐਸਟ ਹੈ ਕਿ ਉਹਨੂੰ ਪਹਿਲ ਦੇ ਆਧਾਰ ਤੇ ਤੁਸੀਂ ਉਹਨੂੰ ਦੇਖਣਾ ਹੈ। ਤੁਸੀਂ ਬਸ ਇੱਕ ਪੁਆਇੰਟ ਰਹਿ ਗਿਆ ਹੋਣਾ, ਹੋਰ ਕੋਈ ਜ਼ਿਆਦਾ ਬਸ ਇੱਕ ਸੈਕਿੰਡ ਪਲੀਜ਼ ਸਰ। ਇਹ ਪ੍ਰੋਬਲਮ ਜਿਹੜੀ ਹੈ ਕਿ ਜੇ ਕੋਈ ਬੰਦਾ ਹੱਥ ਖੜਾ ਕਰਕੇ ਕਹਿ ਦੇ ਕਿ ਇਹ ਪ੍ਰੋਬਲਮ ਗਲਤ ਗਈ ਹੈ, ਟਾਈਮ ਖਰਾਬ ਕਰਨ ਦੇ ਲਈ ਕਿ ਮੈਂ ਹੁਣੇ ਬੰਦ ਕਰ ਦਿੰਦਾ ਹੈਗੀਆਂ, ਬਿਲਕੁਲ ਸੱਚ ਹੈ ਕਿ ਜਿਹੜੀਆਂ ਤੁਸੀਂ ਪ੍ਰੋਬਲਮ ਦੱਸੀਆਂ ਉਹਨਾਂ ਦਾ ਆਪਾਂ ਹੱਲ ਕਰਦੇ ਹਾਂ। ਦੂਸਰੀ, ਜਿੰਨੇ ਵੀ ਹੁਸ਼ਿਆਰਪੁਰ ਦੇ ਵਿੱਚ ਪਲੰਬਰ ਹੈਗੇ ਉਹਨਾਂ ਨੂੰ ਤੁਸੀਂ ਬੁਲਾ ਕੇ ਇੱਕ ਮੀਟਿੰਗ ਕਰਨੀ ਹੈ। ਸਰੋਂ ਗਲੀਆਂ ਪੱਟ ਜਾਂਦੇ ਆ, ਕਨੈਕਸ਼ਨ ਕਰ ਜਾਂਦੇ ਆ, ਸੀਵਰੇਜ ਪਾ ਜਾਂਦੇ ਆ, ਪਰ ਜਿਹੜਾ ਉਹਨੂੰ ਫਿਲ ਅਪ ਕਰਨੇ ਦਾ ਬੰਦਾ ਆਪਣੀ ਕੋਠੀ ਤੇ ਤਾਂ ਕਰੋੜ ਛੱਡ ਕੇ 2 ਕਰੋੜ ਰੁਪਇਆ ਲਗਾ ਦੂਗਾ। ਅਗਰ ਉਹਨੂੰ ਇੱਕ ਬੋਰਾ ਸੀਮੈਂਟ ਦਾ ਜੇ ਸੜਕ ਦੇ ਪਾਣੀ ਲਈ ਕਹਿ ਦੋ ਨਾ, ਤੇ ਉਹ ਨਹੀਂ ਉਹ ਕਰਦੇ। ਇਹ ਪਲੰਬਰਾਂ ਨੂੰ ਤੁਸੀਂ ਕੰਪਲਸਰੀ ਕਰ ਦਿਓ ਕਿ ਜਦੋਂ ਸੜਕ ਪੱਟੀ ਜਾਏ ਕਿ ਤੁਸੀਂ ਉਹਦੇ ਤੇ ਬਜਰੀ ਜ਼ਰੂਰ ਪਾਣੀ ਹੈ, ਕਿਉਂਕਿ ਇਹ ਸੜਕ ਕਿਸੇ ਇਕੱਲੇ ਬੰਦੇ ਦੀ ਨਹੀਂ, ਤਾਂ ਸਾਰੇ ਲੋਕਾਂ ਨੇ ਨਗਰ ਹੁੰਦਾ ਜਦੋਂ ਸੜਕ ਖਿਲਰਦੀ ਹੈ। ਚੇਚੀ ਸਾਹਿਬ, ਮੈਂ ਕਿਹਾ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਤੁਸੀਂ ਜਿਹੜੀਆਂ ਦੱਸੀਆਂ ਇਹ ਤਕਰੀਬਨ ਸਹੀ ਆ ਸਾਰੀਆਂ, ਇਹਨਾਂ ਨੂੰ ਆਪਾਂ ਬੈਠ ਕੇ ਹੱਲ ਕਰ ਲਾਂਗੇ। ਹਾਂਜੀ, ਇੱਕ ਲਾਸਟ ਚ ਰਹਿ ਗਈ ਐਕਸ਼ਨ ਸਾਹਿਬ ਬੈਠੇ ਮੇਰੇ ਨਾਲ। ਹਾਂਜੀ ਜਿਹੜੇ ਹੁਸ਼ਿਆਰਪੁਰ ਦਾ ਮੰਡੀ ਬੋਰਡ ਹੈ, ਹਾਂਜੀ ਤੁਹਾਡੀ ਉਹ ਨੌਲੇਜ ਹੀ ਹੈ ਕਿ ਜਿਹੜੇ ਸੀਵਰੇਜ ਪੈਂਦੇ, ਕਿ ਤੁਸੀਂ ਕਦੀ ਵੀ ਕਿਸੇ ਆਫੀਸਰ ਨੇ ਇਹ ਗੱਲ ਕਦੀ ਨਹੀਂ ਨੋਟ ਕੀਤੀ ਕਿ ਜਿਹੜੀਆਂ ਉੱਥੇ ਗਟਰ ਦੇ ਢੱਕਣ ਲੱਗੇ ਨੇ ਮੇਨ ਹਾਲ ਦੇ, ਉਹ 7-7 8-8 ਇੰਚ ਉੱਚੇ ਆ? ਤੁਸੀਂ ਕਦੀ ਗੌਰ ਨਹੀਂ ਕੀਤਾ ਇਸ ਗੱਲ ਤੇ ਕਿ ਉਹਨਾਂ ਐਕਸੀਅਨ ਨੂੰ ਜਾਂ ਐਸਸੀ ਨੂੰ ਕਿਸੇ ਨੂੰ ਬੁਲਾ ਕੇ ਪੁੱਛੀਏ ਕਿ ਇਹ ਜਿਹੜਾ ਏਡੇ ਉੱਚੇ ਬਣੇ ਆ? ਅਜੀਬ ਗੱਲ ਹੈ ਯਾਰ। ਆ ਦੇਖੋ ਕਾਰਪੋਰੇਸ਼ਨ ਦੇ ਬਿਲਕੁਲ ਮੋਰੇ, ਮੇਰੇ ਸਾਹਿਬ ਮੇਰੀ ਰਿਕੁਐਸਟ ਹੈ, ਬਿਲਕੁਲ ਮੋਰੇ 8 ਇੰਚ ਦੇ ਕਰੀਬ ਉੱਚਾ ਹੈ।
ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ 8 ਟੈਂਕ, ਸੈਸ਼ਨ ਚੌਂਕ ਤੋਂ ਜਿਹੜਾ ਰਾਮਗੜੀਆ ਗੁਰਦੁਆਰਾ ਹੈ ਉਹਦੇ ਬਿਲਕੁਲ ਮੇਨ 6 ਇੰਚ ਉੱਚੀ। ਕੋਈ ਨਹੀਂ ਪੁੱਛਿਆ ਕਿਸੇ ਨੇ, ਕਿਸੇ ਆਫੀਸਰ ਸੇ ਐਨੇ ਆਪਣੇ ਬੈਠੇ ਨੇ, ਕਿਸੇ ਨੇ ਨਹੀਂ ਦੇਖਿਆ। ਉਸ ਉਹਨਾਂ ਬੰਦਿਆਂ ਨੇ ਐਕਸੀਐਨ ਨੂੰ ਜਾਂ ਐਕਸੀ ਨੂੰ ਬੁਲਾ ਕੇ ਪੁੱਛਣਾ ਕਿ ਯਾਰ ਜਿਹੜੇ ਤੁਹਾਡੇ ਠੇਕੇਦਾਰ ਆ ਤੁਸੀਂ ਉਹਨਾਂ ਨੂੰ ਦਿੱਤਾ ਕੰਮ ਕਦੀ ਨਹੀਂ ਦੇਖਦੇ, ਉਹਨਾਂ ਨੂੰ ਕਲੀਅਰੈਂਸ ਤੁਸੀਂ ਕਿਸ ਬਿਹਾਫ ਤੇ ਆਇਡੈਂਟੀਫਾਈ ਕਰਦੇ ਹੋ। ਬਸ ਇੰਨੀ ਬੇਨਤੀ ਹੈ। ਐਮਸੀ ਸਾਹਿਬ ਜੀ, ਆਪਾਂ ਜਿਹੜੀ ਤੁਹਾਡੀ ਸਮੱਸਿਆ ਉਹਨਾਂ ਨੂੰ ਆਪਾਂ ਕਹਿ ਦਿਆਂਗੇ, ਜਿਹੜੇ ਸਾਡੇ ਸੀਵਰੇਜ ਬੋਰਡ ਦੇ ਅਧਿਕਾਰੀ ਆ, ਕਿ ਉਹਨਾਂ ਨੂੰ ਆਪਾਂ ਦਿਖਾ ਦਿਆਂਗੇ, ਤੁਹਾਨੂੰ ਆਪਾਂ ਨਾਲ ਲੈ ਕੇ ਭੇਜਾਂਗੇ, ਉਹਨੂੰ ਕਹੂੰਗਾ ਜਾ ਕੇ ਦੇਖ ਕੇ ਆਓ। ਮੇਅਰ ਸਾਹਿਬ ਹਾਂਜੀ 2 ਮਿੰਟ ਲੈਣੇ ਸੀਗੇ। ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਨਕਸ਼ਿਆਂ ਦੀ। ਠੀਕ ਹੈ ਕੋਈ ਵੀ ਨਕਸ਼ਾ ਆਨਲਾਈਨ ਅਪਲਾਈ ਕਰਦਾ, ਹਾਂਜੀ ਇੱਕ ਛੋਟਾ ਜਿਹਾ ਸੁਜੈਸ਼ਨ ਹੈ, ਕੋਈ ਕੰਪਲੇਂਟ ਨਹੀਂ ਹੈਗੀ। ਠੀਕ ਹੈ ਕੋਈ ਵੀ ਨਕਸ਼ਾ ਆਨਲਾਈਨ ਅਪਲਾਈ ਕਰਦਾ, ਕਾਈਂਡਲੀ ਉਹਨੂੰ ਟਾਈਮ ਬਾਉਂਡ ਕਰ ਦਿਓ। ਠੀਕ ਹੈ 1 ਮਹੀਨੇ ਦਾ ਟਾਈਮ ਬਾਉਂਡ ਕਰ ਦਿਓ, 2 ਮਹੀਨੇ ਦਾ ਟਾਈਮ ਬਾਉਂਡ ਕਰ ਦਿਓ। ਬੰਦਾ ਲਾਰਿਆਂ 'ਚ ਨਾ ਰਹੇ, ਬੰਦੇ ਦੀਆਂ ਜੁੱਤੀਆਂ ਘਰ ਜਾਂਦੀਆਂ, ਇੱਥੇ ਗੇੜੇ ਮਾਰਦਾ ਰਹਿੰਦਾ ਬੰਦਾ। ਜਿਹਨੇ ਨਕਸ਼ਾ ਅਪਲਾਈ ਕੀਤਾ ਉਹਦਾ ਪਤਾ ਲੱਗਦਾ ਯਾਰ ਮੁੜ ਕੇ ਨਕਸ਼ਾ ਜਿਹੜਾ ਆ ਡਿਸਅਪਰੂਵ ਕਰਦਾ। ਐਕਸ਼ਨ ਸਾਹਿਬ ਸਾਡੇ ਕੋਲ ਬੈਠੇ, ਕੁਲਦੀਪ ਜੀ, ਇਹਨਾਂ ਨੂੰ ਜਰਾ ਛੇਤੀ ਕਰਾ ਦਿਓ। ਕਾਈਂਡਲੀ ਐਕਸ਼ਨ ਸਰ, ਕਾਈਂਡਲੀ ਜਿਹੜਾ ਵੀ ਨਕਸ਼ਾ ਅਪਲਾਈ ਕਰਦਾ ਉਹਨੂੰ ਟਾਈਮ ਬਾਉਂਡ ਕਰ ਦਿਓ ਪਲੀਜ਼। ਮੇਰੇ ਸਾਹਿਬ ਮੇਰੇ ਪੋਰਟਲ ਦੇ ਵਿੱਚ ਕੋਈ ਨਹੀਂ, ਮੇਰੇ ਕੋਲ ਜਦੋਂ ਆਉਂਦਾ ਮੈਂ ਉਦੋਂ ਹੀ ਕਰ ਦਿੰਦਾ। ਕਈ ਵਾਰ ਕੀ ਹੁੰਦਾ ਸਿਸਟਮ ਦੇ ਵਿੱਚ ਜਦੋਂ ਚੰਡੀਗੜ੍ਹ ਨਕਸ਼ਾ ਇੱਥੋਂ ਜਾਂਦਾ ਉੱਥੋਂ ਹੀ 15 ਦਿਨ ਲੱਗ ਜਾਂਦੇ ਆ ਇੱਥੋਂ ਨੂੰ ਆਉਣ ਨੂੰ। ਉਹ ਜਿਹੜਾ ਸਿਸਟਮ ਆ ਅਸੀਂ ਉਹਨਾਂ ਨੂੰ ਰੋਜ਼ ਲੈਟਰ ਲਿਖਦੇ ਆ ਕਿ ਜਦੋਂ ਨਕਸ਼ਾ ਨੂੰ ਆਨਲਾਈਨ ਸਿਸਟਮ ਹੈਗਾ ਤੇ ਇਹਨਾਂ ਨੂੰ ਜਿਹੜਾ ਨਕਸ਼ਾ ਅੱਜ ਅਪਲਾਈ ਹੋਵੇ ਉਹ ਸਾਨੂੰ ਅੱਜ ਹੀ ਸ਼ੋ ਹੋ ਜਾਣਾ ਚਾਹੀਦਾ। ਕੁਲਦੀਪ ਭਾਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ, ਜੋ ਮੇਰੇ ਛੋਟੇ ਵੀਰ ਨੇ ਗੱਲ ਬੋਲੀ ਆ ਬਹੁਤ ਸਹੀ ਬੋਲੀ ਆ। ਮੈਂ ਥੋੜੇ ਦਿਨ ਦੀ ਤੁਹਾਨੂੰ ਗੱਲ ਦੱਸਦਾ ਵਾਂ। ਇੱਕ ਸਾਡੇ ਇੱਥੇ ਕਾਰਪੋਰੇਸ਼ਨ ਦੇ ਅਫਸਰ ਆ, ਮੈਂ ਤੁਹਾਨੂੰ ਨਾਮ ਵੀ ਦੱਸ ਸਕਦਾ ਵਾਂ। ਇੱਕ ਕਮੇਟੀ ਵਿਆਰ ਦੇ ਵਿੱਚ ਨਕਸ਼ਾ ਬਣਾਉਂਦੇ ਆ ਨਕੜਾ ਜੀ, ਉਹ ਇੱਕ ਉਹਨਾਂ ਕੋਲ ਲੜਕਾ ਗਿਆ ਕੋਈ ਨਕਸ਼ਾ ਬਣਾਉਣਾ, ਸਾਰਾ ਉਸ ਆਫੀਸਰ ਨਾਲ ਗੱਲ ਕਰਾਈ, ਸਾਰਾ ਕੁਝ ਅਪਲਾਈ ਕਰਾਤਾ, ਜੋ ਪੈਸੇ ਸੀਗੇ ਜਮ੍ਹਾਂ ਕਰਾਤੇ। ਉਹ ਪਰ ਜਮ੍ਹਾਂ ਕਰਾਉਣ ਤੋਂ ਬਾਅਦ ਕਹਿੰਦੇ ਤੂੰ ਆਪਣੀ ਜਾ ਕੇ ਨਾ ਜਾ ਦੁਕਾਨ ਜਾ ਕੇ ਸ਼ੁਰੂ ਕਰ ਲੈ ਇਹ 14 ਤੋਂ ਪਾਰ। ਮੁੜ ਕੇ ਉਹਨੇ ਕੁਝ ਪੈਸੇ ਮੰਗੇ, ਉਹਨੂੰ ਲੜਕੇ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਅਫਸਰ ਨੇ ਜਾ ਕੇ ਜੇਬੀਸੀ ਨਾ ਉਹਦੀਆਂ ਨੀਹਾਂ ਤੱਕ ਤੁੜਵਾਤੀਆਂ। ਇਦਾਂ ਦੀਆਂ ਨਜਾਇਜ਼ ਪ੍ਰਾਪਰਟੀਆਂ ਹੁਸ਼ਿਆਰਪੁਰ ਚ ਇੰਨੀਆਂ ਬੜੀਆਂ ਪਈਆਂ, ਉਹ ਤੋੜਨ ਤੇ ਆ ਜਾਂਦੇ, ਸ਼ਹਿਰ ਮੇਰੇ ਖਿਆਲ ਨਾਲ ਸਾਰਾ ਖਾਲੀ ਹੋ ਜਾਊਗਾ। ਐਮਸੀ ਸਾਹਿਬ ਤੁਸੀਂ ਜਦੋਂ ਇਹ ਮੇਰੀ ਪਲੀਜ਼ ਮੇਰੀ ਗੱਲ ਸੁਣੋ। ਮੇਰੀ ਇਸ ਮੁੱਦੇ ਤੇ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ। ਕਮਿਸ਼ਨਰ ਸਾਹਿਬ ਕਹਿੰਦੇ ਵੀ ਮੈਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਨਹੀਂ ਪਤਾ, ਪਰ ਜਦੋਂ ਉਹਨਾਂ ਦੀ ਮੈਂ ਨੌਲੇਜ ਦੇ ਵਿੱਚ ਪਾਈ ਤੇ ਕਮਿਸ਼ਨਰ ਕਹਿੰਦੇ ਚਲੋ ਇਹਨੂੰ ਦੁਬਾਰਾ ਬਣਾ ਲਵੇ। ਲੇਕਿਨ ਉਸ ਗਰੀਬ ਦੀ ਜੋ ਨੁਕਸਾਨ ਉਸ ਆਪਣੇ ਚੰਦ ਜੇਬ ਗਰਮ ਨੇ ਕੀਤਾ, ਉਹ ਕੌਣ ਦੀ ਭਰਪਾਈ ਕਰੇਗਾ? ਆਹ ਸਾਡੇ ਹਾਲ ਕੁਝ ਅਫਸਰਾਂ ਦਾ ਵਾ, ਲੇਕਿਨ ਸਾਡੇ ਅਫਸਰ ਬਹੁਤ ਚੰਗੇ ਆ। ਮੈਂ ਇੱਥੇ ਹੀ ਕਾਰਪੋਰੇਸ਼ਨ ਦੇ ਵਿੱਚ ਵੱਡਾ ਹੋਇਆ, ਇੱਥੇ ਤੱਕ ਪਹੁੰਚਿਆ ਵਾ, ਤੇ ਲੇਕਿਨ ਕੁਝ ਜਿਹੜੇ ਅਫਸਰ ਹੈਗੇ ਆ ਜਿਹੜੇ ਪਬਲਿਕ ਨੂੰ ਪਰੇਸ਼ਾਨ ਕਰਦੇ ਪਏ ਆ, ਪਰ ਪਬਲਿਕ ਨੂੰ ਵੀ ਸਾਡੇ ਸਾਰੇ ਐਮਸੀਆਂ ਨੂੰ ਦੇਖਣਾ, ਢਾਡਿਆਂ ਦੇਖਣਾ, ਮੇਅਰ ਸਾਹਿਬ ਨੂੰ ਦੇਖਣਾ ਕਿ ਅਸੀਂ ਆਪਣੀ ਸੁਣਵਾਈ ਅਸੀਂ ਇਹਨਾਂ ਕੋਲ ਰੱਖੀਏ, ਲੇਕਿਨ ਅਫਸਰਾਂ ਦੇ ਸਿਰ ਤੇ ਨਕਸ਼ੇ ਦੇ ਪ੍ਰਤੀ ਕੋਈ ਚੂਹ ਨਹੀਂ ਸਰਕਦੀ। ਸਰ ਇਹ ਸਾਹ ਗੱਲ ਤਾਂ ਬੜੀ ਮਾੜੀ ਹੈ, ਕਿਉਂਕਿ ਬੇਸਿਕਲੀ ਜਿਹੜਾ ਗਰੀਬ ਬੰਦਾ ਤੁਹਾਨੂੰ ਪਤਾ ਹੈ ਅੱਗੇ ਜਾਣ ਕੇ ਬਸੀ ਹੋਈ ਜਿਹੜਾ ਕਿੱਦਾਂ ਕਰਕੇ ਅਗਲੇ ਪੈਸੇ ਕਰਕੇ ਨਹੀਂ ਕਰਾਉਂਦੇ ਆ। ਇਦਾਂ ਨਹੀਂ ਹੈ, ਕਿਉਂਕਿ ਇਦਾਂ ਦੀਆਂ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਆਪ ਵੀ ਜਿਹੜਾ ਦੇਖਿਆ ਹੋਵੇਗਾ। ਅੱਜ ਮੈਂ ਅੱਜ ਹੀ ਦਾ ਪਤਾ ਕਰ ਲੈਣਾ ਵੀ ਮੈਂ ਲੜਕੇ ਨੂੰ ਬੁਲਾ ਲੈਣਾ ਜੀ, ਉਹ ਜਿਹੜਾ ਅਫਸਰ ਸੀਗਾ। ਮੇਰੀ ਬੇਨਤੀ ਆ, ਮੈਨੂੰ ਮੈਂ ਹੁਣੇ ਪੁੱਛ ਲੈਣਾ, ਮੈਂ ਨਾਲ ਦੱਸ ਦਿੰਦਾ। ਮੇਰੀ ਬੇਨਤੀ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਮੇਰਾ ਨੰਬਰ ਸਾਰਿਆਂ ਕੋਲ ਹੈ। ਨਹੀਂ ਜੀ ਕੁਲਦੀਪ ਭਾਜੀ, ਮੈਂ ਨਾ ਹੁਣੇ ਮੀਟਿੰਗ ਕਰਨਾ। ਜੇ ਤੁਹਾਡੇ ਕੋਈ ਪੈਸੇ ਮੰਗਦਾ ਜਾਂ ਤੁਹਾਨੂੰ ਕੋਈ ਖਰਾਬ ਕਰਦਾ, ਪਬਲਿਕ ਨੂੰ ਕੋਈ ਖਰਾਬ ਕਰਦਾ, ਮੈਂ ਬਿਲਕੁਲ 24 ਘੰਟੇ ਮੈਂ ਰਾਤ 11 ਵਜੇ ਤੱਕ ਵੀ ਨਕਸ਼ੇ ਕੋਈ ਆਪਣੇ ਪੋਰਟਲ ਦੇਖ ਕੇ ਸੌਂਦਾ ਕਿ ਕੁਲਦੀਪ ਜੀ ਤੁਹਾਡੇ ਤੇ ਸਾਨੂੰ ਤੁਹਾਡੇ ਤੇ ਕੋਈ ਡਰ ਨਹੀਂ, ਲੇਕਿਨ ਤੁਸੀਂ ਥੋੜਾ ਫੋਕਸ ਇਦਾਂ ਦੇ ਅਫਸਰਾਂ 'ਤੇ ਕਰੋ। ਮੈਂ ਹੁਣੇ ਮੀਟਿੰਗ ਦੇ ਦੌਰਾਨ ਲੜਕੇ ਨੂੰ ਬੁਲਾ ਲੈਣਾ, ਉਹ ਬਾਈ ਨੇਮ ਨਾਮ ਲਵੇਗਾ, ਕਿਉਂਕਿ ਮੈਂ ਇੱਕ ਰਾਜਨੀਤਿਕ ਬੰਦਾ ਵਾਂ। ਸ਼ਾਇਦ ਮੈਂ ਕਿਸੇ ਨੂੰ ਮਗਰ ਲੱਗ ਕੇ ਕਹਿਤਾ, ਲੇਕਿਨ ਜਿਹੜਾ ਪੀੜਤ ਆ ਉਹ ਤਾਂ ਸਹੀ ਅੱਗੇ ਗਏਗਾ ਨਾ। ਹਾਂ ਤੁਸੀਂ ਮੇਰੀ ਗੱਲ ਸਮਝੋ ਕਿ ਕਮਿਸ਼ਨਰ ਸਾਹਿਬ ਦੇ ਬੋਲ ਇਹ ਸੀਗੇ, ਇਹ ਜੋ ਕੁਝ ਮਿਲੀ ਭਗਤ ਉਹ ਨਕਸ਼ਾ ਨਵੀਸ ਨੇ ਕਰਾਈ ਆ, ਜਿਹਨੇ ਨਕਸ਼ਾ ਬਣਾਇਆ ਬਈ, ਲੇਕਿਨ ਚੱਲ ਤੂੰ ਜਾ ਕੇ ਦੁਕਾਨਦਾਰਾ ਬਣਾ ਲਾ। ਲੇਕਿਨ ਪਰ ਜਿਹੜੀ ਨੀਆਂ ਕੰਧਾਂ ਚੱਕੀਆਂ ਜਾ ਕੇ ਢਾਤਾ, ਮੈਂ ਤੇਰੀ 50 ਪ੍ਰਾਪਰਟੀ ਦੱਸੂਗਾ ਜਿੰਨੇ ਤੁਸੀਂ ਢਾਂਦੀ ਹਿੰਮਤ ਨਹੀਂ ਤੁਹਾਡੇ ਚ। ਇੱਕ ਗਰੀਬ ਬੰਦੇ ਦੀ ਜਾ ਕੇ ਪ੍ਰਾਪਰਟੀ ਢਾਤੀ ਤੁਸੀਂ ਜਾ ਕੇ। ਕਿਹੜੇ ਬਿਲਡਿੰਗ ਇੰਸਪੈਕਟਰ ਨੇ ਇਦਾਂ ਮੈਂ ਹੁਣੇ ਲੋ ਜੀ, ਮੈਂ ਸਾਰੇ ਮੇਰ ਸਾਹਿਬ ਤੁਸੀਂ ਇਹਨੂੰ ਭੱਟੀ ਸਾਹਿਬ ਕੋਈ ਵਾਲੀ ਮੀਟਿੰਗ ਤੋਂ ਬਾਅਦ ਆਪਾਂ ਮੇਰ ਸਾਹਿਬ ਹਾਂਜੀ ਹਾਂਜੀ ਮੇਰ ਸਾਹਿਬ ਥੋੜੀ ਜਿਹੀ ਸੁਜੈਸ਼ਨ ਹੋਰ ਸੀਗੀ। ਹਾਂਜੀ ਦੂਜੀ ਇਹ ਆ ਕਿ ਜਿਹੜੇ ਆਊਟਰ ਵਾਰਡ ਹੈਗੇ ਨਾ, ਹਾਂਜੀ। ਚਲੋ ਸਿਟੀ ਦੇ ਵਿੱਚ ਵੀ ਪ੍ਰੋਬਲਮ ਹੈਗੀ, ਪਰ ਜਿਹੜੇ ਆਊਟਰ ਵਾਰਡ ਆ ਨਾ, ਸਪੈਸ਼ਲੀ ਮੇਰਾ ਵਾਰਡ ਹੈ ਜਿਹੜਾ, ਠੀਕ ਹੈ। ਮੇਰੇ ਸਾਹਿਬ ਉੱਥੇ ਸਟ੍ਰੇ ਡੌਗਸ ਦੀ ਬਹੁਤ ਵੱਡੀ ਪ੍ਰੋਬਲਮ ਆ। ਜਿਹੜੇ ਅਵਾਰਾ ਜਾਨਵਰ ਆ, ਸਪੈਸ਼ਲੀ ਕੁੱਤੇ ਆ, ਮੇਰੇ ਸਾਹਿਬ ਕਈ ਤਾਂ ਰੇਬੀਜ਼ ਦੇ ਹੈਗੇ ਆ,
ਕਈਆਂ ਨੂੰ ਹਲਕਾ ਹੋਇਆ, ਕਈਆਂ ਨੂੰ ਰਿਵੀਜ਼ ਹੋਇਆ, ਵੱਢਣ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਉਹਦੇ ਵਾਸਤੇ ਐਸਪੀ ਸਾਹਿਬ ਜਿਹੜਾ ਟੈਂਡਰ ਹੋ ਗਿਆ ਆਪਣੇ ਕਿਤੇ ਐਕਸ਼ਨ ਸਾਹਿਬ ਉਹਦਾ ਭਲਾ ਹੋ ਗਿਆ ਟੈਂਡਰ ਨਾ ਜਿਹੜਾ ਕੁੱਤਿਆਂ ਜਿਹੜਾ ਫੰਡ ਵਾਲਾ ਅਜੇ ਹੋਇਆ ਨਹੀਂ ਉਹਨੂੰ ਕਾਈਂਡਲੀ ਸਰ ਪ੍ਰੈਫਰੈਂਸ ਦੇ ਤੌਰ ਤੇ ਨਹੀਂ ਬਚਿੱਤਰ ਜੀ ਭਾਜੀ ਬਿਲਕੁਲ ਸਹੀ ਗੱਲ ਆ। ਮਤਲਬ ਵੱਡੀ ਸਾਹਿਬ ਪਤਾ ਕੀ ਆ ਹਾਂਜੀ ਹਾਂਜੀ ਜਿਹੜੀ ਕੁੱਤਿਆਂ ਦੀ ਗੱਲ ਕਰ ਰਹੇ ਆ ਵਕੀਲ ਸਾਹਿਬ ਵੀ ਮੇਰੇ ਐਸਪੀ ਸਾਹਿਬ ਵਾਕਈ ਬਹੁਤ ਪਰੇਸ਼ਾਨੀਆਂ ਮੇਰੇ ਹਿਸਾਬ ਨਾਲ ਇੱਕ ਜਿੱਦਾਂ ਗਊਸ਼ਾਲਾ ਬਣਦੀਆਂ ਇੱਕ ਅਲੱਗ ਡੌਗ ਹਾਊਸ ਬਣਾਇਆ ਜਾਵੇ ਕਿਉਂਕਿ ਜਿਹੜਾ ਤੁਸੀਂ ਟੈਂਡਰ ਲਗਾਉਂਦੇ ਜਿਹੜਾ ਇੱਕ ਇੰਜੈਕਸ਼ਨ ਕੁੱਤੇ ਨੂੰ ਚੱਕ ਲਿਆ ਇੰਜੈਕਸ਼ਨ ਲਗਾ ਕੇ ਦੁਬਾਰਾ ਛੱਡ ਦਿੰਦੇ ਆ ਬਾਅਦ ਵਿੱਚ ਕੁੱਤੇ ਫਿਰ ਵੱਧਦੇ ਆ ਪਰ ਇਹਨਾਂ ਨੂੰ ਜਿਹੜੇ ਅਵਾਰਾ ਕੁੱਤੇ ਆ ਨਾ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਦੂਸਰਾ ਮੇਰਾ ਜਿਹੜਾ ਵਾਰਡ ਆ ਉਹਦੇ ਵਿੱਚ ਸੂਰਜ ਨਗਰ 'ਚ ਇੱਕ ਟਿਊਬਲ ਲੱਗਾ ਆ ਉਹ ਟਿਊਬਲ ਸੂਰਜ ਨਗਰ 'ਚ 5 ਮੁਹੱਲਿਆਂ ਨੂੰ ਪਾਣੀ ਦਿੰਦਾ ਪਰ ਇਸ ਵੇਲੇ ਏਰੀਆ ਡਿਵੈਲਪ ਜ਼ਿਆਦਾ ਹੋਣ ਦੇ ਨਾਲ ਪਾਣੀ ਪੂਰਾ ਨਹੀਂ ਪਹੁੰਚਦਾ ਜਿਹੜਾ ਹੁਣ ਜਿੱਦਾਂ ਤੁਸੀਂ ਪਹਿਲਾਂ ਕਿਹਾ ਗਰਮੀਆਂ 'ਚ ਦਿੱਕਤ ਆਉਂਦੀ ਆ ਮੇਰੀ ਇੱਕ ਸਮੱਸਿਆ ਦਾ ਇਹਦਾ ਹੱਲ ਕੀਤਾ ਜਾਵੇ ਪਾਣੀ ਦਾ ਟਿਊਬਲ ਦੀ ਮੈਂ ਬਹੁਤ ਦੇਰ ਦੀ ਮੰਗ ਕੀਤੀ ਆ। ਦੂਸਰਾ ਇੱਕ ਟਿਊਬਲ ਦਾ ਫਿਲਹਾਲ ਜਿਹੜਾ ਟਿਊਬਲ ਲੱਗਣ ਨੂੰ ਟਾਈਮ ਲੱਗਣਾ ਫਿਲਹਾਲ ਟਿਊਬਲਾਂ ਦਾ ਜਿਹੜਾ ਟਾਈਮ ਆ ਚਲਾਉਣ ਦਾ ਤਾਂ ਬੰਦ ਕਰਨ ਦਾ ਇਹਨੂੰ ਵਧਾ ਦਿੱਤਾ ਜਾਵੇ। ਮੇਰੇ ਸਾਹਿਬ ਉਹਨਾਂ ਨੂੰ ਬੁਲਾਏ ਜਾਣ ਵਾਪਸ ਤਬਾਡਾ 'ਚ ਭੇਜੇ ਨਾ ਮੇਰੇ ਖਿਆਲ ਦੇ ਨਾਲ ਜਿੰਨੇ ਹੁਣ ਹੈਗੇ ਆ ਨਾ ਲੋੜ ਨਹੀਂ ਪੈਣੀ ਨਵੇਂ ਰੱਖਣ ਦੀ ਜਿੰਨੇ ਵੀ ਆਪਾਂ ਅਫਸਰਾਂ ਤੋਂ ਵਾਪਸ ਬੁਲਾ ਲਵਾਂਗੇ ਸਫਾਈ ਸੇਵਕ ਵਾਰਡਾਂ 'ਚ ਲਾ ਕੇ ਨਾ ਮੇਰੇ ਸਾਹਿਬ ਖਲਾਰਾ ਸਫਾਈ ਦੀ ਇਸ਼ੂ ਸੋਲਵ ਹੋ ਜਾਣਾ। ਇਹਨਾਂ ਨੂੰ ਪੁੱਛੋ ਕਿਉਂਕਿ ਜਿੰਨੀ ਵਾਰ ਵੀ ਆਪਾਂ ਸਫਾਈ ਦੀ ਕੰਪਲੇਂਟ ਕਰੀਏ ਨਾ ਇੱਕੋ ਹੀ ਗੱਲ ਹੁੰਦੀ ਆ ਵੀ ਅਫਸਰਾਂ ਦੇ ਘਰ ਗਏ ਆ ਕਿਹੜੇ ਅਫਸਰਾਂ ਦੇ ਘਰ ਗਏ ਆ ਕਾਰਪੋਰੇਸ਼ਨ ਕੋਲ ਤਨਖਾਹਾਂ ਲੈਂਦੇ ਆ ਕੰਮ ਮੇਰੇ ਸਾਹਿਬ ਅਫਸਰਾਂ ਦਾ ਕਰਦੇ ਪਏ ਆ ਜੁੱਤੀਆਂ ਕਾਉਂਸਲਰ ਦੇ ਵੱਜਦੀਆਂ ਤੁਸੀਂ ਸਹੀ ਗੱਲ ਆ ਮੇਰੇ ਸਾਹਿਬ। ਜਦੋਂ ਦੇ ਅਸੀਂ ਇਹ ਕਾਉਂਸਲਰ ਬਣੇ ਆ ਮੇਰੇ ਵਾਰਡ 'ਚ ਨਾ 4 ਪਹਿਲਾਂ ਬੋਲਦੇ ਸੀਗੇ ਕਾਗਜ਼ਾਂ 'ਚ ਕਿ 4 ਸਫਾਈ ਸੇਵਕ ਆ ਇੱਕ ਸਫਾਈ ਸੇਵਕ ਆਂਦਾ ਉਹ ਵੀ ਹਫ਼ਤੇ ਬਾਅਦ ਜਾਂ 15 ਦਿਨਾਂ ਬਾਅਦ ਜਦੋਂ ਵੀ ਉਹਨੂੰ ਪੁੱਛਿਆ ਜਾਵੇ ਉਹ ਇੰਨੀ ਗੱਲ ਕਹਿੰਦਾ ਕਿ ਮੇਰੀ ਡਿਊਟੀ ਕਿਤੇ ਹੋਰ ਲੱਗੀ ਸੀ ਮੈਂ ਅੱਜ ਆਇਆ ਜਦੋਂ ਵੀ ਆਂਦਾ ਮਤਲਬ ਸਿਰਫ ਉਹ ਇਦਾਂ ਆਂਦਾ ਵਾ ਪੈਂਟ ਸੂਟ ਬੂਟ ਵਧੀਆ ਪਾ ਕੇ 15 ਮਿੰਟ ਲਈ ਜਾਂ 10 ਮਿੰਟ ਲਈ ਗੇੜਾ ਮਾਰਦਾ ਐਕਟਿਵਾ ਤੇ ਆਂਦਾ ਚੱਲ ਜਾਂਦਾ ਵਾ ਕੋਈ ਗਲੀ ਨਹੀਂ ਕਰਦਾ। ਜੇ ਮੈਂ ਪ੍ਰਾਈਵੇਟ ਬੰਦੇ ਨਾ ਰੱਖੇ ਹੋਣ ਤੇ ਮਤਲਬ ਮਹੱਲੇ ਦਾ ਬਹੁਤ ਬੁਰਾ ਹਾਲ ਸਿਰਫ ਮੇਰੇ ਸਫਾਈ ਸੇਵਕਾਂ ਨੂੰ ਛੱਡੋ ਸਫਾਈ ਸੇਵਕ ਦਾ ਐਸਡੀਐਮ ਆਫਿਸ ਦੇ ਵਿੱਚ ਸਰ ਮੇਰੀ ਬੇਨਤੀ ਸੁਣੋ ਐਸਡੀਐਮ ਆਫਿਸ ਦੇ ਵਿੱਚ ਐਸਡੀਐਮ ਆਫਿਸ ਦੇ ਵਿੱਚ ਆਊਟਸੋਰਸ ਦੇ ਮੁਲਾਜ਼ਮ ਕਿਉਂ ਗਏ ਉਹਨਾਂ ਦਾ ਨਾਂ ਨਹੀਂ ਲੈਣਾ ਤੇ ਉਹਨਾਂ ਨੂੰ ਵੀ ਪਲੀਜ਼ ਬੁਲਾ ਲਓ। ਐਸਡੀਐਮ ਸਾਹਿਬ ਨੂੰ ਖੁਦ ਰਿਕਵੈਸਟ ਕਰੋ ਤੁਸੀਂ ਕਿ ਤੁਹਾਡੇ ਜਿਹੜੇ ਮੁਲਾਜ਼ਮ ਆ ਤੁਸੀਂ ਕਾਰਪੋਰੇਸ਼ਨ ਤੁਹਾਡੇ ਜਿਹੜੇ ਮੁਲਾਜ਼ਮ ਇੱਥੇ ਦੇ ਰਹਿਣ ਐਸਡੀਐਮ ਸਾਹਿਬ ਮੈਂ ਕਿਉਂਕਿ ਮੈਂ ਨਾ ਸਪੈਸ਼ਲ ਐਸਡੀਐਮ ਸਾਹਿਬ ਨੂੰ ਜਿਹੜੀ ਇਹਦੀ ਚਿੱਠੀ ਮੈਂ ਕਿਉਂਕਿ ਆਪਣੇ ਵੱਲੋਂ ਜਿਹੜੀ ਭੇਜ ਦਿੱਤੀ ਹੈਗੀ ਆ ਇਹਦੀ ਬਾਤ ਸਾਰੇ ਉਹ ਵੀ ਮੁਲਾਜ਼ਮ ਤੇ ਦੂਸਰੀ ਗੱਲ ਦੇਖ ਸੁਣਿਓ ਜੀ ਜਦੋਂ ਵੀ ਕਦੀ ਆਪਣੇ 100 ਦੇ ਕਰੀਬ 50 ਦੇ ਕਰੀਬ ਜਿਹੜੇ ਸਫਾਈ ਸੇਵਕ ਸਫਾਈ ਕਰਦੇ ਆ ਮੈਨੂੰ ਦਿਲੋਂ ਦੱਸਣੀ ਹੈ ਕਿ ਤੁਸੀਂ ਸਾਰੇ ਬੰਦਿਆਂ ਨੇ ਦੇਖਿਆ ਕਿਆ ਉਹ ਬੰਦੇ ਝਾੜੂ ਦਿਲੋਂ ਮਾਰਦੇ ਤੁਸੀਂ ਯਾਰ ਦੇਖੋ ਤੁਸੀਂ ਮਾਰੇ ਯਾਰ ਉਹਨਾਂ ਬੰਦਿਆਂ ਦੀ ਸੁਪਰਵਿਜ਼ਨ ਕਿਉਂ ਨਹੀਂ ਕਰਾਉਂਦੇ ਯਾਰ ਅਗਲੇ ਬੰਦੇ ਸਫਾਈ ਕਰਦੇ ਆ ਤੇ ਉਹਨਾਂ ਨੂੰ ਕੋਈ ਯਾਰ ਅਸੀਂ ਵੀ ਤਾਂ ਗੱਲਾਂ ਮੰਮੀ ਸਾਡੀ ਕੋਈ ਵੀ ਝਾੜੂ ਮਾਰਦੇ ਕੱਲਾ ਬੰਦਾ ਝਾੜੂ ਮਾਰਦਾ ਕਿੰਨਾ ਉਹ ਇੱਕ ਸੜਕ ਦੇ ਲਈ 100 ਚਾਹੀਦਾ ਬੰਦਾ ਉਹ 20 ਜੇ ਬੰਦੇ ਇੱਕ ਜਗ੍ਹਾ ਝਾੜੂ ਮਾਰਦੇ ਅਜੀਬ ਕੋਈ ਨਹੀਂ ਪੁੱਛਦਾ। ਐਮਸੀ ਸਾਹਿਬ ਮੇਰੀ ਗੱਲ ਸਫਾਈ ਸੇਵਕ ਜਿਹੜੇ ਆ ਬਾਰ-ਬਾਰ ਇੱਕੋ ਹੀ ਗੱਲ ਹੋ ਰਹੀ ਆ ਸਾਰਿਆਂ ਨੂੰ ਸ਼ੋਰਟੀ ਦਿੱਤੀ ਜਾਵੇ ਜਿਹੜੀ ਸਫਾਈ ਦੀ ਜਾਂ ਸੀਵਰੇਜ ਦੀ ਗੱਲ ਬਾਰ-ਬਾਰ ਆ ਰਹੀ ਆ ਹਰ ਇੱਕ ਕਾਉਂਸਲਰ ਦੀ ਸਮੱਸਿਆ ਹੈਗੀ ਆ ਗੁਰਦੁਆਰਾ ਇੱਕ ਮਿੰਟ ਮੈਨੂੰ ਗੱਲ ਕਰ ਲੈਂਦੇ ਆਪਣੀ ਪੂਰੀ ਗੱਲ ਕਰ ਲੈਂਦੇ ਅੱਜ ਦੇਖੋ ਇਹ ਬਹੁਤ ਸੀਰੀਅਸ ਇਸ਼ੂ ਸੀਗਾ ਅੱਜ ਬਜਟ ਦੀ ਮੀਟਿੰਗ ਚੱਲਦੀ ਪਈ ਆ ਦੇਖੋ ਅਸੀਂ ਸਾਰਿਆਂ ਨੇ ਆਪਣੇ ਵਾਰਡ ਦੇ ਡਿਵੈਲਪਮੈਂਟ ਦੇ ਕੰਮ ਕਰਨੇ ਆ ਕਰਾਉਣੇ ਆ ਉਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ। ਜਿਹੜੀ ਅੱਜ ਦੀ ਮੇਨ ਗੱਲ ਹੈ ਜੀ ਤੁਸੀਂ ਦੇਖੋ ਜਿਹੜਾ ਸਾਡਾ ਡਿਵੈਲਪਮੈਂਟ ਦਾ 60% ਸੀਗਾ ਇਸ ਬਜਟ ਦੇ ਵਿੱਚ 6ਵਾਂ ਜਿਹੜਾ ਵਿੱਤ ਕਮਿਸ਼ਨ ਲਾਗੂ ਹੋਣ ਕਰਕੇ ਉਹ 37% ਰਹਿ ਗਿਆ ਜਿਹੜਾ ਮੇਨ ਸਾਡਾ ਇਸ਼ੂ ਹੈਗਾ ਦੇਖੋ ਉਹਦੇ ਵੱਲ ਤੁਹਾਡਾ ਧਿਆਨ ਨਹੀਂ ਜਾ ਰਿਹਾ। ਜੇਕਰ ਕਾਰਪੋਰੇਸ਼ਨ ਦੇ ਕੋਲ ਪੈਸਾ ਆਊਗਾ ਸ਼ਹਿਰ ਦੇ ਵਿਕਾਸ ਦੇ ਕੰਮ ਕਰਾਉਣ ਵਾਸਤੇ ਅਸੀਂ ਤਾਂ ਹੀ ਕਰਾਵਾਂਗੇ ਜਦੋਂ ਜਿਹੜਾ ਇੱਕ ਮਿੰਟ ਜੇਤੀ ਸਾਹਿਬ ਤੁਹਾਡੀ ਗੱਲ ਮੈਂ ਬੜੇ ਪਿਆਰ ਦੇ ਨਾਲ ਸੁਣੀ ਹੈ ਪਹਿਲਾਂ ਮੇਰੀ ਗੱਲ ਸੁਣ ਲਿਓ ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਕਰ ਲਿਓ ਬਹੁਤ ਜ਼ਿਆਦਾ ਸਮਾਂ ਤੁਹਾਨੂੰ ਦਿੱਤਾ ਤੁਹਾਡੀਆਂ ਗੱਲਾਂ ਸੀ ਬਹੁਤ ਸੁਣੀਆਂ ਮੈਂ ਵੀ ਜਿਹੜੀ ਗੱਲ ਕਰੂੰਗਾ ਉਹ ਸਾਰਿਆਂ ਦੇ ਹਿੱਤ ਦੀ ਗੱਲ ਕਰੂੰਗਾ ਸ਼ਹਿਰ ਦੇ ਹਿੱਤ ਦੀ ਮੇਰਾ ਉਹਦੇ ਵਿੱਚ ਪਰਸਨਲ ਹਿੱਤ ਕੋਈ ਨਹੀਂ ਹੈਗਾ ਇੱਕ ਵਾਰੀ ਗੱਲ ਸੁਣ ਲਓ ਉਸ ਤੋਂ ਬਾਅਦ ਜੋ ਤੁਸੀਂ ਕਿੰਤੂ ਪਰੰਤੂ ਕਰਨਾ ਕਰ ਸਕਦੇ ਆ। ਜਿਹੜਾ 6ਵਾਂ ਵਿੱਤ ਕਮਿਸ਼ਨ ਲਾਗੂ ਹੋਇਆ ਉਹਦੇ ਕਰਕੇ ਇਹ ਤਾਂ ਮੰਨਦੇ ਆ ਨਾ ਕਿ ਜਿਹੜਾ ਸਾਡਾ ਬਜਟ ਹੈਗਾ ਉਹਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਕੱਟੇ ਗਏ ਆ ਔਰ ਜਿਹੜਾ ਮੁਲਾਜ਼ਮਾਂ ਨਾਲ ਸੰਬੰਧਿਤ 61% ਹੋ ਗਿਆ ਕਿਉਂਕਿ ਜਿਹੜੀਆਂ ਤਨਖਾਹਾਂ ਕਿਸੇ ਦੀਆਂ ਨਹੀਂ ਕੱਟੀਆਂ ਜਾ ਸਕਦੀਆਂ ਫਿਰ ਰਿਟਾਇਰਮੈਂਟਾਂ ਦਾ ਪੈਸਾ ਕਿਸੇ ਦਾ ਨਹੀਂ ਰੋਕਿਆ ਜਾ ਸਕਦਾ ਜਿਹੜੇ ਅਚਨਚੇਤ ਖਰਚੇ ਹੈਗੇ ਉਹ 3% 61% ਹੋ ਗਿਆ ਮੁਲਾਜ਼ਮਾਂ ਦਾ 3% ਹੋ ਗਿਆ ਅਚਨਚੇਤ ਉਸ ਤੋਂ ਬਾਅਦ 36% ਜਿਹੜਾ ਉਹ ਸਾਡਾ ਰਹਿ ਗਿਆ ਡਿਵੈਲਪਮੈਂਟ ਦਾ। ਅਸੀਂ ਸਾਰਿਆਂ ਨੇ ਵਾਰਡ ਦੇ
ਆਪਣੇ ਅਸੀਂ ਵਾਰਡ ਦੇ ਨੁਮਾਇੰਦੇ ਆ, ਅਸੀਂ ਡਿਵੈਲਪਮੈਂਟ ਦੀ ਗੱਲ ਕਰਨੀ ਆ। ਕਿਸੇ ਨੂੰ ਪਾਣੀ ਦੀ ਪ੍ਰੋਬਲਮ ਆ, ਕਿਸੇ ਨੂੰ ਸੀਵਰੇਜ ਦੀ ਪ੍ਰੋਬਲਮ ਆ, ਕਿਸੇ ਦੇ ਵਾਰਡ ਦੇ ਵਿੱਚ ਪਾਣੀ ਦੀ ਨਿਕਾਸੀ ਨਹੀਂ ਸਹੀ ਹੋ ਰਹੀ। ਦੇਖੋ ਜਿਹੜਾ ਸਾਡੀ ਕਾਰਪੋਰੇਸ਼ਨ ਦੇ ਵਿੱਚ ਸਾਰੇ ਜਿਹੜੇ ਫੰਡ ਹੈਗੇ ਇਕੱਲੇ ਕਾਰਪੋਰੇਸ਼ਨ ਦੇ ਨਹੀਂ ਆ, ਕੁਝ ਫੰਡ ਇਦਾਂ ਦੇ ਵੀ ਹੈਗੇ ਆ ਜਿਹੜੇ ਸਾਨੂੰ ਸੈਂਟਰ ਔਰ ਸਟੇਟ ਸਾਂਝੇ ਤੌਰ ਤੇ ਜਿਹੜੇ ਉਹ ਗ੍ਰਾਂਟਾਂ ਸਾਨੂੰ ਮਿਲਦੀਆਂ ਹੈਗੀਆਂ। ਸਾਡੇ ਲਈ ਬਹੁਤ ਵਧੀਆ ਗੱਲ ਆ ਜਿਹੜੇ ਸਾਡੇ ਮਾਨਯੋਗ ਮੰਤਰੀ ਸਾਹਿਬ, ਅਸੀਂ ਸੋਚਿਆ ਸੀ ਅੱਜ ਸਾਡੀ ਮੀਟਿੰਗ ਦਾ ਹਿੱਸਾ ਬਣਨਗੇ ਔਰ ਸਾਨੂੰ ਕੋਈ ਨਾ ਕੋਈ ਸ਼ੋਰਟੀ ਜ਼ਰੂਰ ਮਿਲੂਗੀ। ਸਾਨੂੰ ਸਾਡੇ ਵਿੱਚ ਹੀ ਉਹ ਮੈਂਬਰ ਹੈਗੇ ਆ, ਰਹਿ ਚੁੱਕੇ ਆ, ਐਮਸੀ ਸਾਡੇ ਸਾਥੀ ਰਹਿ ਚੁੱਕੇ ਆ ਔਰ ਉਹਨਾਂ ਨੂੰ ਗ੍ਰਾਸ ਲੈਵਲ ਤੇ ਰੂਟ ਲੈਵਲ ਤੇ ਸਾਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹ ਪਤਾ ਹੈਗੀਆਂ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਵੀ ਉਹਨਾਂ ਨੇ ਗਲੀ ਗਲੀ ਮਹੱਲੇ ਦੇ ਵਿੱਚ ਜਾ ਕੇ ਕੱਲੀ ਗਲੀ ਉਹਨਾਂ ਨੇ ਫੇਸਬੁੱਕ ਤੇ ਦਿਖਾਈ ਆ। ਸ਼ਹਿਰ ਦੇ ਵਿੱਚ ਜਿਹੜੇ ਆਪਣੇ ਸੀਵਰੇਜ ਦੇ ਮੇਨ ਹੋਲ ਓਵਰਫਲੋ ਹੁੰਦੇ ਸੀ, ਉਹਨਾਂ ਨੇ ਕੱਲੀ ਵੀਡੀਓ ਬਣਾ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਦਿਖਾਈ ਆ ਕਿ ਆਹ ਦੇਖੋ ਪੁਰਾਣੀਆਂ ਸਰਕਾਰਾਂ ਕੋਲ ਜਿਹੜੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ, ਅਸੀਂ ਰਲ ਕੇ ਉਹ ਸਮੱਸਿਆਵਾਂ ਹੱਲ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਕੰਮ ਤਾਂ ਹੀ ਹੋਣੇ ਆ ਜੇ ਸਾਡੇ ਕੋਲ ਕੋਈ ਬਲੂਪ੍ਰਿੰਟ ਹੋਵੇ, ਉਹਦੇ ਵਾਸਤੇ ਪੈਸਾ ਹੋਵੇ। ਸੋ ਮੰਤਰੀ ਸਾਹਿਬ ਅੱਜ ਸਾਡੇ ਵਿੱਚ ਬੈਠੇ ਹੁੰਦੇ, ਸਾਨੂੰ ਬੜੀ ਉਮੀਦ ਸੀ ਕਿ ਅੱਜ ਬਜਟ ਦੀ ਮੀਟਿੰਗ ਆ ਉਹ ਸਾਡੇ ਵਿੱਚ ਆ ਕੇ ਬੈਠਦੇ ਔਰ ਸਾਡੀਆਂ ਜਿਹੜੀਆਂ ਇਹ ਬਜਟ ਦੇ ਨਾਲ ਸੰਬੰਧਿਤ, ਪੈਸੇ ਦੇ ਨਾਲ ਸੰਬੰਧਿਤ, ਗ੍ਰਾਂਟ ਦੇ ਨਾਲ ਸੰਬੰਧਿਤ ਸਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਸੁਣਦੇ ਔਰ ਸਾਨੂੰ ਅੱਜ ਸ਼ੋਰਟੀ ਇੱਥੇ ਦੇ ਕੇ ਜਾਂਦੇ ਕਿ ਸਰਕਾਰ ਦੇ ਵਿੱਚ ਮੈਂ ਬੈਠਾ ਆ, ਮੈਂ ਕਾਰਪੋਰੇਸ਼ਨ ਲਈ, ਮੈਂ ਆਪਣੇ ਸ਼ਹਿਰ ਲਈ ਬੈਠਾ ਆ, ਵੱਧ ਤੋਂ ਵੱਧ ਮੈਂ ਫੰਡ ਜਿਹੜਾ ਕਾਰਪੋਰੇਸ਼ਨ ਲਈ ਲੈ ਕੇ ਆਉਂਗਾ। ਜਿਹੜੀਆਂ ਵੀ ਸਮੱਸਿਆਵਾਂ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਦੇਖੀਆਂ ਉਹਨਾਂ ਨੂੰ ਹੱਲ ਕਰਨ ਦੀ ਸਾਨੂੰ ਸ਼ੋਰਟੀ ਦਿੰਦੇ, ਚਾਹੇ ਸੀਵਰੇਜ ਦੀ, ਚਾਹੇ ਵਾਟਰ ਸਪਲਾਈ ਦੀ ਆ, ਚਾਹੇ ਕੀਰਤੀ ਨਗਰ ਕੂੜੇ ਦੇ ਡੰਪ ਦੀਆਂ ਬਹੁਤ ਸਮੱਸਿਆਵਾਂ ਉਹਨਾਂ ਨੇ ਆਪ ਜਾ ਕੇ ਦੇਖੀਆਂ, ਆਪਣੇ ਹੱਥੀਂ ਵੀਡੀਓ ਬਣਾਈ ਆ ਉਹਨਾਂ ਨੇ। ਤੁਸੀਂ ਉਹਨਾਂ ਦੇ ਫੇਸਬੁੱਕ ਪੇਜ ਤੇ ਚੈੱਕ ਵੀ ਕਰ ਸਕਦੇ ਹੋ। ਸੋ ਮੈਂ ਮੈਂ ਬਹੁਤ ਧੰਨਵਾਦ ਕਰਦਾ ਜੋ ਅੱਜ ਸਾਡੇ ਵਿੱਚ ਆਇਆ। ਸਾਡੇ ਬਹੁਤ ਸਾਥੀਆਂ ਨੇ ਅੱਜ ਮੀਡੀਆ ਦੇ ਸਾਹਮਣੇ ਵੀ ਆਪਣੀ ਆਵਾਜ਼ ਚੱਕੀ ਆ। ਸੋ ਮੇਰੀ ਜਿਹੜੀ ਆਵਾਜ਼ ਉਹਨਾਂ ਦੇ ਤੱਕ ਜ਼ਰੂਰ ਪਹੁੰਚੂਗੀ। ਆਉਣ ਵਾਲੀ ਮੀਟਿੰਗ ਦੇ ਵਿੱਚ ਉਹ ਆਪਣੇ ਸ਼ਹਿਰ ਵਾਸਤੇ ਕੋਈ ਨਾ ਕੋਈ ਵਧੀਆ ਜਿਹੜਾ ਉਹ ਗ੍ਰਾਂਟ ਦੇ ਰੂਪ ਦੇ ਵਿੱਚ ਪ੍ਰੋਜੈਕਟ ਲੈ ਕੇ ਆਉਣਗੇ, ਤਾਂ ਜੋ ਜਿਹੜੀਆਂ ਸਾਡੀਆਂ ਸਮੱਸਿਆਵਾਂ ਦਾ ਹੱਲ ਤਾਂ ਪੈਸਾ ਹੀ ਆ, ਉਹ ਪੈਸਾ ਗ੍ਰਾਂਟ ਲੈ ਕੇ ਆਉਣਗੇ ਤਾਂ ਜੋ ਜਿਹੜੇ ਸਾਡੇ ਰੁਕੇ ਹੋਏ ਕੰਮ ਆ, ਦੇਖੋ ਅੱਜ ਉਹ ਜਿੱਤੇ ਆ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਕੋਲੋਂ ਕੰਮ ਨਹੀਂ ਹੋਏ, ਲੋਕਾਂ ਦੀਆਂ ਉਮੀਦਾਂ ਤੇ ਨਹੀਂ ਖਰੇ ਉਤਰੇ, ਲੋਕਾਂ ਦੀਆਂ ਉਮੀਦਾਂ ਨਹੀਂ ਪੂਰੀਆਂ ਕਰ ਸਕੇ, ਉਹਨਾਂ ਨੂੰ ਲੋਕਾਂ ਨੇ ਬਣਾਇਆ। ਤੇ ਸਾਨੂੰ ਵੀ ਉਹਨਾਂ ਤੇ ਬਹੁਤ ਉਮੀਦ ਆ, ਸਾਡੇ ਹਾਊਸ ਨੂੰ ਵੀ ਉਮੀਦ ਆ, ਸਾਡੇ ਸ਼ਹਿਰ ਨੂੰ ਬਹੁਤ ਉਮੀਦ ਹੈਗੀ ਆ। ਸੋ ਮੰਤਰੀ ਵੀ ਹੈਗੇ ਆ, ਉਹ ਵੱਧ ਤੋਂ ਵੱਧ ਸਰਕਾਰ ਦੇ ਵਿੱਚ, ਕੈਬਨਿਟ ਦੇ ਵਿੱਚ ਹਿੱਸਾ ਹੈਗੇ, ਵੱਧ ਤੋਂ ਵੱਧ ਫੰਡ ਸਾਡੇ ਸ਼ਹਿਰ ਵਾਸਤੇ ਲੈ ਕੇ ਆਉਣਗੇ ਔਰ ਸਾਡੇ ਸ਼ਹਿਰ ਨੂੰ ਜਿਹੜਾ ਪੂਰੇ ਪੰਜਾਬ ਦਾ ਨੰਬਰ 1 ਸ਼ਹਿਰ ਬਣਾਉਣ ਲਈ ਆਪਾਂ ਸਾਡਾ ਸਾਰਿਆਂ ਦਾ ਸਹਿਯੋਗ ਨਾਲ ਲੈ ਕੇ ਚੱਲਾਂਗੇ। ਬਹੁਤ ਬਹੁਤ ਧੰਨਵਾਦ। ਹਾਂਜੀ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਕਿ ਅਸੀਂ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਾਂਗੇ, ਸਾਰੇ ਮੈਂ ਵੀ ਕਰੂੰਗਾ ਕਿ ਸਾਡੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਲਈ ਜੋ ਵੀ ਵਧੀਆ ਕੰਮ ਹੋ ਸਕਦੇ ਆ ਤੇ ਅਸੀਂ ਉਹਨੂੰ ਪਹਿਲੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ, ਪਹਿਲਾਂ ਸਾਨੂੰ ਕੌਂਸਲਰ ਬਣਾਇਆ ਤੇ ਹੁਣ ਸਰਕਾਰ ਵੀ ਸਾਡੀ ਬਣ ਗਈ ਹੈ। ਇਹਦੇ ਲਈ ਪੂਰੀ ਤਰ੍ਹਾਂ ਮੈਂ ਵੀ ਰਿਕਵੈਸਟ ਕਰੂੰਗਾ ਮੰਤਰੀ ਸਾਹਿਬ ਨੂੰ ਕਿ ਜੋ ਵੀ ਹੁਸ਼ਿਆਰਪੁਰ ਦੇ ਲਈ ਵੱਧ ਤੋਂ ਵੱਧ ਜੋ ਫੰਡਸ ਤੇ ਜੋ ਵੀ ਜ਼ਰੂਰਤ ਹੋਏ ਤੇ ਉਹ ਵੱਧ ਤੋਂ ਪਹਿਲੇ ਆਧਾਰ ਤੇ ਹੁਸ਼ਿਆਰਪੁਰ ਦੇ ਕੰਮ ਕਰਾਉਣ ਦੇ ਲਈ ਪ੍ਰਬੰਧ ਰਹਿਣਗੇ। ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਸ ਬਜਟ ਦੇ ਵਿੱਚ ਤਾਂ ਪੈਸੇ ਘਟ ਗਏ, ਮੰਨ ਲਓ ਜੀ ਸਾਡੇ ਜਿਹੜੇ ਖਰਚੇ ਆ, ਤਨਖਾਹਾਂ ਘਟਾਈਆਂ ਨਹੀਂ ਜਾ ਸਕਦੀਆਂ, ਉਹ ਵੀ ਦੇਣੀਆਂ ਪੈਣੀਆਂ, ਬਜਟ ਜਿਹੜਾ ਹੈ ਉਹ ਘਟ ਗਿਆ। ਉਹਦੇ ਤੋਂ ਪਹਿਲਾਂ ਜੀ ਦੱਸੋ, ਸਾਰੇ ਕੌਂਸਲ ਸਾਹਿਬਾਨ ਬੈਠੇ ਨੇ, ਦੱਸੋ ਕਿਹੜੇ ਹੁਸ਼ਿਆਰਪੁਰ ਦੇ ਵਿੱਚ ਡਿਵੈਲਪਮੈਂਟ ਦੀ ਹਨੇਰੀ ਚੱਲ ਗਈ ਸੀਗੀ ਕਿ ਜਦੋਂ ਤੁਸੀਂ ਦੱਸਿਆ ਕਿ ਜੀ ਹੁਣ ਸਾਡੇ ਮੰਤਰੀ ਸਾਹਿਬ ਆਪਣੇ ਨੇ ਤੇ ਹੁਣ ਹੁਸ਼ਿਆਰਪੁਰ ਦੇ ਵਿੱਚ ਜਿੰਨੇ ਵੀ ਕੰਮ ਸਾਰੇ ਪਹਿਲੇ ਹਿਸਾਬ ਕੀਤੇ देख सकते हो कितना बहसबाजी चल रही है। हाँ जसपाल ने रगड़ नहीं है।
ਆਪਾਂ ਆਲੇ ਦੁਆਲੇ ਦੀਆਂ ਗੱਲਾਂ ਨਾ ਕਰੀਏ ਡਿਵੈਲਪਮੈਂਟ ਹੋਈ ਜਾਂ ਨਹੀਂ ਹੋਈ। ਸਾਡੇ ਐਮਸੀ ਫੰਡ ਦੇ ਪੈਸਿਆਂ ਦਾ ਜਾ ਕੇ ਦੁਬਾਰਾ ਉਦਘਾਟਨ ਕਰ ਰਹੇ ਆ ਇਹ ਹਰੇਕ ਵਾਰਡ ਦੇ ਵਿੱਚ ਦੁਬਾਰਾ ਉਦਘਾਟਨ ਕਰ ਰਹੇ ਆ। ਸਾਡੇ ਅਰੋੜਾ ਜੀ ਨੂੰ ਤਾਂ ਇਹ ਕਹਿੰਦੇ ਸੀ ਉਦਘਾਟਨ ਮੰਤਰੀ, ਹੁਣ ਇਹ ਆਪ ਕੀ ਕਰ ਰਹੇ ਆ, ਆਪ ਹੀ ਉਦਘਾਟਨ ਵਾਲਾ ਕੰਮ ਕਰ ਰਹੇ ਆ। ਜਾ ਕੇ ਅਫਸਰਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਜਾ ਰਹੀਆਂ ਬਈ ਮੇਰੇ ਸਾਡੇ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਸ਼ੁਰੂ ਕਰਨਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਬੈਠੋ ਭਾਜੀ, ਬਹੁਤ ਬੋਲਿਆ, ਬੈਠੋ ਹੋਰ ਕਿਸੇ ਟਾਈਮ ਤੇ ਬਹੁਤ ਨਹੀਂ ਹੋ ਰਿਹਾ ਟਾਈਮ ਦਿਓ। ਮੇਰੀ ਬੇਨਤੀ ਸੁਣਨੀ ਜੀ, ਕਿਹੜੀ ਕਹਿੰਦੇ ਨਹੀਂ ਇਹਨਾਂ ਨੂੰ ਤੁਸੀਂ ਸਮਝਾਉਂਦੇ ਨਹੀਂ। ਮੇਅਰ ਸਾਹਿਬ ਤੁਸੀਂ ਮੈਨੂੰ ਕਹੋ, ਜੀ ਤੁਸੀਂ ਮੈਨੂੰ ਕਹੋ, ਮੈਨੂੰ ਚੇਅਰਮੈਨ ਸਾਹਿਬ ਕਹਿਣਗੇ ਜਸਪਾਲ ਬਰਾ ਗੱਲ ਏਦਾਂ ਨਹੀਂ ਕਰਦਾ, ਪਰ ਇਹ ਤੁਹਾਡੇ ਕਾਉਂਸਲਰ ਕਿਉਂ ਬੋਲਦੇ ਨੇ ਕਿ ਤੂੰ ਬੈਠ ਇਹ ਗਲਤ ਗੱਲ ਹੈ। ਜਿਹੜੀ ਮੀਟਿੰਗ ਹੈ ਮੇਅਰ ਸਾਹਿਬ ਦੀ ਸੁਪਰਵੀਜ਼ਨ ਛੋੜੀ ਚੁਣਿਆ, ਤੈਨੂੰ ਕੱਲੇ ਨਹੀਂ ਚੁਣਿਆ ਭਾਜੀ। ਦੇਖੋ ਜੀ ਪਹਿਲਾਂ ਤੈਨੂੰ ਗੱਲ ਨਾ ਕਰੋ ਤੁਸੀਂ ਮੈਂ ਮੇਅਰ ਸਾਹਿਬ ਦੀ ਗੱਲ ਕਿਉਂ ਸੁਣਦੇ ਟਾਈਮ ਦਿਓ ਜੀ। ਔਰ ਯਾਰ ਮੇਰੀ ਗੱਲ ਸੁਣੋ, ਏਦਾਂ ਯਾਰ ਠੀਕ ਨਹੀਂ ਲੱਗਦਾ। ਗੱਲ ਸੁਣੋ ਤੇਜੀ ਸਾਹਿਬ ਦੇ ਗੱਲ ਤੇਜੀ ਬਾਜੀ ਬੈਠੋ ਯਾਰ, ਤੇਜੀ ਬਾਜੀ ਬੈਠੋ ਯਾਰ। ਬੰਦੇ ਸਮਝਦਾਰ ਹੋ ਗਏ ਤਾਂ ਕਰਦੇ ਹੋ, ਏਦਾਂ ਨਹੀਂ ਹੁੰਦਾ ਹੈਗਾ ਮੀਟਿੰਗ ਦੇ ਵਿੱਚ। ਸਾਰੇ ਆਪਣੇ ਮੇਰੇ ਨਾਲ ਗੱਲ ਸੁਣੋ ਇੱਕ ਮਿੰਟ। ਹਾਂਜੀ ਬੋਲੋ। ਤੁਹਾਡੀਆਂ ਸਾਰੀਆਂ ਗੱਲਾਂ ਆਪਾਂ ਸੁਣੀਆਂ ਨਾ ਪਹਿਲਾਂ, ਮੈਂ ਵਾਰੀ ਇਸ ਗੱਲ ਦਾ ਠੀਕ ਹੈ। ਹਾਂਜੀ ਏਦਾਂ ਨਹੀਂ ਹੁੰਦਾ, ਜਿਹੜੀ ਗੱਲ ਕਰਨੀ ਹੈ ਕੋਈ ਨਾ ਕੋਈ ਉਹਦਾ ਪਿਆਰ ਹੁੰਦਾ, ਕੋਈ ਨਾ ਕੋਈ ਲੌਜਿਕ ਹੁੰਦਾ ਆ। ਮੀਟਿੰਗ ਆ ਪੌਜ਼ ਆਏ, ਠੀਕ ਨੇ। ਜਿਹੜੀ ਵੀ ਤੁਸੀਂ ਗੱਲ ਕਰ ਰਹੇ ਮੈਂ ਕਿਹਾ ਤੁਸੀਂ ਮੈਨੂੰ ਬਿਠਾ ਦਿਓ ਸਰ, ਚੇਅਰਮੈਨ ਸਾਹਿਬ ਮੈਨੂੰ ਬਿਠਾ ਦੇਣ। ਤੁਹਾਡੇ ਕਾਉਂਸਲਰ ਸਾਹਿਬਾਨ ਕਾਹਨੂੰ ਕਹੀਏ ਨੇ ਤੂੰ ਬਹਿ ਜਾ ਤੂੰ ਬਹਿ ਜਾ। ਕੋਈ ਗੱਲ ਨਹੀਂ, ਯਾਰ ਆਪਾਂ ਤੁਹਾਡੀਆਂ ਸਾਰੀਆਂ ਗੱਲਾਂ ਮੁੱਦੇ ਤੋਂ ਭੱਜ ਕੇ ਗੱਲ ਕਰੋਗੇ ਤੇ ਇਦਾਂ ਹੀ ਹਾਲ ਐਮਸੀ ਸਾਹਿਬ ਤੁਸੀਂ ਨਾ ਸਮਝਾਓ, ਉਹਨਾਂ ਨਾਲ ਗੱਲ ਕਰੋ, ਉਹਨਾਂ ਨਾਲ ਗੱਲ ਕਰੋ, ਪਿਆਰੀ ਗੱਲ ਨਾ ਕਰੋ ਸਾਡੇ ਨਾਲ। ਉੱਧਰ ਤੁਸੀਂ ਪਿਛਲੇ ਸਾਲ ਦੀ ਕੀ ਹੋਇਆ ਮੈਨੂੰ ਨਾ ਦੱਸੋ। ਗੱਲੇ ਨਾ ਕਰੋ, ਤੁਸੀਂ ਉਹ ਗੱਲੇ ਨਾ ਕਰੋ, ਗੱਲੇ ਕਰਕੇ ਤੁਹਾਨੂੰ ਕਿਸੇ ਦੀ ਗੱਲ ਸੁਣਨੀ ਪਵੇ। ਹੁਣ ਤੁਹਾਡੇ ਬੰਦੇ ਨੂੰ ਚੁੱਪ ਕਰ ਦਿਓ। ਐਮਸੀ ਸਾਹਿਬ ਮੇਰੀ ਗੱਲ ਸੁਣੋ, ਦੇਖੋ ਗੱਲ ਸੁਣੋ। ਅੱਜ ਦੀ ਜਿਹੜੀ ਮੀਟਿੰਗ ਦਾ ਜਿਹੜਾ ਮੇਨ ਏਜੰਡਾ ਸੀਗਾ ਇਸ ਦਾ ਬਜਟ ਦਾ, ਠੀਕ ਨੇ। ਇਹ ਜਿਹੜਾ ਸਾਲਾਨਾ ਬਜਟ ਆਉਂਦਾ ਇਹਦੇ ਵਿੱਚ ਕੀ ਹੁੰਦਾ, ਦੇਖੋ ਤੁਹਾਡੇ ਨੂੰ ਕਿਉਂਕਿ ਬੇਸਿਕਲੀ ਸਾਰੇ ਹੀ ਭਾਰਤ ਦੇ ਵਿੱਚ ਕੋਈ ਨਾ ਕੋਈ ਜਿਹੜੀਆਂ ਪ੍ਰੋਬਲਮ ਹੁੰਦੀਆਂ, ਠੀਕ ਨੇ। ਆਪਾਂ ਜਾਣ ਕੇ ਤੁਹਾਡੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਬੜੇ ਧਿਆਨ ਨਾਲ ਬੇਸਿਕਲੀ ਲਗਾਵੇ ਸੁਣਨ। ਏਦਾਂ ਦੀ ਕੋਈ ਗੱਲ ਨਹੀਂ, ਤੁਹਾਡੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਕਿਤੇ ਕਿਤੇ ਹੈਗੀਆਂ ਸਾਰੀਆਂ ਦਾ ਆਪਾਂ ਹੱਲ ਕਰਾਂਗੇ। ਮੇਰ ਸਾਹਿਬ ਮੇਰੇ ਵਾਰਡ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਮੇਰੇ ਭਾਜੀ ਜਿਹੜੀ ਨਾ ਟ੍ਰੈਫਿਕ ਦੀ ਹੁੰਦੀ ਨਾ, ਮੇਰੀ ਗੱਲ ਸੁਣ ਲਓ ਸਰ, ਪਾਰਕਿੰਗ ਕੋਈ ਨਹੀਂ ਹੈਗੀ ਜੀ। ਲੋਕੀ ਮਹੱਲੇ ਦੇ ਵਿੱਚ ਸਕੂਟਰ ਮੋਟਰਸਾਈਕਲ ਗੱਡੀਆਂ ਜਿਹੜੀਆਂ ਲਾ ਕੇ ਚੱਲ ਜਾਂਦੇ ਆ। ਅੱਛਾ ਜੀ। ਤੇ ਬਾਅਦ ਜਿਹੜੇ ਘਰਾਂ ਦੇ ਐਕਚੁਅਲ ਵਸਿੰਦੇ ਹੈਗੇ ਉਹਨਾਂ ਨੂੰ ਨਿਕਲਣ ਨੂੰ ਰਸਤਾ ਨਹੀਂ ਹੁੰਦਾ। ਉਹਦੇ ਲਈ ਕੋਈ ਠੋਸ ਜਿਹੜੀ ਹੈ ਨੀਤੀ ਬਣਾਈ ਜਾਵੇ, ਕੋਈ ਪਾਰਕਿੰਗ ਦਾ ਹੱਲ ਕੀਤਾ ਜਾਵੇ। ਕਿਉਂਕਿ ਵਾਰਡ ਵਾਸੀ ਆ ਕੇ ਸਾਨੂੰ ਕਹਿੰਦੇ ਆ ਅਸੀਂ ਕਿਹੜੇ ਸਕੂਟਰ ਜਿਹੜੇ ਆ ਕਾਰਾਂ ਜਿਹੜੀਆਂ ਉਹ ਕਿੱਥੇ ਲਾਈਏ ਅਸੀਂ। ਠੀਕ ਹੈ, ਕੋਈ ਗੱਲ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਮੇਅਰ ਜੀ ਮੇਰੀ ਰਿਕੁਐਸਟ ਹੈ ਪਾਰਕਿੰਗ ਦੀ ਸਰ ਸੈਂਟਰਲਾਈਜ਼ ਪਲੇਸ ਕਰਕੇ ਬਹੁਤ ਪਾਰਕਿੰਗ ਦੀ ਸਮੱਸਿਆ ਹੈਗੀ ਆ ਸਰ। ਦੁਆਰਾ ਟਿੱਕਾ ਸਾਹਿਬ ਦੀ ਜਿਹੜੀ ਮੇਨ ਐਂਟਰੈਂਸ ਹੈ ਤੁਹਾਡੇ ਨੌਲੇਜ ਵਿੱਚ ਚੰਗੀ ਤਰ੍ਹਾਂ ਹੈ ਕਿ ਪਿਛਲੇ 2 ਮਹੀਨੇ ਤੋਂ ਇਹ ਪ੍ਰੋਬਲਮ ਹੈਗੀ ਹੈ। ਮੇਰੀ ਰਿਕੁਐਸਟ ਹੈ ਕਿ ਉਹਨੂੰ ਜਲਦੀ ਸੌਟ ਆਊਟ ਕੀਤਾ ਜਾਏ। ਇਹ ਪ੍ਰੋਬਲਮ ਬਹੁਤ ਜ਼ਿਆਦਾ ਅੱਗੇ ਵੱਧਦੀ ਜਾ ਰਹੀ ਹੈ। ਸੀਵੇਜ ਓਵਰਫਲੋ ਆਏ ਦਿਨ ਰਹਿੰਦਾ ਹੈ ਕਿਉਂਕਿ ਉੱਥੋਂ ਦੀ ਮੂੰਹ ਆਪਣਾ ਢੱਕ ਕੇ ਨਿਕਲਦੇ ਨੇ। ਦੂਜੀ ਮੇਰੀ ਪ੍ਰੋਬਲਮ, ਮੇਰੀ ਕੰਪਲੇਂਟ ਹੈ ਮਾਲੀਆ ਨੂੰ ਲੈ ਕੇ। ਫਰਾਈਡੇ ਮੇਰੇ ਉੱਥੇ ਮਾਲੀ ਆਏ, ਪਾਰਕ ਵਿੱਚ 4 ਜਣੇ ਸੀ, ਮੈਂ ਔਨ ਦ ਸਪੌਟ ਗਈ, 3 ਆਰਾਮ ਨਾਲ ਬੈਠੇ ਨੇ, ਇੱਕ ਤਲਵਾਰ ਲੈ ਕੇ ਕੰਮ ਕਰ ਰਿਹਾ। ਉਹਨਾਂ ਨੂੰ ਕਿਹਾ ਤੁਹਾਡੇ ਕੋਲ ਕਿੰਨੀਆਂ ਤਲਵਾਰਾਂ ਨੇ, ਕਹਿੰਦੇ ਸਿਰਫ 2। ਬੰਦੇ 4 ਭੇਜੇ, ਕੰਮ ਇੱਕ ਕਰ ਰਿਹਾ, 3 ਬੈਠੇ ਨੇ। ਕਾਰਪੋਰੇਸ਼ਨ ਨੂੰ ਚੀਟ ਕਰਦੇ ਨੇ ਕਿ ਅਸੀਂ ਤਾਂ ਕੰਮ ਕਰਕੇ ਆਏ ਆ। ਲੋਕਾਂ ਨੇ ਮੈਨੂੰ ਖੁਦ ਉਹਨਾਂ ਦੀਆਂ ਫੋਟੋਜ਼ ਔਰ ਵੀਡੀਓਜ਼ ਬਣਾ ਕੇ ਭੇਜੀਆਂ। ਮੈਨੂੰ ਉਹ ਕਹਿੰਦੇ ਮੈਡਮ ਸੈਟਰਡੇ ਵੀ ਆਵਾਂਗੇ। ਸੈਟਰਡੇ ਉਹ ਕੋਈ ਨਹੀਂ ਆਏ, ਉਵੇਂ ਹੀ ਉੱਥੇ ਘਾਹ ਉੱਗਿਆ ਹੋਇਆ, ਕੋਈ ਉੱਥੇ ਮੇਨਟੇਨੈਂਸ ਨਹੀਂ ਹੈ। ਕਾਰਪੋਰੇਸ਼ਨ ਨੂੰ ਸ਼ੋਅ ਕਰਦੇ ਨੇ ਕਿ ਅਸੀਂ ਜਾ ਕੇ ਉੱਥੇ ਕੰਮ ਕੀਤਾ, 4-5 ਘੰਟੇ ਲਗਾਏ, ਐਕਚੁਅਲ ਪ੍ਰੋਡਕਟਿਵਿਟੀ ਜ਼ੀਰੋ ਹੈ, ਕੋਈ ਕੰਮ ਨਹੀਂ ਕਰਦੇ। ਸੋ ਇਹ ਚੀਟ ਕਰਦੇ ਨੇ ਕਾਉਂਸਲਰ ਨੂੰ ਪਲੱਸ ਕਾਰਪੋਰੇਸ਼ਨ ਨੂੰ। ਇਸ ਤੋਂ ਇਲਾਵਾ ਸਟਰੀਟ ਲਾਈਟਸ ਦੀ ਪ੍ਰੋਬਲਮ ਹੈ। 15 ਲਾਈਟਾਂ ਦੇ ਬੈਂਡ ਲਾ ਗਏ। ਪਹਿਲਾਂ ਕਿਹਾ ਗਿਆ ਸੀ ਸਾਲ ਪਹਿਲਾਂ ਕਿ ਸਰਵੇ ਮੇਰੇ ਵਾਰਡ ਨੰਬਰ 23 ਦਾ ਹੋਇਆ, 60 ਨਵੀਆਂ ਲੱਗਣਗੀਆਂ। 60 ਤਾਂ ਦੂਰ ਦੀ ਗੱਲ ਹੈ, 15 ਦਾ ਬੈਂਡ ਲੱਗ ਗਿਆ। ਉਹ ਤੱਕ ਹਾਲੇ ਤੱਕ ESL ਕੰਪਨੀ ਨੇ ਲਾਈਟਸ ਨਹੀਂ ਲਗਾਈਆਂ। ਸੋ ਪਲੀਜ਼ ਇਸ ਚੀਜ਼ ਤੇ ਵੀ ਧਿਆਨ ਦਿੱਤਾ ਜਾਏ। ਬਾਕੀ ਪ੍ਰਾਇੋਰਟੀ ਬੇਸਿਸ ਤੇ ਸਾਰੇ ਐਮਸੀਜ਼ ਨੂੰ ਪ੍ਰੋਬਲਮ ਹੈ। ਸਟ੍ਰੀਟ ਹਾਊਸ ਦੀ ਮੈਨੂੰ ਰਿਟਰਨ ਦੇ ਵਿੱਚ ਲੈਟਰ ਵੀ ਲਿਖ ਕੇ ਗਏ ਨੇ। ਉਹਨਾਂ ਨੇ ਇਹ ਵੀ ਕਿਹਾ ਸੀ ਅਸੀਂ ਦਫ਼ਤਰ ਕਾਰਪੋਰੇਸ਼ਨ ਦੇ ਕੇ ਆਏ ਹਾਂ ਰਿਟਰਨ ਦੇ ਵਿੱਚ ਲੈਟਰਸ।
ਸੋ ਕਾਈਂਡਲੀ ਪਲੀਜ਼ ਸਟ੍ਰੇ ਡੌਗਸ ਦੇ ਰਿਗਾਰਡਿੰਗ ਵੀ ਐਕਸ਼ਨ ਜਲਦੀ ਦਿੱਤਾ ਜਾਏ। ਤੇ ਬਾਕੀ ਇਸ ਤੋਂ ਇਲਾਵਾ ਜਿਹੜੀ ਆਪਣੀ ਛੋਟੀ ਕੈਂਪੀ ਜਾਂ ਵੱਡੀ ਕੈਂਪੀ ਦੀ ਮਸ਼ੀਨ ਹੈ, ਆਏ ਦਿਨ ਜੋ ਮੇਰਾ ਐਕਸਪੀਰੀਅੰਸ ਹੈ, ਮੈਨੂੰ ਬਾਕੀਆਂ ਦਾ ਨਹੀਂ ਪਤਾ, ਮੈਡਮ ਜੀ ਦਾ ਪਾਰਟ ਰਿਪੇਅਰ ਹੋਣ ਗਿਆ ਹੈ, ਸਰਵਿਸ ਹੋਣ ਗਈ ਹੋਈ ਹੈ, ਆ ਹੋ ਰਿਹਾ, ਕੋਈ ਨਾ ਕੋਈ ਇਹਨਾਂ ਦੀ ਪ੍ਰੋਬਲਮ ਰਹਿੰਦੀ ਹੀ ਹੈ। ਮੈਨੂੰ ਨਹੀਂ ਪਤਾ ਇਹ ਵਰਕਰਸ ਵੱਲੋਂ ਕੋਈ ਬਹਾਨਾ ਹੁੰਦਾ ਹੈ ਜਾਂ ਐਕਚੁਅਲ ਚ ਮਸ਼ੀਨਾਂ ਦੀ ਕੁਆਲਿਟੀ ਇਦਾਂ ਦੀ ਹੈ। ਆਈ ਡੋਨਟ ਨੋ। ਸਭ ਬਹਾਨਾ ਨਹੀਂ ਹੈਗਾ, ਉਹ ਬੇਸਿਕਲੀ ਉਹਨੂੰ ਘੱਟੋ ਘੱਟ ਵੀ 12-13 ਸਾਲ ਹੋ ਗਏ ਲਈ ਮਸ਼ੀਨ ਇਹ ਸਭ ਪਹਿਲਾਂ ਕਹਿੰਦੇ ਉਹਦੇ ਸੀ ਵਿੱਚ ਨਵੀਂ ਕੋਈ ਮਸ਼ੀਨ ਨਾ ਆ ਰਹੀ ਆ, ਨਵੀਂ ਮਸ਼ੀਨ ਕਦੋਂ ਆਉਣੀ ਆ? ਜਦ ਤੁਸੀਂ ਕਹਿੰਦੇ ਸੀ ਨਵੀਂ ਮਸ਼ੀਨ ਦਾ ਜੀ ਹੈਗਾ, ਤੁਹਾਨੂੰ ਪਤਾ ਹੀ ਆ, ਉਹਦਾ ਜਿਹੜਾ 70 ਲੱਖ ਰੁਪਏ ਦੀ ਆਉਣੀ ਆ। ਉਹ ਤੁਸੀਂ ਕਿਹਾ ਸੀ ਨਾ ਵੀ ਆਉਣੀ ਆ, ਉਹਦੇ ਬਾਰੇ ਐਮਸੀ ਸਾਹਿਬ ਆਪਾਂ ਜਿਹੜਾ ਬਜਟ ਵੀ ਦੇਖਣਾ ਨਾ, ਤੁਹਾਡੀ ਛੋਟੇ ਕਰ ਲਾਂਗੇ ਉਹਦੇ ਬਾਰੇ ਵਿਚਾਰ। ਉਹਦੇ ਵੀ ਬਾਰੇ ਆਪਾਂ ਵਿਚਾਰ ਕਰਨਾ ਕਿ ਬਜਟ ਦੇ ਵਿੱਚ ਕੋਈ ਵਾਲੇ ਮੇਰੀ ਪਲੀਜ਼ ਇੱਕ ਮਿੰਟ ਇਹ ਕੰਮ ਕਰੋ ਜੋ ਅੱਜ ਨਾ ਮਰਿਆਦਾ ਭੰਗ ਹੋਈ ਹਾਊਸ ਦੀ, ਇਹ ਬਹੁਤ ਮਾੜੀ ਆ। ਤੁਸੀਂ ਨਾ ਅੱਗੇ ਤੋਂ ਮੀਟਿੰਗ ਹੋਗੀ, ਦੇਖੋ ਹਰੇਕ ਦੀ ਐਮਸੀ ਦੀਆਂ ਦੇਖੋ ਜਿਹੜੀ ਮਰਿਆਦਾ ਮੈਂ ਪਲੀਜ਼ ਮੇਰੀ ਗੱਲ ਤੁਹਾਡੀ ਵਾਲੀ ਗੱਲ ਤੇ ਲੱਗਾ ਨਾ। ਤੁਸੀਂ ਇਹਦਾ ਸਾਰੇ ਜਣੇ ਮੇਰੇ ਆ ਜਾਣ ਕੇ ਸਮਝੋ ਕਿ ਭੈਣ ਭਰਾਓ ਜਿੰਨੇ ਵੀ ਕਾਉਂਸਲਰ ਮੇਰਾ, ਕਿਉਂਕਿ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਜਿਹਨੇ ਵੀ ਕਾਉਂਸਲਰ ਨੇ ਕੋਈ ਵੀ ਗੱਲ ਕਰ ਲਈ ਹੁੰਦੀ ਬੜੇ ਪਿਆਰ ਨਾਲ ਕਰੇ, ਠੀਕ ਨਹੀਂ? ਮੈਂ ਉਹੀ ਮੈਂ ਗੱਲ ਲੱਗਾ ਦੱਸਾਂ ਸਰ, ਤੁਸੀਂ 5 ਮਿੰਟ ਦੋ ਸਭ ਨੂੰ ਸਮੱਸਿਆ ਸੁਣੋ। ਮੈਂ ਕਿਹਾ ਆਪਾਂ ਅਗਲੀ ਵਾਰੀ ਆਪਾਂ ਬਾੜ ਵਾਈ ਕਰਦੇ ਬਾੜ ਵਾਈ ਤੁਸੀਂ ਬਾੜ ਵਾਈ ਆਪਣੀ ਸਮੱਸਿਆ ਪਤਾ ਕੀ ਗੱਲ, ਦੇਖੋ ਸਾਰੇ ਅਸੀਂ ਆਪਸ ਚ ਹੈਗੇ ਭੈਣ ਭਰਾ, ਕੋਈ ਗੱਲ ਉਹ ਵੱਧ ਹੋ ਜਾਵੇ ਘੱਟ ਕਹਿ ਹੋ ਜਾਵੇ, ਉਹ ਸਾਡਾ ਬਿਲਕੁਲ ਸਾਡੀ ਮਰਿਆਦਾ ਖਤਮ ਹੋ ਜਾਣੀ ਹੈ, ਕਿਉਂਕਿ ਪ੍ਰੋਬਲਮ ਸਭ ਨੂੰ ਆ। ਮੌਕਾ ਦੇ ਦਿਓ, ਇੱਕ ਬੜੀ ਬੜੀ ਮੌਕਾ ਦੇ ਦਿਓ। ਹਾਂਜੀ ਹਾਂਜੀ ਦੇਖਾ ਮੇਰੇ ਵਾਰਡ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਪਾਰਕ ਦਾ ਨੀਂਹ ਪੱਥਰ ਰੱਖ ਹੋਇਆ ਸੀ। ਅੱਛਾ ਜੀ, ਇੱਕ ਸਾਲ ਤੋਂ ਉੱਪਰ ਹੋ ਚੁੱਕਾ। 1 ਸਾਲ ਤੋਂ ਉੱਪਰ ਹੋ ਗਿਆ ਜੀ? ਹਾਂਜੀ। ਅੱਛਾ ਜੀ, ਉਹਦੀ ਕੋਈ ਹਿੱਸੇ ਨਹੀਂ। ਨਹੀਂ ਤੇ ਸਾਲ ਹੋ ਗਏ ਜੀ ਉਹਦਾ ਅੱਜ ਨਹੀਂ ਪੱਥਰ ਰੱਖੇ ਨੂੰ? ਹਾਂਜੀ। ਅੱਜ ਕੀ ਰੱਖਿਆ ਉਹਦਾ? ਆਪਣੇ ਇਲੈਕਸ਼ਨ ਤੋਂ ਪਹਿਲਾਂ ਹੀ ਰੱਖ ਹੋਇਆ। ਕਿੰਨੇ ਸਾਲ ਹੋ ਗਿਆ? ਇਲੈਕਸ਼ਨ ਤੋਂ ਪਹਿਲਾਂ ਤਾਂ ਰੋੜਾ ਸਾਹਿਬ ਨੇ ਰੱਖਣਾ ਸੀ, ਹੋਰ ਕਿਹਨੇ ਰੱਖਣਾ ਸੀ? ਉਹਨਾਂ ਨੇ ਰੱਖਿਆ ਹੋਣਾ। ਅੱਛਾ ਜੀ। ਉਹ ਚਾਹੀਦਾ ਹੈ ਕਿ ਇੰਡੀਕੇਟ ਕਰੋ ਉਹਨਾਂ ਨੂੰ, ਅੱਛਾ ਕਰਨਾ ਕਿ ਪਹਿਲਾਂ ਨਵੇੜੇ ਤਾਂ ਕਿ ਦੂਜੀ ਕਰੇ। ਠੀਕ ਹੈ ਜੀ। ਪਹਿਲੀ ਨਹੀਂ ਬੜੀ ਦੂਜੀ ਕਰ ਲੈਂਦਾ, ਦੂਜੀ ਨਹੀਂ ਤੀਜੀ ਕਰ ਲੈਂਦਾ। ਹਾਂ ਹਾਂ, ਮੇਰੇ ਖਿਆਲ ਤੇ ਸਾਰੇ ਕਾਉਂਸਲਰ ਸਾਹਿਬਾਨ ਇਸ ਗੱਲ ਲਈ ਬਿਲਕੁਲ ਸਹਿਮਤ ਹੋ ਗਏ ਕਿ ਐਮਸੀ ਦੀ ਕੰਪਲੀਸ਼ਨ ਸਰਟੀਫਿਕੇਟ ਬਗੈਰ ਉਹਨੂੰ ਪੇਮੈਂਟ ਬਿਲਕੁਲ ਨਹੀਂ ਕੀਤੀ ਜਾਂਦੀ। ਇਹਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ, ਤੁਸੀਂ ਮੇਰੇ ਬੜੇ ਹੀ ਸਤਿਕਾਰਯੋਗ ਹੋ, ਇਹਦੇ ਬਾਰੇ ਜਿਹੜਾ ਹਾਊਸ ਵਿੱਚ ਜਿਹੜਾ ਮਤਾ ਆਏਗਾ ਮੈਂ ਸਾਰਾ ਸਲਾਹ ਮਸ਼ਵਰਾ ਕਰਕੇ ਕੋਈ ਨਾ ਹਾਊਸ ਦੇ ਵਿੱਚ ਆਪਾਂ ਮਤਾ ਲਿਆ ਕੇ ਉਹਨੂੰ ਕੁਛ ਨਹੀਂ ਸਮਝਦਾ। ਐਮਸੀ ਅਗਰ ਮਿਹਨਤ ਕਰਨਾ ਵੀ ਕਰਦਾ ਤਾਂ ਕੰਮ ਨਹੀਂ ਹੁੰਦੇ। ਜੇ ਸਾਹਿਬ ਕੰਮ ਕੀਤਾ ਅਸੀਂ ਡੇਢ ਸਾਨੂੰ ਪੇ ਆ ਗਈ, ਅਸੀਂ ਕੰਮ ਕਲੀਅਰ ਕਰ ਦਿੱਤਾ ਆ, ਤਾਂ ਕਰਕੇ ਅਸੀਂ ਉਹਨਾਂ ਨੂੰ ਫਿਰ ਤੁਸੀਂ ਪੇਮੈਂਟ ਕਰਨੀ ਹੈ। ਕਿੰਨੇ ਦਾ ਸਮਾਂ ਜਿਹੜਾ ਹੋ ਗਿਆ ਪਿੱਛੇ ਲੱਗਾ ਸੀ ਟੈਂਡਰ ਹਾਂਜੀ ਹਾਂਜੀ 7 ਲੱਖ ਗਊਸ਼ਾਲਾ ਵਾਸਤੇ 2 ਲੱਖ ਰੁਪਇਆ ਦਾ ਬਜਟ ਆ। ਹਾਂਜੀ 44 ਲੱਖ ਰੁਪਇਆ ਤੁਸੀਂ ਅੱਜ ਤੱਕ ਖਰਚਿਆ ਕਿਹੜੀ ਗਊਸ਼ਾਲਾ ਤੇ ਕਿਹੜੀ ਸਾਂਭ ਸਫਾਈ ਤੇ? ਹਿੰਦੂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡੀ ਗਊਸ਼ਾਲਾ ਹੈ ਜਿਹਦੀ ਮੈਂ ਪ੍ਰਧਾਨਗੀ ਨਹੀਂ ਕਰਦਾ। ਅੱਜ ਤੱਕ ਇੱਕ ਨਿੱਕੇ ਪੈਸੇ ਨੂੰ ਕੋਈ ਰੇਟ ਨਹੀਂ ਮਿਲੀ। ਇੱਕ ਨਿੱਕੇ ਪੈਸੇ ਬਿਲਕੁਲ ਜੀ, ਮੈਂ ਵੀ ਇਹਦੇ ਨਾਲ ਬਿਲਕੁਲ ਸਹਿਮਤ ਹੈਗੀ ਹਾਂ, ਕਿਉਂਕਿ ਇਹਦੇ ਲਈ ਮੈਂ ਵੀ ਵੇਰ ਸਾਹਿਬ ਕਿਹੜੀ ਗਊਸ਼ਾਲਾ ਨੂੰ ਪੈਸੇ ਜਾਂਦੇ ਨੇ? ਵੇਰ ਸਾਹਿਬ ਹਾਂਜੀ ਗਊਸ਼ਾਲਾ ਦੀ ਸੰਭਾਲ ਲੈਣੀ। ਹਾਂਜੀ ਵੇਰ ਸਾਹਿਬ, ਮੇਰਾ ਵੀ ਸਰ ਇਹੀ ਕੁਐਸਚਨ ਸੀਗਾ ਕਿ ਇਸ ਕੁਐਸਚਨ ਤੇ ਜਵਾਬ ਜ਼ਰੂਰ ਦਿੱਤਾ ਜਾਵੇ ਕਿ ਜੋ ਗਊਸ਼ਾਲਾ ਦੀ ਸੰਭਾਲ ਦੇ ਵਿੱਚ ਕਾਰਪੋਰੇਸ਼ਨ ਦੀ ਕੀ ਡਿਊਟੀ ਹੈ। ਉਹਦੇ ਵਿੱਚ ਆਪਾਂ ਕੀ ਕਰਦੇ ਆ ਕਿ ਹਰ ਮਹੀਨੇ ਦਾ ਜਿਹੜਾ ਰੁਪਈਆ 4 ਲੱਖ ਜਾਂਦਾ ਗਊਸ਼ਾਲਾ ਨੂੰ, ਜਿੰਨੇ ਵੀ ਉੱਥੇ ਕਿਹੜੀ ਗਊਸ਼ਾਲਾ ਨੂੰ ਜਾਂਦਾ? 4 ਗਊਸ਼ਾਲਾ ਕਿਹੜੀ ਨੂੰ ਜਾਂਦਾ? ਜਿਹੜੀ ਨਾ ਇੱਕ ਤਾਂ ਨਗਰ ਵਾਲੀ ਜਿਹੜੀ ਗਊਸ਼ਾਲਾ ਹੈ ਕਾਰਪੋਰੇਸ਼ਨ ਵਾਲੀ ਚ ਸਿਰਫ ਪੈਸੇ ਜਾਂਦੇ ਉਹਨੂੰ ਜਾਂਦੇ ਨੇ। ਜਿਹੜਾ ਸਾਰੇ ਹੀ ਕਾਉਂਸਲਰਾਂ ਦੀ ਸਹਿਮਤੀ ਦੇ ਨਾਲ ਜਿਹੜਾ ਪਾਸ ਕੀਤਾ ਅੱਜ ਦੀ ਇਸ ਮੀਟਿੰਗ ਦੇ ਵਿੱਚ, ਜਿਹੜਾ ਸਾਡਾ ਮੇਨ ਜਿਹੜਾ ਸੀਗਾ ਜਿਹੜਾ ਜਾਣੀ ਕਿ ਕੁੱਲ ਜੋੜ ਜਿਹੜਾ ਸਾਡਾ ਹੈਗਾ 6854 ਲੱਖ ਦਾ ਜਿਹੜਾ ਸਾਡਾ ਬਜਟ ਆ ਜਿਹੜਾ ਅੱਜ ਦਾ ਪਾਸ ਹੋਇਆ, ਜਿਹਦੇ ਵਿੱਚੋਂ ਸਾਡੀਆਂ ਤਨਖਾਹਾਂ ਮੁਲਾਜ਼ਮਾਂ ਦੀਆਂ 4148 ਲੱਖ
0.85 ਲੱਖ ਦਾ ਜਿਹੜਾ ਖਰਚਾ ਆਉਂਦਾ। ਕੰਟੀਜੈਂਸੀ ਦਾ ਹੈਗਾ ਆ 205.15 ਲੱਖ। ਵਿਕਾਸ ਜਿਹੜੀ ਆ ਡਿਵੈਲਪਮੈਂਟ ਆ ਉਹ ਹੈਗੀ ਆ 2500 ਲੱਖ ਦੀ ਤੇ ਜਿਹੜਾ ਇਹਦਾ ਟੋਟਲ ਬਣਦਾ 68 ਜਿਵੇਂ 6854 ਲੱਖ ਰੁਪਏ ਬਣਦਾ ਜਿਹੜਾ ਖਰਚਾ ਹੈਗਾ ਵਿੱਚ ਸਾਡਾ ਬਜਟ ਹੈ। ਮੈਂ ਬਹੁਤ ਹੀ ਆਪਣੇ ਸਾਥੀ ਕੌਂਸਲਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਸਾਡਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ। ਦੇਖੋ ਜਿਹੜਾ ਬਜਟ ਹੈਗਾ ਮੇਨ ਹੈਗਾ, ਅਗਰ ਅਸੀਂ ਜਾਣੀ ਕਿ ਬਜਟ ਸਾਡਾ ਪਾਸ ਹੋ ਜਾਂਦਾ, ਸਾਨੂੰ ਪੈਸੇ ਆਉਂਦੇ ਆ ਤੇ ਤਦੇ ਸਾਡੇ ਸ਼ਹਿਰ ਦਾ ਜਿਹੜਾ ਸਾਡਾ ਵਿਕਾਸ ਹੁੰਦਾ ਹੈਗਾ। ਮੈਂ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਸਹੂਲਤਾਂ ਨੂੰ, ਵਿਕਾਸ ਦੇ ਕੰਮਾਂ ਨੂੰ, ਸਟਰੀਟ ਲਾਈਟ ਨੂੰ, ਸਫਾਈ ਵਿਵਸਥਾ ਨੂੰ, ਸਫਾਈ ਦੇ ਵਾਸਤੇ ਹੁਣੇ ਜਿਹੜੀ ਇੰਟਰਵਿਊ ਜਿਹੜੀ ਚੱਲ ਰਹੀ ਆ ਉਹਦੇ ਵਾਸਤੇ ਵੀ ਅਸੀਂ ਸਫਾਈ ਸੇਵਕਾਂ ਦੇ ਸਮੇਂ ਨੂੰ ਪੂਰਾ ਕਰ ਰਹੇ ਹਾਂ, ਸੀਵਰਮੈਨਾਂ ਨੂੰ ਵੀ ਪੂਰਾ ਕਰ ਰਹੇ ਹਾਂ, ਜਿਹਦੇ ਕਰਕੇ ਇਹ ਸਾਡੀਆਂ ਜਿਹੜੀਆਂ ਪ੍ਰੋਬਲਮ ਹੈ ਸਫਾਈ ਦੀਆਂ ਉਹ ਵੀ ਜਿਹੜੀਆਂ ਸਾਡੀਆਂ ਜਿੰਦ ਠੀਕ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਵਿਕਾਸ ਵਾਲੀ ਗੱਲ ਆ ਇਹਦੇ ਵਿੱਚ ਜਿੱਦਾਂ ਹੁਣ ਗਰਮੀਆਂ ਦਾ ਜਿਹੜਾ ਸਮਾਂ ਆ ਗਿਆ, ਕਿਤੇ ਕਈ ਵਾਰਡਾਂ ਵਿੱਚ ਜਿਹੜੀ ਆ ਪਾਣੀ ਦੀ ਪ੍ਰੋਬਲਮ ਆਉਣੀ ਆ, ਉਹਦੇ ਬਾਰੇ ਵੀ ਅਸੀਂ ਜਿਹੜੇ ਆ ਕੁਝ ਵਾਰਡਾਂ ਦੇ ਵਿੱਚ ਜਿਹੜੇ ਆ ਟਿਊਬਵੈੱਲ ਲੱਗਣੇ ਨਵੇਂ, ਉਹ ਵੀ ਆਪਾਂ ਛੇਤੀ ਆਪਾਂ ਲਗਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਸਰ ਸਭ ਤੋਂ ਜ਼ਿਆਦਾ ਜਿਹੜੀ ਅਵਾਰਾ ਪਸ਼ੂਆਂ ਦੀ ਹੈ ਉਹਲੇ ਕੀ ਕਰ ਰਹੇ ਨੇ? ਅਵਾਰਾ ਪਸ਼ੂਆਂ ਦਾ ਸਰ ਇਹਦੇ ਬਾਰੇ ਤਾਂ ਜਿੱਥੇ ਵੀ ਸਾਨੂੰ ਮਿਲਦੇ ਨੇ ਅਸੀਂ ਤਾਂ ਉਹਨਾਂ ਨੂੰ ਫੜ ਕੇ ਉੱਥੇ ਆਪਣੀ ਜਿਹੜੀ ਗਊਸ਼ਾਲਾ ਸਾਡੀ ਸਰਕਾਰੀ ਜਾਂ ਕਮੇਟੀ ਦੀ ਕਾਰਪੋਰੇਸ਼ਨ ਦੀ ਉੱਥੇ ਵੀ ਆਪਾਂ ਭੇਜ ਦੇਈਦੇ ਆ। ਇੱਕ ਹੀ ਕਰਦੇ ਸਰ ਪਿੰਡਾਂ ਵਾਲੇ, ਮੇਰਾ ਵਾਰਡ ਬਾਹਰਲਾ ਪੋਰੀਨਾ ਆ, ਕਈ ਲੋਕੀ ਪਿੰਡਾਂ ਵਾਲੇ ਕੀ ਕਰਦੇ ਰਾਤ ਨੂੰ ਟਰਾਲੀ ਲਿਆ ਕੇ ਸਾਡੇ ਬਾਹਰੋਂ ਬਾਹਰੇ ਬਾਈਪਾਸ ਦੇ ਉੱਪਰ ਗਾਵਾਂ ਦੀ ਜਿੰਦੇ ਧਾਰ ਜਾਂਦੇ ਆ, ਜਿਹਦੇ ਕਰਕੇ ਉਹ ਵੀ ਵਿਚਾਰੀਆਂ ਗਾਵਾਂ ਇੱਦਾਂ ਘੁੰਮਦੀਆਂ ਫਿਰਦੀਆਂ ਸ਼ਹਿਰ 'ਚ ਵੀ ਆ ਜਾਂਦੀਆਂ। ਸਰ ਇੱਕ ਨਾਲੇ ਤੁਹਾਡੇ ਵਾਰਡ ਦੇ ਨਾਲ ਨਿਊ ਫਤਿਹਗੜ੍ਹ ਲੱਗਦਾ ਤੇ ਅੱਜ ਵੀ ਜਾ ਕੇ ਦੇਖਿਆ ਘੱਟੋ ਘੱਟ 15 ਤੋਂ 20 ਪਸ਼ੂ ਘੁੰਮ ਰਹੇ ਨੇ, ਅਵਾਰਾ ਘੁੰਮ ਰਹੇ ਨੇ, ਸਾਂਢ ਘੁੰਮ ਰਹੇ ਨੇ, ਲੋਕਾਂ ਨੂੰ ਡਰ ਹੈ ਉੱਥੇ ਵੀ ਕਿ ਕੋਈ ਮਿਸਹੈਪਨਿੰਗ ਨਾ ਹੋ ਜਾਵੇ। ਮੈਂ ਤੁਹਾਨੂੰ ਇਹ ਦੱਸਦਾ ਨਾ ਕਿ ਜਿਹੜੀਆਂ ਅਸੀਂ ਨਾ ਫੜ ਕੇ ਆਪਾਂ ਲਿਆਉਂਦੇ ਆ ਦੂਏ ਤੀਏ ਦਿਨ ਹਫ਼ਤੇ ਬਾਅਦ ਫੇਰ ਉਹੀ ਉੱਥੇ ਗੱਲ ਆ ਜਾਂਦੀ ਆ। ਉਹ ਇਸ ਕਰਕੇ ਆਉਂਦੀ ਹੈ ਕਿ ਕਈ ਲੋਕੀ ਮੈਂ ਦੇਖਿਆ, ਮੇਰੇ ਦੇਖਣ 'ਚ ਵੀ ਆਇਆ, ਰਾਤ ਨੂੰ ਪਿੰਡਾਂ ਵਾਲੇ ਕੀ ਕਰਦੇ ਆ, ਉਹ ਨਾ ਭਰ ਕੇ ਟਰਾਲੀ ਲਿਆ ਕੇ ਉੱਥੇ ਲਿਆ ਕੇ ਬਾਈਪਾਸ ਦੇ ਉੱਪਰ ਇੱਕ ਪਾਸੇ ਨਾ ਉਹਨਾਂ ਨੂੰ ਜਿਵੇਂ ਤਾਰ ਕੇ ਚੱਲ ਜਾਂਦੇ ਨੇ, ਜਿਹਦੇ ਕਰਕੇ ਉਹ ਸਾਰੀਆਂ ਗਈਆਂ ਫੇਰ ਸ਼ਹਿਰ 'ਚ ਆ ਜਾਂਦੀਆਂ। ਇੱਦਾਂ ਹੀ ਇਹ ਜਿਹੜੀ ਸਾਡੀ ਆ ਜਿਹੜੀ ਪ੍ਰੋਬਲਮ ਜਿਹੜੀ ਚੱਲਦੀ ਰਹਿੰਦੀ ਆ। ਅਸੀਂ ਇੱਕ ਵਾਰੀ ਰਾਤ ਨੂੰ ਗਏ ਵੀ ਉਹ ਬੰਦਾ ਟਰਾਲੀ ਜਾਣ ਕੇ ਲੈ ਕੇ ਆ ਭਰ ਕੇ ਲਗਾਤਾਰ ਜਦ ਤੋਂ ਅਸੀਂ ਪਹੁੰਚ ਗਏ, ਠੀਕ ਨਹੀਂ, ਉਹ ਫਿਰ ਬੰਦਾ ਫਿਰ ਇੱਧਰ ਨੂੰ ਫਿਰ ਲੈ ਗਿਆ, ਗਾਂਹ ਨੂੰ ਲੈ ਗਿਆ ਟਰਾਲੀ। ਇਹ ਆਖਰ ਜਿਹੜੀ ਪ੍ਰੋਬਲਮ ਹੈਗੀ ਆ ਇਹਦੇ ਵਿੱਚ ਅਸੀਂ ਤਾਂ ਚਲੋ ਪੂਰਾ ਸਹਿਯੋਗ ਕਰਦੇ ਨਗਰ ਨਿਗਮ ਵਾਲੇ। ਮੈਂ ਕਹਿੰਦਾ ਵੀ ਚਲੋ ਸਾਡੀ ਗਊ ਮਾਤਾ ਅਸੀਂ ਤਾਂ ਉਹਦੀ ਜਿਵੇਂ ਪੂਜਾ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਮੇਰੀ ਵੀ ਇੱਕ ਜਿਵੇਂ ਸ਼ਰਧਾ ਹੈ। ਸਰ ਅੱਜ ਵੀ ਜਿਹੜਾ ਹੈਗਾ ਸਵਾਲ ਰੱਖਿਆ ਗਿਆ ਠੇਕੇਦਾਰ ਜਿਹੜੇ ਆ ਕੰਮ ਸਹੀ ਢੰਗ ਦੇ ਨਾਲ ਨਹੀਂ ਕਰਦੇ, ਕੀ ਐਮਸੀਆਂ ਨੂੰ ਜਿਹੜਾ ਹੈਗਾ ਵਾ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੈਗਾ ਉਹਦਾ ਹੋਏਗਾ ਕੁਛ? ਸਰ ਉਹਦੇ ਵਿੱਚ ਜਿਹੜਾ ਕਲੀਅਰੈਂਸ ਜਿਹੜਾ ਸਰਟੀਫਿਕੇਟ ਬਾਰੇ ਉਹਦਾ ਜਿਹੜਾ ਹਾਊਸ ਵਿੱਚ ਜਿਹੜਾ ਮਤਾ ਆਏਗਾ ਉਸ ਤੋਂ ਬਾਅਦ ਹੀ ਆਪਾਂ ਕਰ ਸਕਦੇ ਹਾਂ। ਸਰ ਜਿਹੜਾ ਬਹੁਤ ਸਾਰੇ ਠੇਕੇਦਾਰਾਂ ਨੇ ਵਰਕ ਆਰਡਰ ਕਟਾਏ ਹੈਗੇ 2-2 ਸਾਲ ਕੰਮ ਹੀ ਨਹੀਂ ਕਰਦੇ ਹੈਗੇ, ਉਹਨਾਂ ਨੂੰ ਕੀ ਬਲੈਕ ਲਿਸਟ ਕੀਤਾ ਜਾਏਗਾ? ਹਾਂਜੀ ਸਰ, ਅਸੀਂ ਇੱਕ ਠੇਕੇਦਾਰ ਆ ਉਹਨੂੰ ਆਪਾਂ ਨੋਟਿਸ ਵੀ ਦੇ ਚੁੱਕੇ ਹਾਂ। ਠੇਕੇਦਾਰ ਰਾਜੀਵ ਕੁਮਾਰ ਹੈ ਕੋਈ ਅਗਰਵਾਲ ਆ, ਉਹ ਕੰਮ ਹੀ ਨਹੀਂ ਕਰ ਰਿਹਾ ਹੈਗਾ। ਉਹਦੇ ਕੰਪਲੇਂਟ ਅੱਜ ਹਾਊਸ ਦੀ ਮੀਟਿੰਗ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਉਹਦੇ ਉੱਤੇ ਉਂਗਲੀ ਉੱਠੀ ਹੈਗੀ ਆ। ਕੀ ਇਹੋ ਜਿਹੀ ਗੱਲ ਹੈਗੀ ਅਫਸਰਾਂ ਦੀ ਮਿਲੀ ਭਗਤ ਹੈਗੀ ਆ ਜਿਹੜੀ ਉਹਨੂੰ ਜਿਹੜਾ ਹੈਗਾ ਸਪੈਸ਼ਲ ਰਿਆਇਤ ਕੀਤੀ ਜਾਂਦੀ? ਰਾਜੀਵ ਜਿਹੜਾ ਠੇਕੇਦਾਰ ਆ ਉਹਦੇ ਕੋਲ ਸਿਰਫ ਜਿਹੜੇ ਕੰਮ ਹੈਗਾ ਲੁੱਕ ਦੇ ਹੁੰਦੇ ਆ। ਲੁੱਕ ਦੇ ਜਿਹੜੇ ਕੰਮ ਆ ਪਿੱਛੇ ਜੇ ਬੰਦ ਹੋ ਗਏ ਸੀ ਸਿਆਲ ਕਰਕੇ, ਬਰਸਾਤ ਕਰਕੇ, ਤੇ ਹੁਣ ਜਿਹੜੀ ਆ ਗਰਮੀ ਹੈਗੀ ਆ, ਗਰਮੀ ਦੇ ਮੌਸਮ ਵਿੱਚ ਜਿਹੜੇ ਆ ਹੁਣ ਜਿਹੜੇ ਲੁੱਕ ਦੇ ਕੰਮ ਜਿਹੜੇ ਸ਼ੁਰੂ ਹੋ ਗਏ ਆ, ਇਸ ਕਰਕੇ ਥੋੜ੍ਹਾ ਜਿਹਾ ਜਿਵੇਂ ਸਿਆਲਾਂ ਵਿੱਚ ਵੀ ਜਿਹੜੀ ਆ ਪ੍ਰੋਬਲਮ ਆਉਂਦੀ ਕਿ ਲੁੱਕਾਂ ਦੇ ਕੰਮ ਜਿਹੜੇ ਬੰਦ ਹੋ ਜਾਂਦੇ ਆ। ਹੁਣ ਜਿਹੜੇ ਚਾਲੂ ਹੋ ਗਏ ਨੇ ਸਾਰੇ ਹੀ ਰੋਜ਼ਾਨਾ ਹੀ ਜਿਹੜੇ ਆਪਾਂ ਉਹਨਾਂ ਨੂੰ ਜਿਹੜੇ ਨਾ ਦੂਸਰੇ ਦਿੱਤੇ ਨੇ ਵਰਕ ਆਰਡਰ, ਹੁਣ ਜਿਹੜੇ ਕੰਮ ਆ ਜਿਹੜੇ ਬੜੇ ਵਧੀਆ ਚੱਲ ਰਹੇ ਨੇ। ਜਿੱਥੇ ਵੀ ਕੋਈ ਉਹ ਬੰਦੇ ਦੀ ਗਲਤੀ ਹੁੰਦੀ ਆ, ਆਪਾਂ ਮੇਰੇ ਐਕਸ਼ਨ ਸਾਹਿਬ ਬੈਠੇ ਆ, ਉਹ ਵੀ ਉੱਥੇ ਜਾ ਕੇ ਦੇਖ ਕੇ ਆਉਂਦੇ ਆ। ਇਦਾਂ ਦੀ ਕੋਈ ਗੱਲ ਨਹੀਂ ਹੈ ਸਰ। ਜਿਹੜੀ ਜਿੱਥੇ ਕੋਈ ਕੰਮ ਚੱਲਦਾ ਉੱਥੇ ਕਦੀ ਅਫਸਰ ਤੁਹਾਡਾ ਦੇਖਿਆ ਤਾਂ ਹੈ ਨਹੀਂ, ਕਦੀ ਲਾ ਕੇ ਗਲੀਆਂ ਮਹੱਲਿਆਂ ਦੇ ਵਿੱਚ ਕੀ ਇਹਨਾਂ ਦੀ ਡਿਊਟੀ ਨਹੀਂ ਹੈਗੀ, ਏਸੀ ਕਮਰਿਆਂ ਦੇ ਵਿੱਚ ਇਹ ਬੈਠੇ ਰਹਿੰਦੇ ਆ। ਜਿਹੜਾ ਐਸਟੀਮੇਟ ਦੇ ਮੁਤਾਬਕ ਕਦੀ ਇਹਨਾਂ ਨੇ ਦੇਖਿਆ ਉੱਥੇ ਜਾ ਕੇ ਕੰਮ ਹੁੰਦਾ? ਸਰ ਐਸਓ ਸਾਹਿਬ ਵੀ ਦੋਨੇ ਜਾ ਕੇ ਆਉਂਦੇ ਨੇ। ਕਈ ਵਾਰੀ ਕੀ ਹੁੰਦਾ ਕੰਮ ਜ਼ਿਆਦਾ ਚੱਲਦੇ, ਐਸਓ ਸਾਹਿਬ ਨੂੰ ਹੋਰ ਵੀ ਕੰਮ ਪੈ ਜਾਂਦੇ, ਐਕਸ਼ਨ ਸਾਹਿਬ ਵੀ ਜਾਂਦੇ ਨੇ, ਠੀਕ ਹੈ ਜੀ। ਕੋਈ ਨਹੀਂ ਜਾਂਦਾ ਜੀ, ਸਰ ਜਿਹੜਾ ਲੈਵਲ ਤੇ ਕੋਈ ਨਹੀਂ ਪਹੁੰਚਦਾ ਜੀ। ਜਿਹੜਾ ਇੱਕ ਠੇਕੇਦਾਰ ਲੁੱਕ ਪਾਉਂਦਾ ਉਹਦੀ ਮੋਟਾਈ ਸੜਕ ਦੀ ਕਿੰਨੀ ਰੱਖਦੇ ਤੁਸੀਂ? ਉਹਦਾ ਕੀ ਮੈਟਰ ਵਿੱਚ ਪਾਸ ਹੁੰਦਾ ਉਹ? ਸਰ ਉਹਦੇ ਵਿੱਚ ਸਾਰਾ ਪਾਸ ਕੀਤਾ ਹੁੰਦਾ। ਕਿੰਨੀ ਹੁੰਦੀ ਹੈ ਜੀ ਉਹ ਤੁਸੀਂ ਆਪਣੀ ਜਵਾਨੀ ਦੱਸੋਗੇ? ਸਰ ਉਹਦੇ ਵਿੱਚ ਪਤਾ ਕੀ ਹੁੰਦਾ ਹੈ, ਜਿਹੜੇ ਦੇਖੋ ਇਹ ਹੈਗੇ ਆ ਪਤਾ ਕੀ ਇੱਕ ਹੁੰਦੇ ਆ ਜਿਹੜੇ ਜਿਵੇਂ ਲਿੰਕ ਰੋਡ ਉਹਨਾਂ ਦੀ ਕੁਝ ਹੋਰ ਹੁੰਦੀ ਹੈ, ਜਿਹੜੇ ਮੇਨ ਰੋਡ ਹੈ ਉਹਨਾਂ ਦੀ ਕੁਝ ਹੋਰ ਹੁੰਦੀ ਆ। ਜਿਹੜੇ ਸਰ ਲਿੰਕ ਰੋਡ ਆ ਤੁਸੀਂ ਇੱਕ ਦੀ ਮੋਟਾਈ ਤਾਂ ਦੱਸੋ ਸਾਨੂੰ ਕਿੰਨੀ ਲੁੱਕ ਪਾਣੀ ਚਾਹੀਦੀ ਇੱਕ ਠੇਕੇਦਾਰ ਨੂੰ? ਸਰ ਉਹਦੇ ਵਿੱਚ ਕੀ ਹੁੰਦਾ ਵੱਖ-ਵੱਖ ਤਰ੍ਹਾਂ ਦੀ ਲੁੱਕ ਪਾਸ ਕੀਤੀ ਹੁੰਦੀ, ਕਿਤੇ ਇੰਚ ਹੁੰਦੀ ਕਿਤੇ 2 ਇੰਚ ਹੁੰਦੀ ਆ। ਇਹ ਤਾਂ ਆਪਾਂ ਉਸ ਰੋਡ ਦੀ ਆਪਾਂ ਦੇਖ ਕੇ ਆਪਾਂ ਦੱਸ ਸਕਦੇ ਉਹਦੇ ਵਿੱਚ ਕਿੰਨੀ ਪੈਣੀ। ਸਰ ਦੇਖਿਆ ਜਾ ਰਿਹਾ ਕੁਝ ਅਫਸਰ ਹੈਗੇ ਪੁਰਾਣੇ ਸਮੇਂ ਦੇ ਲੱਗੇ 10-10 15 ਸਾਲ ਦੇ,
ਉਹਨਾਂ ਨੂੰ ਬਦਲਾਇਆ ਕਿਉਂ ਨਹੀਂ ਜਾਂਦਾ, ਉਹਨਾਂ ਦੀ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ? ਤਾਂ ਸਰਕਾਰ ਨੇ ਉੱਪਰੋਂ ਬਦਲਨੇ ਹੁੰਦੇ ਆ ਜੀ ਇਹਦੇ ਵਿੱਚ, ਕਿਉਂਕਿ ਸਾਡਾ ਤਾਂ ਇਹ ਹੁੰਦਾ ਕਿ ਜਿਹੜੇ ਅਫਸਰ ਜਾਣ ਕੇ ਵਧੀਆ ਕੰਮ ਕਰਦੇ ਅਸੀਂ ਤਾਂ ਕਹਿੰਦੇ ਚਲੋ ਵਧੀਆ ਕੰਮ ਕਰਨ, ਅਸੀਂ ਤਾਂ ਕਿਸੇ ਨੂੰ ਨਹੀਂ ਆਪਾਂ ਕਹਿੰਦੇ ਕਿ ਤੁਸੀਂ ਇਦਾਂ ਨਹੀਂ ਇਦਾਂ ਕਰੋ। ਮੇਰਾ ਤਾਂ ਸਾਰਿਆਂ ਨੂੰ ਇਹ ਹਦਾਇਤ ਹੁੰਦੀ ਕਿ ਕੰਮ ਖਰਾ ਕਰੋ, ਵਧੀਆ ਕਰੋ, ਠੀਕ ਨੇ ਜੀ। ਬਾਕੀ ਤਾਂ ਜਿਹੜੇ 10 ਸਾਲ ਦੇ ਜਿਹੜੇ ਇੱਥੇ ਬੈਠੇ ਹੋਏ ਆ ਉਹਨਾਂ ਨੇ ਆਪਣੀ ਇੱਥੇ ਮੋਨੋਪੋਲੀ ਬਣਾਈ ਪਈ ਆ, ਕੰਮ ਹੋਣ ਨਹੀਂ ਦਿੰਦੇ, ਬਸ ਜੱਕੋ ਤੱਕੋਂ ਐਰਾ ਵਗੈਰਾ ਜਿਹੜਾ ਕਰਦੇ ਹੈਗੇ। ਤੁਸੀਂ ਲਿਖ ਕੇ ਕਿਉਂ ਨਹੀਂ ਭੇਜਦੇ ਹੈਗੇ ਕਿ ਇਹਨਾਂ ਦੀ ਟ੍ਰਾਂਸਫਰ ਕੀਤੀ ਜਾਵੇ? ਐਮਸੀਏ ਨੇ ਵੀ ਸਵਾਲ ਖੜੇ ਕੀਤੇ ਜਿਹੜੇ ਨਾ 10 ਸਾਲ ਦੇ ਲੱਗੇ ਹੋਏ ਨੇ ਉਹਨਾਂ ਦਾ ਵੀ ਕੋਈ ਪ੍ਰੋਟੋਕਾਲ ਹੁੰਦਾ। ਪਹਿਲੇ ਉਹ ਜਈ ਸੀਗੇ, ਫਿਰ ਉਹ ਐਸਡੀਓ ਬਣ ਗਏ, ਫਿਰ ਉਹ ਐਕਸ਼ਨ ਬਣ ਗਏ, ਹਾਂਜੀ ਠੀਕ ਨੇ ਜੀ। ਹੁਣ ਉਹਨਾਂ ਦਾ ਜਿਹੜਾ ਕੋਈ ਪੀਰੀਅਡ ਹੋਏਗਾ ਇਹ ਤਾਂ ਜੀ ਉੱਪਰੋਂ ਸਰਕਾਰ ਨੇ ਦੇਖਣਾ ਉਹਨਾਂ ਨੂੰ। ਸਾਰਾ ਸ਼ਹਿਰ ਦੁਖੀ ਹੈ ਜੀ, ਸਾਰੇ ਐਮਸੀ ਦੁਖੀ ਹੈਗੇ ਆ ਇਹਨਾਂ ਤੋਂ। ਚੋਰੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ, ਸਟਰੀਟ ਲਾਈਟ ਕਹਿੰਦੇ ਵੀ ਐਮਸੀ ਤੱਕ ਨਹੀਂ ਲਵਾ ਸਕਦੇ, ਤੇ ਇਹ ਜ਼ਰੂਰੀ ਨਹੀਂ ਸਟਰੀਟ ਲਾਈਟ ਜਿਹੜੇ ਸਾਰੇ ਸਟਰੀਟ ਲਾਈਟ ਦਾ ਪਤਾ ਕੀ ਸੀਗਾ ਜੀ, ਸਾਡੇ ਕੋਲ ਸਟਰੀਟ ਲਾਈਟ ਦਾ ਜਿਹੜਾ ਕੰਪਨੀ ਦੇ ਨਾਲ ਜਿਹੜਾ ਸਾਡਾ ਠੇਕਾ ਹੋ ਚੁੱਕਾ, ਉਹਦੇ ਵਿੱਚ ਕੀ ਸੀਗਾ ਪਿੱਛੇ ਜਿਹੜੇ ਕਲੰਪ ਆ ਗਏ, ਲਾਈਟਾਂ ਵੀ ਆ ਗਈਆਂ, ਫਿਰ ਸਾਡੇ ਕੋਲ ਤਾਰ ਨਹੀਂ ਸੀਗੀ। ਅਸੀਂ ਉਹ ਤਾਰ ਦਾ ਵੀ ਜਿਹੜਾ ਟੈਂਡਰ ਜਿਹੜਾ ਸੀਗਾ ਲਾਇਆ ਸੀਗਾ, ਜਿੰਨੇ ਸਾਡੇ ਕੋਲ ਹੁਣ ਦੀਆਂ ਤਾਰ ਵੀ ਆ ਗਈ ਆ, ਜਿਹਦੇ ਕਰਕੇ ਸਾਰਾ ਕੰਮ ਹੋ ਜਾਏਗਾ। ਸਰ ਇੱਕ ਜਿਹੜਾ ਗੋਸੈਕ ਤੁਸੀਂ ਲੈਣੇ ਆ ਜੀ, ਅਸੀਂ ਸਾਰੇ ਚੋਰਾਂ ਨੇ ਤਾਂ ਤੁਹਾਨੂੰ ਪਤਾ ਹੀ ਆ, ਚੋਰ ਤਾਂ ਜਿਹੜੇ ਆ ਦਿਨ ਨੂੰ ਵੀ ਆ ਜਾਂਦੇ ਆ। ਚੋਰ ਤਾਂ ਜਿਹੜੇ ਚੋਰ ਆ ਨਾ ਉਹ ਤਾਂ ਆ ਕੇ ਜਿਵੇਂ ਦਿਨੇ ਵੀ ਆ ਕੇ ਲੋਕਾਂ ਦੀਆਂ ਕੋਠੀਆਂ ਭੰਨ ਜਾਂਦੇ ਆ, ਚੋਰੀ ਕਰਦੇ। ਸਰ ਇੱਕ ਜਿਹੜਾ ਤੁਸੀਂ ਗੋਸੈਕ ਲੈਣੇ ਆ ਹਰ ਚੀਜ਼ ਦੇ ਉੱਤੋਂ, ਜੇ ਮੰਨ ਲਓ ਕਿਸੇ ਅਵਾਰਾ ਪਸ਼ੂ ਦੇ ਨਾਲ ਕਿਸੇ ਦਾ ਐਕਸੀਡੈਂਟ ਹੁੰਦਾ, ਕੁਝ ਹੁੰਦਾ, ਉਹਦਾ ਮੁਆਵਜ਼ਾ ਦੇਣਾ ਕਮੇਟੀ ਦਾ ਹਰਜ ਨਹੀਂ ਹੈਗਾ? ਸਰ ਇਹ ਤਾਂ ਕਾਨੂੰਨ ਨੇ ਦੇਖਣਾ ਹੁੰਦਾ ਜੀ। ਕਾਨੂੰਨ ਨੇ ਕਿੱਦਾਂ ਸਰ ਦੇਖਣਾ? ਜਦ ਤੁਸੀਂ ਆਮ ਜਨਤਾ ਦੇ ਕੋਲੋਂ ਗਊਸੈਕ ਲੈਣ ਦੇ ਹੱਕਦਾਰ ਆ, ਤੇ ਫਿਰ ਕੀ ਆਮ ਜਨਤਾ ਨੂੰ ਅਵਾਰਾ ਪਸ਼ੂ ਜਾਂ ਕੁੱਤੇ ਦੇ ਵਗੈਰਾ ਜਿਹੜੀ ਉਹਨਾਂ ਨੁਕਸਾਨ ਹੁੰਦਾ ਉਹਦਾ ਭਰਨ ਦਾ ਹੱਕ ਤਾਂ ਕਮੇਟੀ ਨਹੀਂ ਹੈਗੀ? ਇਹਦੇ ਬਾਰੇ ਕੀ ਕਰ, ਕਿਉਂਕਿ ਪਿੱਛੇ ਜੇ ਇੱਕ ਬੰਦੇ ਦੀ ਲੱਤ ਟੁੱਟੀ ਉਹਨੂੰ 2 ਲੱਖ ਰੁਪਇਆ ਦੇਣ ਨੂੰ ਕਿਹਾ ਵੀ ਸੀਗਾ, ਪਰ ਉਹ ਵੀ ਹਜੇ ਤੱਕ ਕਮੇਟੀ ਨੇ ਦਿੱਤਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਇਹਦੇ ਬਾਰੇ ਮੈਨੂੰ ਕੋਈ ਦਿਖਾ ਲਓ ਕਿ ਠੀਕ ਸਰ ਅਖਬਾਰਾਂ ਦੇ ਵਿੱਚ ਆਇਆ। ਸਰ ਮੈਨੂੰ ਉਹਦਾ ਦੇਖੋ ਗੱਲ ਸੁਣੋ, ਅਖਬਾਰਾਂ 'ਚ ਆਇਆ ਨਾ, ਕਿਉਂਕਿ ਮੇਰੇ ਕੋਲ ਉਹਦੀ ਕੋਈ ਦੂਜੀ ਨਹੀਂ ਨਾ ਜਿਹੜੀ ਕੋਈ ਕਾਰਵਾਈ ਕੋਈ ਲਿਖਤੀ ਪੜ੍ਹਦੀ ਕੋਈ ਮੈਨੂੰ ਹੋਵੇ ਤਾਂ ਮੈਂ ਇਹਨਾਂ ਨੂੰ ਪੁੱਛ ਲਵਾਂ ਉਸ ਹਿਸਾਬ ਨਾਲ। 20 ਫੁੱਟ ਦੀਆਂ ਗਲੀਆਂ, 8-8 ਫੁੱਟ ਦੇ ਰੈਂਪ ਬਣੇ ਹੋਏ ਹੈਗੇ ਆ, 20 ਫੁੱਟ ਦੀਆਂ ਗਲੀਆਂ ਹੈਗੀਆਂ ਪਾਸ ਹੋਈਆਂ, ਉਹਦੇ ਵਿੱਚ 8-8 ਫੁੱਟ ਦੇ ਬਾਹਰ ਲੋਕਾਂ ਨੇ ਰੈਂਪ ਕੱਢੇ ਹੋਏ ਹੈਗੇ ਆ। ਆਉਣ ਜਾਣ ਵਾਲੇ ਨੂੰ ਪ੍ਰੋਬਲਮ ਹੁੰਦੀ, ਜੇ ਉਹਦੇ ਰੈਂਪ ਦੇ ਉੱਤੇ ਗੱਡੀ ਚੜ੍ਹਦੀ ਆ ਉਹਨੂੰ ਤਕਲੀਫ ਹੁੰਦੀ ਹੈਗੀ ਆ। ਉਹਦੇ ਬਾਰੇ ਕੁਝ ਹੋਇਆ ਜੀ? ਸਾਨੂੰ 4 ਸਾਲ ਹੋ ਗਏ ਰੋਲਾ ਪਾਉਂਦਿਆਂ ਨੂੰ। ਆ ਜਿਹੜੀ ਨਗਰ ਨਿਗਮ ਦੀ ਜਿਹੜੀ ਜਗ੍ਹਾ ਪੁੱਲ ਬਣਾ ਲਏ ਆ ਜੈਨੀਆਂ ਦਾ ਪਾਸਰਾ ਹੈਗਾ, ਉਹਦੇ ਉੱਤੇ ਆਰ ਪਾਰ ਜਾ ਰਹੇ ਹੈਗੇ, ਲੋਹੇ ਦਾ ਪੁੱਲ ਉੱਪਰ ਹਾਈ ਟੈਂਸ਼ਨ ਵਾਇਰਾਂ ਹੈਗੀਆਂ ਵਾ, ਕੋਈ ਸੁਣਵਾਈ ਨਹੀਂ, ਸਭ ਮਿਲੀ ਭਗਤ ਆ। ਕਿੰਨੀ ਵਾਰੀ 4 ਸਾਲ ਹੋ ਗਏ ਰੋਲਾ ਪਾਉਂਦਿਆਂ ਨੂੰ, ਕੋਈ ਸੁਣਵਾਈ ਨਹੀਂ। ਗਰੀਬ ਆਦਮੀ ਦਾ ਜਿਹੜਾ ਹੈਗਾ, ਗਰੀਬ ਆਦਮੀ ਦਾ ਕੋਈ ਛੋਟਾ ਜਿਹਾ ਕੋਈ ਕੰਮ ਕਰਦਾ ਉਹਦਾ ਜਾ ਕੇ ਢਾ ਦਿੰਦੇ ਆ। ਸਾਰਾ ਸਾਨੂੰ ਤਾਂ ਹਜੇ ਸਾਲ ਹੀ ਹੋਇਆ ਹੈਗਾ, ਤੁਸੀਂ ਕਿਤੇ ਲਿਜਾ ਸਾਲ 'ਚ ਵੀ ਤੁਸੀਂ ਕੀ ਕਰ ਲਿਆ ਜੀ? ਤੁਹਾਡੀ ਸਰਕਾਰ ਰਹੀ ਹੈ, ਮੰਤਰੀ ਸ਼ੰਤਰੀ ਜਿੰਨੇ ਵੀ ਹੈਗੇ ਆ ਸਾਰੇ ਜਾ ਕੇ ਜਿਹੜਾ ਆਪਣੀ ਸਿਫਾਰਿਸ਼ਾਂ ਆਉਂਦੀਆਂ ਵਾ ਠੀਕ ਹੈ, ਗਰੀਬ ਆਦਮੀ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ। ਤਾਜ਼ਾ ਇੱਕ ਮਸਲਾ ਅਸੀਂ ਤਾਂ ਗਰੀਬਾਂ ਦੀ ਸੁਣਾਈ ਕਰਦੇ ਆ ਜੀ। ਸਰ ਇੱਕ ਇਹੀ ਤਾਜ਼ਾ ਮਸਲਾ, ਸਰ ਤਾਜ਼ਾ ਮਸਲਾ ਇਹੀ ਵੱਡਾ ਸਵਾਲ ਆ, ਜੇ ਨਗਰ ਨਿਗਮ ਨੇ ਸੜਕ ਪੱਟੀ ਬਣ ਰਹੀ ਆ ਜੋ ਉੱਥੇ ਐਕਸੀਡੈਂਟ ਮਿਸਹੈਪਨਿੰਗ ਹੁੰਦੀ, ਕਿਹਦੀ ਜ਼ਿੰਮੇਵਾਰੀ? ਸਰ ਜਿਹੜੀ ਸੜਕ ਪੱਟੀ ਹੁੰਦੀ ਨਾ, ਦੇਖੋ ਹੁੰਦੀ ਤਾਂ ਬੇਸਿਕਲੀ ਕਿਉਂਕਿ ਮਹਿਕਮੇ ਦੀ ਬਣਦੀ ਆ, ਠੀਕ ਹੈ ਨਾ ਜੀ। ਉੱਥੇ ਮਹਿਕਮੇ ਨੂੰ ਜਿਹੜਾ ਛੇਤੀ ਉਹਦਾ ਜਿਹੜਾ ਪੈਚ ਵਰਕ ਹੋਣਾ ਚਾਹੀਦਾ। ਸਾਡੇ ਤਾਂ ਜ਼ਿਲ੍ਹੇ ਵੀ ਧਿਆਨ ਚਾਹੁੰਦਾ, ਮੈਂ ਤਾਂ ਉਸ ਵੇਲੇ ਵੀ ਆ ਕੇ ਇਹਨਾਂ ਨੂੰ ਕਹਿ ਦਿੰਦਾ ਕਿ ਭਾਈ ਉਹ ਫਲਾਣੀ ਜਗ੍ਹਾ ਜਿਹੜਾ ਪੈਚ ਵਰਕ ਹੋਣ ਵਾਲਾ ਇਹਨੂੰ ਛੇਤੀ ਕਰ ਦਿਓ। ਜਾਣੀ ਕਿ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜੇ ਕੱਲ੍ਹ ਨੂੰ ਕਿਸੇ ਟੋਏ ਦੇ ਵਿੱਚ ਡਿੱਗ ਕੇ ਜਾਂ ਸੜਕ ਦੀ ਵਜ੍ਹਾ ਨਾਲ ਕੋਈ ਵੀ ਬੰਦਾ ਐਕਸੀਡੈਂਟ ਹੁੰਦਾ, ਉਹ ਸਿੱਧਾ ਕਮੇਟੀ ਦੇ ਉੱਤੇ ਕੰਪਲੇਂਟ ਕਰੇ, ਕਮੇਟੀ ਦੇ ਉੱਤੇ ਐਕਸ਼ਨ ਲਵੇ। ਇਹੀ ਹੈ ਹਰਜਾਨਾ ਕਮੇਟੀ ਦੀ, ਇਹ ਹਰਜਾਨਾ ਕਮੇਟੀ ਦੇਗੀ। ਦੇਖੋ ਜੀ ਕਹਿ ਸਕਦਾ ਅਗਲਾ ਬੰਦਾ ਕਰ ਸਕਦਾ, ਰਾਈਟ ਹੋ ਅਗਲੇ ਨੂੰ। ਠੀਕ ਹੈ ਸਰ, ਠੀਕ ਹੈ। ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਆ। ਠੀਕ ਹੈ ਸਰ, ਓਕੇ, ਥੈਂਕ ਯੂ। ਓਕੇ ਜੀ।